हाँ जी, ਵੈਰੀ ਗੁੱਡ ਆਫਟਰਨੂਨ ਸਾਰਿਆਂ ਨੂੰ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ। ਸੋ 1 ਮਿੰਟ ਦੇ ਵਿੱਚ ਬੱਚੇ ਲਾਈਵ ਹੋਣਗੇ। ਆਪਾਂ ਆਪਣੀ ਕਲਾਸ 1 ਮਿੰਟ ਦੇ ਵਿੱਚ ਸਟਾਰਟ ਕਰਦੇ ਹਾਂ। ਸਾਰੇ ਬੱਚਿਆਂ ਨੂੰ ਕਲਾਸ ਹੈ ਜਿਹੜੀ ਉਹ ਜੁਆਇਨ ਕਰ ਲੈਣ ਦਿਓ। ਸੋ ਜਿਵੇਂ ਕਿ ਆਪਾਂ ਆਪਣੀ ਕਲਾਸ ਦੇ ਵਿੱਚ ਪਹਿਲਾਂ ਡਿਸਕਸ ਕੀਤਾ ਸੀ ਵੀ ਅੱਜ ਦਾ ਟੌਪਿਕ ਬੜਾ ਹੀ ਇੰਟਰਸਟਿੰਗ ਰਹੂਗਾ। ਅੱਜ ਦੇ ਟੌਪਿਕ ਦੇ ਵਿੱਚ ਕੁਝ ਅਜਿਹੀਆਂ ਨਵੀਆਂ ਚੀਜ਼ਾਂ ਪੜਾਂਗੇ ਜਿਹੜੀਆਂ ਅਸੀਂ ਪੀਐਸ ਟੈਟ ਦੇ ਪੇਪਰ ਦੇ ਵਿੱਚ ਨਹੀਂ ਪੜੀਆਂ, ਔਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਇੱਕ ਪ੍ਰੋਪਰ ਤਰੀਕੇ ਨਾਲ ਸਬਜੈਕਟ ਦੇ ਉੱਪਰ ਪਕੜ ਤੇ ਸਮਝ ਦੋਵੇਂ ਬਣਾਉਣਗੀਆਂ। ਸਾਰਿਆਂ ਨੂੰ, ਜਿਹੜੇ ਬੱਚੇ ਬਾਅਦ ਚੋਂ ਜੁੜੇ ਨੇ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਾਰਿਆਂ ਨੂੰ ਵੈਰੀ ਗੁੱਡ ਮਾਰਨਿੰਗ। ਸੋ ਜੇ ਆਪਾਂ ਗੱਲ ਕਰੀਏ, ਆਫਟਰਨੂਨ ਹੋ ਗਈ ਹਨਾ ਮੇਰੇ ਖਿਆਲ 'ਚ। ਹਾਂ, ਸੋ ਜੇ ਆਪਾਂ ਗੱਲ ਕਰੀਏ, ਅੱਜ ਸਾਡੇ ਟੌਪਿਕ ਦਾ ਨਾਮ ਹੈ ਜੀ ਭਾਰਤੀ ਸੰਵਿਧਾਨ ਦਾ ਇਤਿਹਾਸਕ ਪਿਛੋਕੜ। ਭਾਰਤੀ ਸੰਵਿਧਾਨ ਦਾ ਇਤਿਹਾਸਕ ਪਿਛੋਕੜ। ਪਹਿਲਾਂ ਸਾਨੂੰ ਇਹਦੇ ਨਾਮ ਤੋਂ ਹੀ ਸਮਝਣ ਦੀ ਜ਼ਰੂਰਤ ਆ ਕਿ ਅਸੀਂ ਕਲਾਸ ਦੇ ਵਿੱਚ ਕੀ ਪੜਨ ਜਾ ਰਹੇ ਹਾਂ। ਭਾਰਤੀ ਸੰਵਿਧਾਨ ਦਾ ਇਤਿਹਾਸਕ ਪਿਛੋਕੜ ਮਤਲਬ ਹਿਸਟੋਰੀਕਲ ਬੈਕਗ੍ਰਾਉਂਡ ਆਫ ਇੰਡੀਅਨ ਕਨਸਟੀਟਿਊਸ਼ਨ। ਹਿਸਟੋਰੀਕਲ ਬੈਕਗ੍ਰਾਉਂਡ ਆਫ ਇੰਡੀਅਨ ਕਨਸਟੀਟਿਊਸ਼ਨ। ਹੁਣ ਆਪਾਂ ਇੱਕ ਚੀਜ਼ ਸਾਰੇ ਬੱਚੇ ਜਾਣਦੇ ਆ ਕਿ ਜਦੋਂ ਅਸੀਂ ਆਪਣੇ ਦੇਸ਼ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਭਾਰਤ ਦੀ ਗੱਲ ਕਰਦੇ ਹਾਂ, ਤਾਂ ਇੱਕ ਚੀਜ਼ ਸਾਡੇ ਸਾਰਿਆਂ ਦੇ ਦਿਮਾਗ ਦੇ ਵਿੱਚ ਆ ਵੀ ਕੋਈ ਸਮਾਂ ਇਹੋ ਜਿਹਾ ਸੀ ਜਦੋਂ ਅਸੀਂ ਬ੍ਰਿਟਿਸ਼ਰਸ ਦੇ ਅਧੀਨ ਸੀ। ਅਸੀਂ 1947 ਦੇ ਵਿੱਚ ਆਜ਼ਾਦ ਹੋਏ। ਆਜ਼ਾਦੀ ਤੋਂ ਬਾਅਦ ਅਸੀਂ ਆਪਣੇ ਦੇਸ਼ ਦਾ ਸਟਰਕਚਰ ਆਪਣੇ ਤਰੀਕੇ ਨਾਲ ਲਾਗੂ ਕਰਿਆ, ਆਪਣੇ ਤਰੀਕੇ ਨਾਲ ਬਣਾਇਆ, ਆਪਣੇ ਤਰੀਕੇ ਦੇ ਸੰਵਿਧਾਨ ਨੂੰ ਆਪਣੇ ਤਰੀਕੇ ਦੇ ਲੋਕਾਂ ਅਨੁਸਾਰ ਕੀ ਬਣਾਇਆ, ਇੰਪਲੀਮੈਂਟ ਕਰਿਆ। ਸੋ ਉਸ ਤੋਂ ਪਹਿਲਾਂ ਕੀ ਸੀ? ਉਸ ਤੋਂ ਪਹਿਲਾਂ ਸਾਡੇ ਉੱਪਰ ਰਾਜ ਕਰ ਰਹੇ ਸੀ ਬ੍ਰਿਟਿਸ਼ਰਸ, ਇੰਗਲੈਂਡ ਵਾਲੇ। ਉਹਨਾਂ ਨੇ ਆਪਣੇ ਤਰੀਕੇ ਨਾਲ ਆਪਣੇ ਦੇਸ਼ ਨੂੰ ਹੈਂਡਲ ਕਰਿਆ। ਉਹ ਜੋ ਵੀ ਸਾਡੇ ਦੇਸ਼ ਦੇ ਵਿੱਚ ਕਰ ਰਹੇ ਸੀ, ਉਹਨਾਂ ਦਾ ਕਰਨਾ ਆਪਣੇ ਫਾਇਦੇ ਨੂੰ ਲੈ ਕੇ ਸੀ। ਜਿਵੇਂ ਕਿ ਸਾਡੇ ਕੋਲੇ ਬਹੁਤ ਸਾਰੀਆਂ ਉਦਾਹਰਨਾਂ ਨੇ। ਨੀਲ ਵਿਦਰੋਹ ਤੁਸੀਂ ਹਿਸਟਰੀ ਦੇ ਵਿੱਚ ਇੱਕ ਇੰਪੋਰਟੈਂਟ ਕਹਿ ਲਓ ਕਿ ਇੱਕ ਇਨਸੀਡੈਂਟ ਪੜ੍ਹਦੇ ਹੋ। ਉਹ ਆਪਣੇ ਬੈਨੀਫਿਟ ਲਈ ਆਪਣੇ ਲੋਕਾਂ ਤੋਂ, ਕਿਸਾਨਾਂ ਤੋਂ ਜ਼ਬਰਦਸਤੀ ਕੁਝ ਅਜਿਹੀਆਂ ਖੇਤੀਆਂ ਕਰਾਉਂਦੇ ਜਿਨ੍ਹਾਂ ਦਾ ਫਾਇਦਾ ਉਹਨਾਂ ਨੂੰ ਹੁੰਦਾ ਸੀ, ਔਰ ਆਪਣੇ ਲੋਕਾਂ ਦੀ ਜ਼ਮੀਨ ਭੂਮੀ ਜਿਹੜੀ ਉਹ ਡੇ ਬਾਈ ਡੇ ਬੰਜਰ ਹੁੰਦੀ ਜਾ ਰਹੀ ਸੀ। ਇਹ ਉਹਨਾਂ ਨੂੰ ਮੈਟਰ ਨਹੀਂ ਕਰਦਾ ਸੀ। ਸਾਡੇ ਲੋਕਾਂ ਦਾ ਸਰਵਾਈਵਲ ਕਿੰਨਾ ਕੁ ਹੈ, ਸਾਡੇ ਲੋਕ ਕਿੰਨਾ ਕੁ ਸਰਵਾਈਵ ਕਰ ਸਕਦੇ ਨੇ, ਇਹ ਵੀ ਉਹਨਾਂ ਨੂੰ ਮੈਟਰ ਨਹੀਂ ਕਰਦਾ ਸੀ। ਉਹਨਾਂ ਨੇ ਸਿਰਫ ਆਪਣਾ ਬੈਨੀਫਿਟ ਦੇਖ ਕੇ ਜਿਹੜਾ ਹੈ ਪ੍ਰੋਪਰ ਤਰੀਕੇ ਦਾ ਸਿਸਟਮ ਬਣਾ ਰੱਖਿਆ ਸੀ। ਹੁਣ ਉਹਨਾਂ ਦਾ ਸਾਡੇ ਦੇਸ਼ ਦੇ ਵਿੱਚ ਕੱਲਾ ਨੈਗੇਟਿਵ ਆਸਪੈਕਟ ਨਹੀਂ ਹੈਗਾ। ਆਏ ਨਹੀਂ ਵੀ ਬ੍ਰਿਟਿਸ਼ਰਸ ਨੇ ਸਾਡੇ ਦੇਸ਼ ਦੇ ਵਿੱਚ ਕੱਲਾ ਮਾੜੀਆਂ ਚੀਜ਼ਾਂ ਕਰੀਆਂ ਨੇ, ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਸਾਡੇ ਦੇਸ਼ ਦੇ ਵਿੱਚ ਬ੍ਰਿਟਿਸ਼ਰਸ ਲੈ ਕੇ ਆਏ ਨੇ। ਜੋ ਅਸੀਂ ਮਾਡਰਨ, ਜੋ ਅਸੀਂ ਅੱਜ ਦੇ ਜ਼ਮਾਨੇ ਦੇ ਵਿੱਚ ਚੀਜ਼ਾਂ ਪੜ੍ਹ ਰਹੇ ਹਾਂ, ਚਾਹੇ ਪਾਰਲੀਮੈਂਟ ਹੈ, ਚਾਹੇ ਰਾਸ਼ਟਰਪਤੀ ਦਾ ਅਹੁਦਾ ਹੈ, ਚਾਹੇ ਸਾਡੇ ਦੇਸ਼ ਦੇ ਵਿੱਚ ਸਲੇਵਰੀ ਵਰਗੀ ਚੀਜ਼ ਨੂੰ ਖਤਮ ਕੀਤਾ ਗਿਆ, ਚਾਹੇ ਸਾਡੇ ਦੇਸ਼ ਦੇ ਵਿੱਚ ਜੋ ਸਾਡੀਆਂ ਸਮਾਜਿਕ ਕੁਰੀਤੀਆਂ ਸੀ ਉਹਨਾਂ ਨੂੰ ਖਤਮ ਕਰਿਆ ਗਿਆ, ਚਾਹੇ ਸਾਡੇ ਦੇਸ਼ ਦੇ ਵਿੱਚ ਐਜੂਕੇਸ਼ਨ ਨੂੰ ਪ੍ਰਮੋਟ ਕਰਨ ਦੀ ਗੱਲ ਕੀਤੀ ਗਈ ਹੈ, ਚਾਹੇ ਸਾਡੇ ਦੇਸ਼ ਦੇ ਵਿੱਚ ਰੇਲਵੇ ਵਰਗੇ ਵੱਡੇ ਸਟਰਕਚਰ ਨੂੰ ਲਿਆਉਣ ਦੀ ਗੱਲ ਕੀਤੀ ਗਈ ਹੈ, ਤਾਂ ਇਹ ਸਟੂਡੈਂਟਸ ਸਾਨੂੰ ਸਾਰਾ ਕਿਹਦੀ ਦੇਣ ਹੈ? ਬ੍ਰਿਟਿਸ਼ਰਸ ਦੀ ਹੀ ਦੇਣ ਹੈ। ਔਰ ਕਦੇ ਵੀ ਦਿਮਾਗ ਦੇ ਵਿੱਚ ਇਹ ਚੀਜ਼ ਨਹੀਂ ਬਿਠਾਉਣੀ ਕਿ ਅਸੀਂ ਨਾਰਮਲੀ 1946 ਦੇ ਵਿੱਚ ਕੈਬਨਿਟ ਮਿਸ਼ਨ ਪਲਾਨ ਆਇਆ ਜੀ, ਅਸੀਂ ਬੈਠ ਗਏ ਜੀ, ਅਸੀਂ ਸੰਵਿਧਾਨਕ ਸਭਾ ਬਣਾ ਲਈ ਤੇ ਅਸੀਂ ਸੰਵਿਧਾਨ ਬਣਾ ਲਿਆ। ਇਹ ਕੋਈ 2-3 ਸਾਲਾਂ ਦੀ ਗੇਮ ਨਹੀਂ ਸੀ ਸੰਵਿਧਾਨ ਬਣਾਉਣਾ। ਇਹਦੇ ਵਿੱਚ ਲਗਭਗ ਸਾਡਾ ਜਿਹੜਾ ਹਿਸਟੋਰੀਕਲ ਬੈਕਗਰਾਉਂਡ ਹੈ, ਸਾਡੇ ਤੇ ਕਿਹੋ ਜਿਹੇ ਲੋਕ ਰਾਜ ਕਰਕੇ ਗਏ, ਉਹ ਲੋਕਾਂ ਨੇ ਸਾਡੀ ਸੁਸਾਇਟੀ ਦੇ ਵਿੱਚ ਕਾਨੂੰਨ ਨੂੰ ਲੈ ਕੇ ਕੀ ਪ੍ਰਭਾਵ ਛੱਡਿਆ, ਉਹ ਪ੍ਰਭਾਵ ਸਾਡੀ ਆਜ਼ਾਦੀ ਤੋਂ ਬਾਅਦ ਦੇਖਣ ਨੂੰ ਮਿਲਦਾ। ਅੱਜ ਅਸੀਂ ਕਹਿੰਦੇ ਆ ਸਾਡੇ ਦੇਸ਼ ਦੇ ਵਿੱਚ ਕਾਨੂੰਨ ਸੰਸਦ ਬਣਾਉਂਦੀ ਆ, ਪਾਰਲੀਮੈਂਟ ਕਿਵੇਂ ਡਿਵੈਲਪ ਹੋਇਆ, ਇਹ ਚੀਜ਼ਾਂ ਹੁਣ ਤੁਸੀਂ ਇਹਦੇ ਹਿਸਟੋਰੀਕਲ ਬੈਕਗਰਾਉਂਡ ਦੇ ਵਿੱਚੋਂ ਪੜੋਗੇ। ਕਿਵੇਂ ਰਾਸ਼ਟਰਪਤੀ ਦੀ ਆਰਡੀਨੈਂਸ ਪਾਵਰ ਆਈ, ਇਹ ਤੁਸੀਂ ਬੈਕਗਰਾਉਂਡ ਦੇ ਵਿੱਚੋਂ ਪੜੋਗੇ। ਕਿਵੇਂ VOTING ਹੋਣੀ ਸ਼ੁਰੂ ਹੋਈ, ਡਾਇਰੈਕਟ ਤੇ ਇਨਡਾਇਰੈਕਟ ਇਲੈਕਸ਼ਨ ਕਿਵੇਂ ਆਈ। ਜਿਵੇਂ ਅੱਜ ਸਾਡੇ ਦੇਸ਼ ਦੇ ਵਿੱਚ ਵੋਟਾਂ ਪੈਂਦੀਆਂ ਨੇ, 2 ਤਰੀਕੇ ਨਾਲ ਪੈਂਦੀਆਂ ਨੇ, ਡਾਇਰੈਕਟਲੀ ਤੇ ਇਨਡਾਇਰੈਕਟਲੀ। ਇਹਦਾ ਬਰਥ ਕਿੱਥੋਂ ਹੋਇਆ, ਇਹ ਚੀਜ਼ ਇਹਦੀ ਹਿਸਟੋਰੀਕਲ ਬੈਕਗਰਾਉਂਡ ਤੇ ਡਿਪੈਂਡ ਕਰਦੀ ਹੈ। ਸਾਡੇ ਦੇਸ਼ ਦੇ ਵਿੱਚ ਲੋਅਰ ਹਾਊਸ, ਅਪਰ ਹਾਊਸ ਕਿਵੇਂ ਬਣੇ। ਲੋਅਰ ਹਾਊਸ ਤੇ ਅਪਰ ਹਾਊਸ ਜਿਹੜੇ ਕਿ ਅੱਜ ਮਾਡਰਨ ਲੋਕ ਸਭਾ ਤੇ ਰਾਜ ਸਭਾ ਦੇ ਨਾਮ ਨਾਲ ਜਾਣੇ ਜਾਂਦੇ ਨੇ, ਇਹ ਵੀ ਇਹਦੇ ਹਿਸਟੋਰੀਕਲ ਬੈਕਗਰਾਉਂਡ ਤੋਂ ਹੀ ਸਾਨੂੰ ਪਤਾ ਲੱਗਦਾ। ਤੇ ਬਹੁਤ ਸਾਰੀਆਂ ਹੋਰ ਚੀਜ਼ਾਂ ਜਿਹੜੀਆਂ ਕਿ ਸਾਡੇ ਹਿਸਟੋਰੀਕਲ ਬੈਕਗਰਾਉਂਡ ਦੇ ਵਿੱਚੋਂ ਸਾਨੂੰ ਮਿਲੀਆਂ ਹੋਈਆਂ ਨੇ, ਔਰ ਉਹਨਾਂ ਚੀਜ਼ਾਂ ਦੇ ਬੇਸ ਤੇ ਹੀ ਅਸੀਂ ਆਪਣੇ ਦੇਸ਼ ਦਾ ਜਿਹੜਾ ਅੱਜ ਦਾ ਸਟਰਕਚਰ ਹੈ ਉਹ ਰਨ ਕਰ ਰਹੇ ਹਾਂ। ਹੁਣ ਆਪਾਂ ਥੋੜਾ ਜਿਹਾ ਇਤਿਹਾਸ ਦੇ ਪਿਛਲੇ ਟਾਈਮ ਤੇ ਚੱਲਦੇ ਹਾਂ। ਪਿਛਲੇ ਟਾਈਮ ਤੇ ਕਿੱਥੇ ਚੱਲਦੇ ਹਾਂ? ਆਪਾਂ ਚੱਲਦੇ ਹਾਂ ਜਦੋਂ ਸਾਡੇ ਦੇਸ਼ ਦੇ ਵਿੱਚ ਪਹਿਲੀ ਵਾਰੀ ਵਾਸਕੋ ਡੀ ਗਾਮਾ ਆ ਕੇ ਉਤਰਿਆ। 1498 ਦਾ ਟਾਈਮ ਹੈ। ਸਾਡੇ ਦੇਸ਼ ਦੇ ਵਿੱਚ 4 ਲੋਕ ਫੋਰਨਰਸ ਆਏ ਨੇ।
ਪੁਰਤਗਾਲੀ ਆਏ ਨੇ, ਡੱਚ ਆਏ ਨੇ, ਫ੍ਰੈਂਚ ਆਏ ਨੇ ਤੇ ਇੰਗਲਿਸ਼ ਆਏ ਨੇ। ਇੰਗਲਿਸ਼ ਜਿਹਨਾਂ ਨੂੰ ਤੁਸੀਂ ਬ੍ਰਿਟਿਸ਼ਨਸ ਬੋਲ ਦਿੰਦੇ ਹੋ। ਸਭ ਤੋਂ ਪਹਿਲਾਂ ਸਾਡੇ ਦੇਸ਼ ਦੇ ਵਿੱਚ ਸ਼ਾਮਲ ਜਾਂ ਸਾਡੇ ਦੇਸ਼ ਦੇ ਵਿੱਚ ਐਂਟਰ ਹੋਣ ਵਾਲੇ ਬੰਦੇ ਕੌਣ ਸੀ? ਪੁਰਤਗੀ ਸੀਗੇ, ਪੁਰਤਗਾਲੀ ਸੀਗੇ। ਸਭ ਤੋਂ ਪਹਿਲਾਂ ਸਾਡੇ ਦੇਸ਼ ਦੇ ਵਿੱਚ ਆਇਆ ਵਾਸਕੋ ਡੀ ਗਾਮਾ। ਜਦੋਂ ਉਹ ਆ ਕੇ ਉਤਰਿਆ, ਪਹਿਲਾਂ ਲੋਕ ਟਰੈਵਲ ਕਰਦੇ ਸੀ ਵਾਇਆ ਵਾਟਰਵੇਜ਼, ਹਨਾ। ਹੁਣ ਵੀ ਆਪਾਂ ਜ਼ਿਆਦਾਤਰ ਜਿਆਦਾ ਕਹਿ ਲਓ ਕਿ ਜਿਹੜਾ ਆਪਣਾ ਵਪਾਰ ਹੁੰਦਾ, ਇੰਪੋਰਟ ਐਕਸਪੋਰਟ ਹੁੰਦਾ, ਉਹ ਸ਼ਿਪਸ ਦੇ ਥਰੂ ਹੀ ਹੁੰਦਾਗਾ। ਉਦੋਂ ਵੀ ਵਾਸਕੋ ਡੀ ਗਾਮਾ ਆਪਣਾ ਕੋਈ ਭਾਰਤ ਲੱਭਣ ਨਹੀਂ ਆਇਆ ਸੀ। ਉਹ ਘੁੰਮਦਾ 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 ਭਾਰਤ ਦੇ ਵਿੱਚ ਆ ਕੇ ਕੋਚੀਨ ਤੱਟ ਦੇ ਉੱਪਰ ਉਤਰਿਆ। ਜਦੋਂ ਉਹਨੇ ਆ ਕੇ ਦੇਖਿਆ ਵੀ ਇੱਥੇ ਤਾਂ ਸਮਾਨ ਹੀ ਬਹੁਤ ਹੈ, ਸਮਾਨ ਮਤਲਬ ਮਸਾਲੇ, ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਦੁਨੀਆ ਦੇ ਕਿਸੇ ਹਿੱਸੇ 'ਚ ਨਹੀਂ ਹੋ ਰਹੀਆਂ ਸੀ, ਉਹ ਭਾਰਤ ਦੇ ਵਿੱਚ ਹੋ ਰਹੀਆਂ ਸੀ। ਤੇ ਵਾਸਕੋ ਡੀ ਗਾਮਾ ਕਹਿੰਦਾ ਵੀ ਇਹ ਤਾਂ ਕਮਾਲ ਦੀ ਚੀਜ਼ ਹੈ। ਉਹ ਆਪਣੇ ਦੇਸ਼ ਪਰਤਦਾ, ਉੱਥੇ ਜਾ ਕੇ ਦੱਸਦਾ ਵੀ ਫਲਾਨਾ ਫਲਾਨਾ ਸਮੁੰਦਰ ਨਾਲ ਇੱਕ ਛੋਟਾ ਜਿਹਾ ਹਿੱਸਾ ਲੱਗਦਾ। ਛੋਟਾ ਜਿਹਾ ਹਿੱਸਾ ਹੀ ਕਿਹਾ ਜਾਂਦਾ, ਪੂਰੀ ਦੁਨੀਆ ਦੇ ਮੁਕਾਬਲੇ ਜੇ ਦੇਖੀਏ ਵੀ ਉੱਥੇ ਤਾਂ ਬਹੁਤ ਜ਼ਬਰਦਸਤ ਚੀਜ਼ਾਂ ਨੇ। ਜੇ ਆਪਾਂ ਉੱਥੇ ਜਾ ਕੇ ਇਹਨਾਂ ਚੀਜ਼ਾਂ ਨੂੰ ਵਰਤ ਗਏ, ਔਰ ਨਾਲ ਆਪਣੇ ਕੀ ਲੈ ਗਿਆ ਸੀ ਉਹ? ਕਾਲੀਆਂ ਮਿਰਚਾਂ, ਬਲੈਕ ਪੈਪਰ ਲੈ ਗਿਆ। ਉਦੋਂ ਬਾਅਦ ਪੁਰਤਗਾਲੀਆਂ ਨੇ ਆ ਕੇ ਆਪਣੀਆਂ ਫੈਕਟਰੀਆਂ ਲਾਉਣੀਆਂ ਸ਼ੁਰੂ ਹੋ ਕਰਤੀਆਂ। ਫਿਰ ਡੱਚ ਤੇ ਫਰਾਂਸੀਸੀਆਂ ਨੇ ਆ ਕੇ ਆਪਣੀਆਂ ਫੈਕਟਰੀਆਂ ਲਾਉਣੀਆਂ ਸ਼ੁਰੂ ਹੋ ਗਈਆਂ। ਮਤਲਬ ਪੂਰੇ ਦਾ ਪੂਰਾ ਯੂਰਪ ਸੀ ਜਿਹੜਾ, ਪੂਰੇ ਦਾ ਪੂਰਾ ਜਿਹੜਾ ਵੈਸਟਰਨ ਸਾਈਡ ਸੀਗੀ, ਉਹ ਭਾਰਤ ਤੋਂ ਕਾਫੀ ਜ਼ਿਆਦਾ ਇਨਫਲੂਐਂਸ ਹੋਈ। ਆਪਣੇ ਦੇਸ਼ ਤੋਂ ਇੰਨਾ ਇਨਫਲੂਐਂਸ ਹੋਣ ਵਾਲੀ ਗੱਲ ਕਿਹੜੀ ਸੀ? ਆਪਣੇ ਦੇਸ਼ ਦਾ ਲੈਂਡ ਬਹੁਤ ਜ਼ਿਆਦਾ ਪ੍ਰੋਡਕਟਿਵ ਹੈ। ਭਾਰਤ ਦੇ ਵਿੱਚ ਬਹੁਤ ਜ਼ਿਆਦਾ ਜ਼ਮੀਨੀ ਹਿੱਸਾ ਉਪਜਾਊ ਹੈ, ਔਰ ਕਾਫੀ ਹਿੱਸੇ ਤੇ ਆਪਾਂ ਫਸਲ ਉਗਾ ਸਕਦੇ ਹਾਂ, ਜਿਹੜੀ ਕਿ ਇੱਕ ਨੈਚੁਰਲ ਤੌਰ ਤੇ ਬਲੈਸਿੰਗ ਹੈ। ਜਿਹੜਾ ਮੌਸਮ ਹੈ ਉਹ ਇੰਨਾ ਫਰੈਂਡਲੀ ਹੈ। ਦੋ ਚੀਜ਼ਾਂ ਮੇਨ ਫੈਕਟਰ ਹੈ, ਇੱਕ ਆਪਣੀ ਧਰਤੀ ਤੇ ਦੂਜਾ ਆਪਣਾ ਜਲਵਾਯੂ। ਕਿਸੇ ਵੀ ਫਸਲ, ਕਿਸੇ ਵੀ ਤਰੀਕੇ ਦੀ ਐਗਰੀਕਲਚਰ ਸਟਰਕਚਰ ਦੇ ਲਈ ਜਲਵਾਯੂ ਦਾ ਹੋਣਾ ਜ਼ਰੂਰੀ ਹੈ। ਇਹ ਚੀਜ਼ਾਂ ਨੇ ਯੂਰਪੀਅਨ ਕੰਟਰੀਜ਼ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਵੀ ਕਿਤੇ ਨਾ ਕਿਤੇ ਕਮਾਲ ਹੈ। ਇੰਡਸਟਰੀ ਦਾ ਬੇਸ ਕੀ ਹੈ? ਇੰਡਸਟਰੀ ਨੂੰ ਰॉ ਮਟੀਰੀਅਲ ਕਿੱਥੋਂ ਆਉਣਾ ਹੈ? ਐਗਰੀਕਲਚਰ ਸਟਰਕਚਰ ਤੋਂ ਆਉਣਾ ਹੈ। ਚਲੋ ਜੀ, ਬਹੁਤ ਜਾਣੇ ਬੰਦੇ ਪ੍ਰਭਾਵਿਤ ਹੋਏ, ਯੂਰਪੀਅਨ ਪੁਰਤਗਾਲੀ ਵੀ ਪ੍ਰਭਾਵਿਤ ਹੋਏ, ਡੱਚ ਵੀ ਪ੍ਰਭਾਵਿਤ ਹੋਏ, ਫਰਾਂਸੀਸੀ ਵੀ ਪ੍ਰਭਾਵਿਤ ਹੋ ਗਏ, ਤੇ ਇਸ ਪ੍ਰਭਾਵ ਦੇ ਹੇਠ ਬ੍ਰਿਟਿਸ਼ਨਸ ਵੀ ਆ ਗਏ। 1600 ਦੇ ਵਿੱਚ ਲਗਭਗ ਬ੍ਰਿਟਿਸ਼ਨਸ ਦੀ ਐਂਟਰੀ ਹੁੰਦੀ ਹੈ। ਵਿਲੀਅਮ ਹੌਕਿੰਸ ਨਾਂ ਦੇ ਬੰਦੇ ਦਾ ਤੁਸੀਂ ਨਾਮ ਜਾਣਦੇ ਹੋ। ਵਿਲੀਅਮ ਹੌਕਿੰਸ ਪਹਿਲਾ ਇੰਗਲੈਂਡ ਦਾ ਬ੍ਰਿਟਿਸ਼ਨ ਬੰਦਾ ਸੀ ਜਿਹੜਾ ਕਿ ਭਾਰਤ ਦੇ ਵਿੱਚ ਆਇਆ ਕਿਹੜੇ ਦਰਬਾਰ 'ਚ ਸੀ? ਜਹਾਂਗੀਰ। ਮੈਂ ਕੋਈ ਬਹੁਤਾ ਹਿਸਟੋਰੀਕਲ ਬੈਕਗਰਾਉਂਡ ਤੇ ਨਹੀਂ ਜਾਊਂਗੀ, ਮਤਲਬ ਹਿਸਟੋਰੀਕਲ ਹਿਸਟਰੀ ਦੇ ਵਿੱਚ ਨਹੀਂ ਜਾਊਂਗੀ, ਮੈਂ ਜਸਟ ਇਹਨੂੰ ਇੱਕ ਪੋਲੀਟੀਕਲ ਐਸਪੈਕਟ ਤੋਂ ਦੇਖ ਰਹੀ ਹਾਂ। ਹਿਸਟਰੀ, ਹਿਸਟੋਰੀਕਲ ਬੈਕਗਰਾਉਂਡ ਦੇ ਮਤਲਬ ਇਹ ਨਹੀਂ ਵੀ ਆਪਾਂ ਹਿਸਟਰੀ ਪੜਾਂਗੇ। ਹਿਸਟੋਰੀਕਲ ਬੈਕਗਰਾਉਂਡ ਦਾ ਮਤਲਬ ਹਿਸਟਰੀ ਦੇ ਵਿੱਚ ਜੋ ਪੋਲੀਟੀਕਲ ਇਨਸੀਡੈਂਟ ਹੋਏ ਨੇ ਉਹ ਆਪਾਂ ਆਪਣੀ ਕਲਾਸ ਦੇ ਵਿੱਚ ਸਟੱਡੀ ਕਰਨੀ ਹੈ। ਵਿਲੀਅਮ ਹੌਕਿੰਸ ਆ ਗਿਆ ਜੀ ਜਹਾਂਗੀਰ ਤੋਂ ਪਰਮਿਸ਼ਨ ਲਈ। ਜਹਾਂਗੀਰ ਨੇ ਪਹਿਲੀ ਵਾਰੀ ਦਿੱਤਾ ਜਵਾਬ। ਜਹਾਂਗੀਰ ਕਹਿੰਦਾ ਨਾ ਬਈ, ਕਿਉਂਕਿ ਜਹਾਂਗੀਰ ਦੇ ਆਲਰੇਡੀ ਪੁਰਤਗਾਲੀਆਂ ਨਾਲ ਰਿਲੇਸ਼ਨ ਅੱਛੇ ਬਣੇ ਹੋਏ ਸੀ। ਨਾਲੇ ਨਵੇਂ ਬੰਦੇ ਤੇ ਭਰੋਸਾ ਕਰਨਾ ਔਖੀ ਗੱਲ ਹੈ ਜਦੋਂ ਪੁਰਾਣੇ ਬੰਦੇ ਆਲਰੇਡੀ ਸਿਸਟਮ ਮਾਰਕੀਟ ਦੇ ਵਿੱਚ ਬੈਠੇ ਹੋਣ। ਮੁੜ ਗਿਆ। ਉਸ ਤੋਂ ਬਾਅਦ ਫਿਰ ਸਾਨੂੰ ਹੌਲੀ ਹੌਲੀ ਜਿਹੜੇ ਬ੍ਰਿਟਿਸ਼ਨਸ ਨੇ ਉਹਨਾਂ ਨੂੰ ਪਰਮਿਸ਼ਨ ਮਿਲੀ। ਕਾਦੀ ਪਰਮਿਸ਼ਨ ਮਿਲੀ? ਸਾਡੇ ਦੇਸ਼ ਦੇ ਵਿੱਚ ਫੈਕਟਰੀ ਲਾਉਣ ਦੀ। ਇਹ ਆਪਾਂ ਸਾਰੇ ਜਣੇ ਨੇ ਪੜਿਆ ਗਾ, ਤੁਸੀਂ ਹਿਸਟਰੀ ਦੇ ਵਿੱਚ ਪੜੋਗੇ ਵੀ ਭਾਈ ਬ੍ਰਿਟਿਸ਼ਨਸ ਨੇ ਪਹਿਲੀ ਫੈਕਟਰੀ ਮਸੂਲੀਪਟਨਮ, ਸੂਰਤ ਉੱਥੇ ਲਾਈ ਇਹ ਹਨਾ। ਸਾਡੇ ਦੇਸ਼ ਦੇ ਵਿੱਚ ਬ੍ਰਿਟਿਸ਼ਨਸ ਦਾ ਪਹਿਲਾ ਕਦਮ ਉਦੋਂ ਟਿਕਿਆ ਜਦੋਂ ਉਹਨਾਂ ਨੇ ਸਾਡੇ ਦੇਸ਼ ਦੇ ਵਿੱਚ ਆ ਕੇ ਫੈਕਟਰੀ ਲਾ ਲਈ। ਹੁਣ ਕਈ ਵਾਰੀ ਬੱਚਿਆਂ ਨੂੰ ਲੱਗਦਾ ਕੀ ਹੈ ਕਿ ਸਾਡੇ ਦੇਸ਼ ਦੇ ਵਿੱਚ ਜਿਹੜੀ ਉਹ ਪਹਿਲੀ ਵਾਰੀ ਫੈਕਟਰੀ ਲਾਈ ਹੈ ਉਹ ਕਿਹਨਾਂ ਨੇ ਲਾਈ ਹੈ? ਬੱਚਿਆਂ ਨੂੰ ਲੱਗਦਾ ਹੈ ਬ੍ਰਿਟਿਸ਼ਨਸ ਨੇ ਲਾਈ ਹੈ। ਬ੍ਰਿਟਿਸ਼ਨ ਸਾਡੇ ਦੇਸ਼ ਦੇ ਵਿੱਚ ਆਏ ਹੀ ਨਹੀਂ। ਬ੍ਰਿਟਿਸ਼ਨਸ ਤਾਂ ਜਾ ਕੇ 1857 ਦੇ ਵਿਦਰੋਹ ਤੋਂ ਬਾਅਦ ਜਾ ਕੇ ਉਹਨਾਂ ਦੀ ਪਾਵਰ ਜਿਹੜੀ ਹੈਗੀ ਉਹਨਾਂ ਦੇ ਹੱਥ ਦੇ ਵਿੱਚ ਆਈ ਹੈ। ਅਸਲ ਦੇ ਵਿੱਚ 1600 ਦੇ ਵਿੱਚ 1614 ਦਾ ਟਾਈਮ ਹੈ, ਇਦੋਂ ਫੈਕਟਰੀ ਜਿਹੜੀ ਪਰਮਿਸ਼ਨ ਮਿਲੀ ਹੈ ਉਹ ਕਿਹਨੂੰ ਮਿਲੀ ਹੈ? ਈਸਟ ਇੰਡੀਆ ਕੰਪਨੀ ਨੂੰ ਮਿਲੀ ਹੈ। ਇਹ ਸਾਰਿਆਂ ਨੇ ਦਿਮਾਗ ਦੇ ਵਿੱਚ ਗੱਲ ਰੱਖਣੀ ਹੈ। ਉਦੋਂ ਬ੍ਰਿਟਿਸ਼ਨਸ ਐਂਟਰ ਨਹੀਂ ਕਰ ਰਹੇ ਭਾਰਤ ਦੇ ਵਿੱਚ, ਕੌਣ ਐਂਟਰ ਕਰ ਰਿਹਾ ਹੈ? ਈਸਟ ਇੰਡੀਆ ਕੰਪਨੀ। ਹੁਣ ਇਹ ਈਸਟ ਇੰਡੀਆ ਕੰਪਨੀ ਦਾ ਕੀ ਚੱਕਰ ਹੈ? ਤੁਸੀਂ ਅੱਜ ਤੱਕ ਬ੍ਰਿਟਿਸ਼ਨਸ ਤੇ ਈਸਟ ਇੰਡੀਆ ਕੰਪਨੀ ਨੂੰ ਇੱਕੋ ਸਮਝਦੇ ਆਏ ਹੋ, ਪਰ ਇਹ ਚੀਜ਼ ਇੱਕੋ ਨਹੀਂ ਹੈ। ਇਹਨੂੰ ਆਪਾਂ ਦੋ ਸੈਪਰੇਟ ਤਰੀਕੇ ਨਾਲ ਦੇਖਣਾ, ਤੇ ਅੱਜ ਦੀ ਕਲਾਸ ਦੇ ਵਿੱਚ ਉਹ ਤਰੀਕਾ, ਉਹ ਸੈਪਰੇਸ਼ਨ ਤੁਸੀਂ ਦੇਖ ਪਾਓਗੇ। ਹੁਣ ਈਸਟ ਇੰਡੀਆ ਕੰਪਨੀ ਕੀ ਹੈ? ਇੱਕ ਵਪਾਰੀ ਵਰਗ ਆ, ਇੰਗਲੈਂਡ ਦੇ ਵਿੱਚੋਂ ਇੱਕ ਵਪਾਰੀ ਵਰਗ ਹੈ ਜਿਹਨੇ ਕਿ ਭਾਰਤ ਦੇ ਵਿੱਚ ਫੈਕਟਰੀ ਲਾਉਣ ਵਾਸਤੇ ਆਪਣੇ ਦੇਸ਼ ਤੋਂ ਪਰਮਿਸ਼ਨ ਲਈ ਤੇ ਆਪਣੇ ਦੇਸ਼ ਦੇ ਵਿੱਚ ਆ ਗਏ। ਜਿਵੇਂ ਨਾਰਮਲੀ ਹੁਣ ਆਪਾਂ ਗੱਲ ਕਰੀਏ ਵੀ ਆਪਾਂ 20 ਜਣੇ ਇਕੱਠੇ ਹੋ ਜਾਂਦੇ ਆ, ਆਪਣਾ ਵਧੀਆ ਬਿਜ਼ਨਸ ਚੱਲਦਾ ਤੇ ਆਪਾਂ ਕਹਿੰਦੇ ਵੀ ਯਾਰ ਆਪਾਂ ਅਮਰੀਕਾ ਜਾ ਕੇ ਫੈਕਟਰੀ ਲਾਵਾਂਗੇ, ਆਪਾਂ ਆਪਣੀ ਇੰਡਸਟਰੀ ਅਮਰੀਕਾ ਜਾ ਕੇ ਡਿਵੈਲਪ ਕਰਾਂਗੇ। ਸਾਨੂੰ ਸਾਡੇ ਦੇਸ਼ ਤੋਂ ਤਾਂ ਪਰਮਿਸ਼ਨ ਲੈਣੀ ਪਊਗੀ। ਜਦੋਂ ਤੁਸੀਂ ਦੇਸ਼ ਦੇ ਵਿੱਚ ਕੁਝ ਕਰਨਾ
ਤਾਂ ਕੋਈ ਚੱਕਰ ਨਹੀਂ। ਜਦੋਂ ਤੁਸੀਂ ਇੱਕ ਦੇਸ਼ ਤੋਂ ਬਾਹਰ ਨਿਕਲ ਕੇ ਦੂਜੇ ਦੇਸ਼ ਨਾਲ ਕੋਈ ਸਿਸਟਮ ਬਣਾਉਣਾ ਹੈ ਤਾਂ ਤੁਹਾਡੇ ਤੋਂ ਉਸ ਦੇਸ਼ ਦੀ ਪਾਰਟਿਕੂਲਰ ਗਵਰਨਮੈਂਟ ਤੋਂ ਪਰਮਿਸ਼ਨ ਲੈਣੀ ਹੀ ਲੈਣੀ ਪਊਗੀ। ਤਾਂ ਬਸ ਫਿਰ ਕਹਾਣੀ ਇਹ ਬਣੀ ਵੀ ਈਸਟ ਇੰਡੀਆ ਕੰਪਨੀ ਦੇ ਵਿੱਚ ਕੁਝ ਕੁ ਵਪਾਰੀ ਇਕੱਠੇ ਹੋ ਕੇ ਬ੍ਰਿਟਿਸ਼ ਗਵਰਨਮੈਂਟ ਤੋਂ ਇੰਗਲੈਂਡ ਦੀ ਸਰਕਾਰ ਤੋਂ ਪਰਮਿਸ਼ਨ ਲੈ ਕੇ ਆਉਂਦੇ ਨੇ ਵੀ ਜੀ ਸਾਡਾ ਫਲਾਨਾ ਫਲਾਨਾ ਪ੍ਰੋਜੈਕਟ ਹੈ ਤੇ ਅਸੀਂ ਜਾ ਕੇ ਭਾਰਤ ਦੇ ਵਿੱਚ ਫੈਕਟਰੀ ਲਾਉਣਾ ਚਾਹੁੰਦੇ ਆ। ਤਾਂ ਬਸ ਫਿਰ ਬ੍ਰਿਟਿਸ਼ ਗਵਰਨਮੈਂਟ ਕੀ ਕਰ ਦਿੰਦੀ ਹੈ, ਸਾਈਨ ਕਰ ਦਿੰਦੀ ਹੈ, ਰਾਣੀ ਦਾ ਫਰਮਾਨ ਜਾਰੀ ਹੁੰਦਾ ਵੀ ਤੁਸੀਂ ਭਾਈ ਤੁਹਾਨੂੰ ਅਲਾਉਡ ਆ, ਤੁਸੀਂ ਈਸਟ ਇੰਡੀਆ ਕੰਪਨੀ ਜਾਂ ਆਪਾਂ ਕਹਿ ਲਈਏ ਕਿ ਤੁਸੀਂ ਭਾਰਤ ਦੇ ਵਿੱਚ ਜਾ ਕੇ ਆਪਣੀ ਕੰਪਨੀ ਹੈ ਜਿਹੜੀ ਉਹ ਲਗਾ ਸਕਦੇ ਹੋ, ਆਪਣੀ ਫੈਕਟਰੀ ਹੈ ਜਿਹੜੀ ਉਹ ਲਗਾ ਸਕਦੇ ਹੋ। ਤਾਂ ਹੁਣ ਆਪਣੇ ਦੇਸ਼ ਦੇ ਵਿੱਚ ਪਹਿਲੀ ਫੈਕਟਰੀ ਬ੍ਰਿਟਿਸ਼ਨਸ ਨਹੀਂ ਲਾ ਰਹੇ, ਪਹਿਲੀ ਫੈਕਟਰੀ ਕੌਣ ਲਾ ਰਿਹਾ ਹੈ? ਈਸਟ ਇੰਡੀਆ ਕੰਪਨੀ ਲਗਾ ਰਹੀ ਹੈ। ਹੌਲੀ ਹੌਲੀ ਈਸਟ ਇੰਡੀਆ ਕੰਪਨੀ ਜਦੋਂ ਹੀ ਭਾਰਤ ਦੇ ਵਿੱਚ ਆਉਂਦੀ ਹੈ ਤਾਂ ਇਹਦਾ ਐਡਾ ਕੁ ਜ਼ਬਰਦਸਤ ਪ੍ਰਭਾਵ ਰਹਿੰਦਾ ਹੈਗਾ ਵੀ ਇਸ ਪ੍ਰਭਾਵ ਨੂੰ ਆਪਾਂ ਆਖਰ ਤੱਕ ਇਹ ਦੇਖਿਆ ਵੀ ਸਾਰੀ ਪਾਵਰ ਈਸਟ ਇੰਡੀਆ ਕੰਪਨੀ ਕੋਲੇ ਟ੍ਰਾਂਸਫਰ ਹੋ ਜਾਂਦੀ ਹੈ। ਮਤਲਬ ਸਾਡੇ ਵੱਡੇ ਵੱਡੇ ਮੁਗਲ ਬਾਦਸ਼ਾਹ, ਵੱਡੀਆਂ ਵੱਡੀਆਂ ਪਾਵਰਸ ਜਿਹੜੀਆਂ ਸਾਡੇ ਲੋਕਲ ਲੈਵਲ ਤੇ ਸਾਨੂੰ ਰਾਜ ਕਰ ਰਹੀਆਂ ਨੇ ਉਹ ਫੇਲ ਹੋ ਜਾਂਦੀਆਂ ਨੇ। ਈਸਟ ਇੰਡੀਆ ਕੰਪਨੀ ਆਪਣਾ ਐਡਾ ਜ਼ਬਰਦਸਤ ਪੈਰ ਜਮਾ ਲੈਂਦੀ ਹੈ। ਦੋ ਘਟਨਾਵਾਂ ਆਖਰ ਤੇ, ਹੁਣ ਆਪਾਂ ਇਹ ਟਾਈਮ ਪੀਰੀਅਡ ਨਹੀਂ ਪੜਨਾ ਵੀ ਕਿਹੜੀ ਘਟਨਾ ਕਦੋਂ ਹੋਈ, ਇਹ ਥੋੜਾ ਹਿਸਟਰੀ ਆ। ਦੋ ਘਟਨਾਵਾਂ ਜਿਹੜੀਆਂ ਈਸਟ ਇੰਡੀਆ ਕੰਪਨੀ ਦੇ ਫੇਵਰ ਦੇ ਵਿੱਚ ਜ਼ਬਰਦਸਤ ਭੁਗਤਦੀਆਂ ਨੇ। ਸਭ ਤੋਂ ਪਹਿਲੀ ਘਟਨਾ ਪਲਾਸੀ ਦੀ ਲੜਾਈ। ਪਲਾਸੀ ਦੀ ਲੜਾਈ ਕਦੋਂ ਹੁੰਦੀ ਆ? 1757 ਦੇ ਵਿੱਚ ਸਾਡੇ ਕੀ ਹੁੰਦੀ ਹੈ ਜੀ? ਪਲਾਸੀ ਦੀ ਲੜਾਈ ਹੁੰਦੀ ਹੈ। ਠੀਕ ਹੈ, ਜੇ ਮੈਂ ਗਲਤ ਬੋਲਿਆ 1757 ਤਾਂ ਇਹਨੂੰ ਧਿਆਨ ਨਾਲ ਇਹਦੀ ਡੇਟ ਚੈੱਕ ਕਰ ਲਿਓ। 1757 ਦੇ ਵਿੱਚ ਪਲਾਸੀ ਦੀ ਲੜਾਈ ਹੁੰਦੀ ਹੈ। ਪਲਾਸੀ ਦੀ ਲੜਾਈ ਇੱਕ ਜ਼ਬਰਦਸਤ ਮੂਵ ਸੀ ਜਿਹਦੇ ਤਹਿਤ ਪਾਵਰ ਮੁਗਲ ਬਾਦਸ਼ਾਹ ਜਾਂ ਜਿੰਨੇ ਵੀ ਬੰਗਾਲ ਦੇ ਨਵਾਬ ਨਵੂਬ ਸੀਗੇ ਸਾਰਿਆਂ ਦੀ ਇਕੱਠੀ ਹੋ ਕੇ ਪਾਵਰ ਕਿਹਦੇ ਕੋਲੇ ਆ ਗਈ? ਈਸਟ ਇੰਡੀਆ ਕੰਪਨੀ ਕੋਲੇ ਆ ਗਈ। ਪਲਾਸੀ ਦੀ ਲੜਾਈ ਇੱਕ ਵੱਡਾ ਮੋੜ ਸੀ ਈਸਟ ਇੰਡੀਆ ਕੰਪਨੀ ਦੇ ਲਈ ਕਿ ਉਹ ਪ੍ਰੋਪਰ ਤਰੀਕੇ ਨਾਲ ਭਾਰਤ ਦੇ ਜਿਹੜਾ ਲੋਕਲ ਮਾਰਕੀਟ ਸੀ ਉਹਦੇ ਵਿੱਚ ਵੜ ਗਈ। ਮਤਲਬ ਇਹਨਾਂ ਦੇ ਵਿਰੁੱਧ ਕੋਈ ਪਾਰਟੀ ਰਹੀ ਨਹੀਂ। ਸਾਨੂੰ ਇਹ ਚੀਜ਼ ਪਤਾ ਵੀ ਈਸਟ ਇੰਡੀਆ ਕੰਪਨੀ ਨੇ ਪੁਰਤਗਾਲੀ, ਫ੍ਰੈਂਚ ਤੇ ਡੱਚ ਤੱਕ ਕਦੋਂ ਦੇ ਭਜਾਤੇ। ਹੁਣ ਇਹਨਾਂ ਲਈ ਸਭ ਤੋਂ ਵੱਡਾ ਚੈਲੰਜ ਕੀ ਸੀਗਾ? ਭਾਰਤ ਦੇ ਵਿੱਚ ਵੜਨਾ। ਜਦੋਂ ਇਹਨਾਂ ਨੇ 1757 ਦੇ ਵਿੱਚ ਪਲਾਸੀ ਦੀ ਲੜਾਈ ਤੋਂ ਬਾਅਦ ਭਾਰਤ ਦੇ ਵਿੱਚ ਪੈਰ ਲਾ ਲਏ ਤਾਂ ਈਸਟ ਇੰਡੀਆ ਕੰਪਨੀ ਸੀ ਇਹ ਵਪਾਰ ਕਰਨ ਤੋਂ ਉੱਤੇ ਵਾਲੀ ਗੱਲ ਸੋਚਣ ਲੱਗ ਗਈ। ਹੁਣ ਇੱਥੇ ਆ ਕੇ ਇਹਨਾਂ ਦਾ ਪਰਪਸ ਸਿਰਫ ਵਪਾਰ ਕਰਨਾ ਨਹੀਂ ਸੀ, ਇੱਥੇ ਆ ਕੇ ਇਹਨਾਂ ਦਾ ਪਰਪਸ ਸੀ ਜਿਹੜਾ ਉਹ ਰਾਜ ਕਰਨਾ ਬਣ ਗਿਆ। ਉਹਨੇ ਗੱਲ ਹੀ ਥੋੜੀ ਹੈ, ਮਤਲਬ ਬੰਦੇ ਘੈਂਟ ਨੇ ਤਾਂ ਕੋਈ ਰੋਕਣ ਵਾਲੀ ਨਹੀਂ ਹੈਗਾ ਸਾਨੂੰ। ਇਸ ਪਰਪਸ ਨੂੰ ਲੈ ਕੇ ਜੇ ਆਪਾਂ ਗੱਲ ਕਰੀਏ ਜਿਹੜੀ ਈਸਟ ਇੰਡੀਆ ਕੰਪਨੀ ਆ ਉਹ ਹੋਰ ਕੌਨਫੀਡੈਂਟ ਹੋਊਗੀ। ਜਦੋਂ ਹੀ ਪਲਾਸੀ ਦੀ ਲੜਾਈ ਤੋਂ ਬਾਅਦ ਜਿਹੜੀ ਵੀ ਥੋੜੀ ਮੋਟੀ ਕਸਰ ਬਚੀ ਸੀ ਉਹ ਨਿਕਲ ਗਈ 1764 ਦੇ ਵਿੱਚ ਜਦੋਂ ਸਟੂਡੈਂਟਸ ਹੁੰਦੀ ਹੈ ਬਕਸਰ ਦੀ ਲੜਾਈ। ਬਕਸਰ ਦੀ ਲੜਾਈ ਤਾਂ ਇੱਕ ਜ਼ਬਰਦਸਤ ਇਦੋਂ ਵੀ ਵੱਡਾ ਮੂਵ ਸੀ। ਪਲਾਸੀ ਕੋਲੇ, ਪਲਾਸੀ ਦੀ ਲੜਾਈ ਤੋਂ ਬਾਅਦ ਭਾਰਤੀ ਮੁਗਲ ਬਾਦਸ਼ਾਹ ਕੋਲੇ, ਬੰਗਾਲ ਦੇ ਗਵਰਨਰ ਕੋਲੇ ਜੋ ਵੀ ਮਾੜੇ ਮੋਟੇ ਰਾਈਟ ਰਹਿ ਗਏ ਸੀ ਉਹ ਸਾਰੇ ਦੇ ਸਾਰੇ ਕਿਹਦੇ ਵਿੱਚ ਵਾਸ਼ ਆਊਟ ਕਰ ਦਿੱਤੇ ਗਏ? ਬਕਸਰ ਦੀ ਲੜਾਈ ਦੇ ਵਿੱਚ ਧੋ ਕੇ ਰੱਖਤੇ। ਬਕਸਰ ਦੀ ਲੜਾਈ ਇੱਕ ਜ਼ਬਰਦਸਤ ਤਰੀਕੇ ਦਾ ਹੋਲਡ ਸੀ ਭਾਰਤ ਦੇ ਉੱਪਰ। ਕਿਹਦੇ ਵੱਲੋਂ? ਈਸਟ ਇੰਡੀਆ ਕੰਪਨੀ ਵੱਲੋਂ। ਬ੍ਰਿਟਿਸ਼ਨਸ ਨਹੀਂ ਆ ਰਹੇ ਸੀ, ਬ੍ਰਿਟਿਸ਼ਨ ਥੋੜਾ ਲੜੇ ਨੇ ਪਲਾਸੀ ਦੀ ਲੜਾਈ, ਈਸਟ ਇੰਡੀਆ ਕੰਪਨੀ ਲੜੀ ਆ ਪਲਾਸੀ ਦੀ ਲੜਾਈ। ਈਸਟ ਇੰਡੀਆ ਕੰਪਨੀ ਲੜੀ ਆ ਬਕਸਰ ਦੀ ਲੜਾਈ। ਬਕਸਰ ਦੀ ਲੜਾਈ ਤੋਂ ਬਾਅਦ 1764 ਤੋਂ ਬਾਅਦ ਇੱਕ ਸੰਧੀ ਹੁੰਦੀ ਹੈ, ਇੱਕ ਟ੍ਰੀਟੀ ਹੁੰਦੀ ਹੈ। 1765 ਦੀ ਜਿਹੜੀ ਇਹ ਸੰਧੀ ਹੁੰਦੀ ਹੈ ਨਾ, ਇਹਨੇ ਈਸਟ ਇੰਡੀਆ ਕੰਪਨੀ ਦੇ ਦਿਨ ਬਦਲ ਕੇ ਰੱਖਤੇ। ਜਿਹੜੀ 1765 ਦੇ ਵਿੱਚ 1764 ਤੋਂ ਬਾਅਦ ਸੰਧੀ ਹੁੰਦੀ ਹੈ ਇਹਨੇ ਦਿਨ ਕਿਵੇਂ ਬਦਲਤੇ? ਇਹ ਤੋਂ ਬਾਅਦ ਈਸਟ ਇੰਡੀਆ ਕੰਪਨੀ ਕੋਲੇ ਸਾਰੇ ਦੇ ਸਾਰੇ ਦੀਵਾਨੀ ਅਧਿਕਾਰ ਆ ਗਏ। ਇਹ ਬਹੁਤ ਇੰਪੋਰਟੈਂਟ ਪੁਆਇੰਟ ਹੈ। ਜਿਹੜੀ ਸਾਡੀ 1765 ਦੀ ਸੰਧੀ ਹੈ ਜੋ ਕਿ ਬਕਸਰ ਦੀ ਲੜਾਈ ਤੋਂ ਬਾਅਦ ਹੋਈ ਹੈ। ਬਕਸਰ ਦੀ ਲੜਾਈ ਤੋਂ ਬਾਅਦ ਭਾਰਤ ਦੇ ਵਿੱਚ ਕੋਈ ਸ਼ਾਸਕ ਨਹੀਂ ਜਿਹੜਾ ਭਾਰਤ ਨੂੰ ਰਾਜ ਕਰ ਸਕੇ। ਇੱਕੋ ਪਾਵਰ ਬਚੀ ਹੈ, ਜਿਹੜੇ ਖੁੱਲੇ ਖੇਡ ਰਹੇ ਨੇ ਉਹ ਕੌਣ ਹੈ ਜੀ? ਈਸਟ ਇੰਡੀਆ ਕੰਪਨੀ। ਤੋ ਜਿਵੇਂ ਇਹਨਾਂ ਕੋਲੇ ਦੀਵਾਨੀ ਅਧਿਕਾਰ ਆਉਂਦੇ ਨੇ, ਕਾਦੇ ਦੀਵਾਨੀ ਅਧਿਕਾਰ ਆਉਂਦੇ ਨੇ ਇਹਦੇ ਕੋਲੇ ਜੀ? ਬੰਗਾਲ, ਬਿਹਾਰ ਤੇ ਉੜੀਸਾ ਜਿਹੜਾ ਗਾੜਾ, ਕਿਹੜੇ ਕਿਹੜੇ ਸਟੇਟਸ ਦੇ? ਬੰਗਾਲ ਹੋ ਗਿਆ, ਬਿਹਾਰ ਹੋ ਗਿਆ, ਉੜੀਸਾ ਹੋ ਗਿਆ। ਦੀਵਾਨੀ ਅਧਿਕਾਰਾਂ ਤੋਂ ਕੀ ਭਾਵ ਹੈ? ਦੀਵਾਨੀ ਅਧਿਕਾਰਾਂ ਤੋਂ ਭਾਵ ਹੈ ਵੀ ਬੰਗਾਲ ਚੋਂ ਤੇ ਬਿਹਾਰ ਚੋਂ ਤੇ ਉੜੀਸਾ ਦੇ ਵਿੱਚੋਂ ਜਿੰਨਾ ਵੀ ਟੈਕਸ ਕਲੈਕਸ਼ਨ ਦੀ ਪਾਵਰ ਹੈ ਉਹ ਸਾਰੀ ਕਿਹਦੇ ਕੋਲੇ ਚਲੀ ਗਈ? ਈਸਟ ਇੰਡੀਆ ਕੰਪਨੀ ਕੋਲੇ ਚਲੀ ਗਈ। ਇੱਕ ਵੱਡੀ ਗੱਲ ਸੀ, ਪੈਸਾ ਡਾਇਰੈਕਟ ਲੋਕਾਂ ਤੋਂ ਇਹ ਫੜਨ ਲੱਗ ਗਏ।
ਕਿੱਥੇ ਤਾਂ ਸਾਡੇ ਦੇਸ਼ ਦੇ ਵਿੱਚ ਮੁਗਲ ਬਾਦਸ਼ਾਹ ਦਾ ਰਾਜ ਹੈ, ਕਿੱਥੇ ਤਾਂ ਸਾਡੇ ਦੇਸ਼ ਦੇ ਵਿੱਚ ਮੁਗਲ ਪਾਵਰਫੁਲ ਨੇ। ਟੈਕਸ ਕਲੈਕਸ਼ਨ ਦੀ ਪਾਵਰ 1765 ਦੀ ਸੰਧੀ ਤੋਂ ਬਾਅਦ, ਜੋ ਕਿ ਬਕਸਰ ਦੀ ਲੜਾਈ ਦਾ ਸਿੱਟਾ ਸੀ, ਇਹ ਪਾਵਰ ਕਿਹਦੇ ਕੋਲੇ ਆ ਚੁੱਕੀ ਹੈ? ਈਸਟ ਇੰਡੀਆ ਕੰਪਨੀ ਕੋਲੇ ਆ ਚੁੱਕੀ ਹੈ। ਤੇ ਬਸ ਇੰਨੀ ਕੁ ਦੇਰ ਸੀ ਜਦੋਂ ਈਸਟ ਇੰਡੀਆ ਕੰਪਨੀ ਇੱਕ ਜ਼ਬਰਦਸਤ ਪਾਵਰ ਹੋ ਕੇ ਨਿਬੜੀ ਹੈ। ਹੁਣ ਇਸ ਤੋਂ ਬਾਅਦ ਹੁੰਦਾ ਕੀ ਹੈ? 1765 ਦੇ ਵਿੱਚ ਈਸਟ ਇੰਡੀਆ ਕੰਪਨੀ ਦੇ ਇਹ ਵਾਲੇ ਰਾਈਟ ਨੂੰ ਦੇਖ ਕੇ ਸਭ ਤੋਂ ਵੱਧ ਕੌਨਸ਼ੀਅਸ ਕੌਣ ਹੁੰਦੇ ਨੇ? ਜਿਹੜੇ ਇੰਗਲੈਂਡ ਦੇ ਵਿੱਚ ਬ੍ਰਿਟਿਸ਼ ਬੈਠੇ ਨੇ। ਜਿਹੜੀ ਇੰਗਲੈਂਡ ਦੀ ਸਰਕਾਰ ਹੈ, ਜਿਹੜੀ ਕੌਣ ਹੈ? ਇੰਗਲੈਂਡ ਦੀ ਗਵਰਨਮੈਂਟ ਹੈ, ਬ੍ਰਿਟਿਸ਼ਨ ਗਵਰਨਮੈਂਟ ਹੈ, ਉਹ ਸਭ ਤੋਂ ਵੱਧ ਇਸ ਚੀਜ਼ ਤੋਂ ਸ਼ੌਕ ਹੁੰਦੇ ਨੇ ਵੀ ਲੈ ਯਾਰ ਅਸੀਂ ਆਪਣੇ ਦੇਸ਼ ਦੇ ਬੰਦੇ ਭੇਜੇ, ਅਸੀਂ ਪਰਮਿਸ਼ਨ ਦਿੱਤੀ ਤੇ ਬੰਦੇ ਮਤਲਬ ਮਿੰਟੋ ਮਿੰਟੀ ਐਡੇ ਦੇਸ਼ ਦੇ ਉੱਪਰ ਰਾਜ ਕਰੀ ਜਾਂਦੇ ਨੇ, ਐਡੇ ਦੇਸ਼ ਦੀ ਪਾਵਰ ਇਹ ਆਪਣੇ ਹਥਿਆਉਣ 'ਚ ਲੱਗੇ ਹੋਏ ਨੇ। ਬਸ ਫਿਰ ਇਹਨਾਂ ਦੇ ਮਨ 'ਚ ਬੇਈਮਾਨੀ ਆ ਜਾਂਦੀ ਹੈ ਵੀ ਲਓ ਜੀ ਹੁਣ ਕਿਹਨੂੰ ਟਾਰਗੇਟ ਕਰਦੇ ਆ? ਈਸਟ ਇੰਡੀਆ ਕੰਪਨੀ ਨੂੰ। ਕਿਉਂ ਇਹਨਾਂ ਦੇ ਮਨ 'ਚ ਇਹ ਚੀਜ਼ ਆਉਂਦੀ ਹੈ? ਕਿਉਂਕਿ ਬਹੁਤ ਪੈਸਾ ਭਾਰਤ ਦੇ ਵਿੱਚ, ਮਤਲਬ ਇੰਨੀ ਕੁ ਮਨੀ ਹੈ, ਇੰਨਾ ਕੁ ਪੈਸਾ, ਇੰਨੇ ਕੁ ਰਿਸੋਰਸਸ ਨੇ, ਇੰਨੇ ਕੁ ਰॉ ਮਟੀਰੀਅਲ ਨੇ ਕਿ ਆਪਾਂ ਇਸ ਚੀਜ਼ ਤੋਂ ਮੁੱਕਰ ਹੀ ਨਹੀਂ ਸਕਦੇ ਕਿ ਵੀ ਇੰਡੀਆ ਦਾ ਇੱਕ ਵੱਡਾ ਪਾਰਟਿਸਿਪੇਸ਼ਨ ਰਹੇਗਾ ਜੇ ਆਪਾਂ ਇੰਗਲੈਂਡ ਦੇ ਇੰਡਸਟਰੀਅਲ ਸਿਸਟਮ ਨੂੰ ਦੇਖੀਏ। ਕਿਉਂਕਿ ਉਸ ਸਮੇਂ ਤੇ ਨਾ ਇੰਡਸਟਰੀਅਲ ਰੈਵੋਲੂਸ਼ਨ ਆਊਗੀ ਇੰਗਲੈਂਡ ਦੇ ਵਿੱਚ, ਉਹਦੇ ਕਰਕੇ ਸਾਰਾ ਰॉ ਮਟੀਰੀਅਲ, ਸਾਰਾ ਪੈਸਾ ਉੱਥੇ ਜਾ ਰਿਹਾ ਸੀ। ਹੁਣ ਇਹ ਈਸਟ ਇੰਡੀਆ ਕੰਪਨੀ ਦੀ ਚੜ੍ਹਾਈ ਦੇਖ ਕੇ ਬ੍ਰਿਟਿਸ਼ਨ ਗਵਰਨਮੈਂਟ ਕਹਿੰਦੀ ਵੀ ਤੁਸੀਂ ਕੱਲਿਆਂ ਨੇ ਥੋੜਾ ਖਾਣਾ, ਭੇਜਿਆ ਤਾਂ ਅਸੀਂ ਆ ਤੁਹਾਨੂੰ, ਪਰਮਿਸ਼ਨ ਤਾਂ ਤੁਹਾਨੂੰ ਅਸੀਂ ਦਿੱਤੀ ਆ, ਸਾਡੀ ਪਰਮਿਸ਼ਨ ਤੋਂ ਬਾਅਦ ਤੁਹਾਡੇ ਕੋਲ ਐਡੀ ਪਾਵਰ ਆਈ ਆ ਵੀ ਤੁਸੀਂ ਜਾ ਕੇ ਇੰਡੀਆ ਦੇ ਸਿਸਟਮ ਨੂੰ ਕੰਟਰੋਲ ਕਰ ਰਹੇ ਹੋ। ਤਾਂ ਬ੍ਰਿਟਿਸ਼ ਗਵਰਨਮੈਂਟ ਸੋਚਦੀ ਆ ਵੀ ਆਪਾਂ ਨੂੰ ਜਿਹੜੀ ਈਸਟ ਇੰਡੀਆ ਕੰਪਨੀ ਹੈ ਉਹਦੇ ਪਾਵਰ ਨੂੰ ਰੈਗੂਲੇਟ ਕਰਨਾ ਪਊਗਾ। ਰੈਗੂਲੇਟ ਮਤਲਬ ਕੰਟਰੋਲ ਕਰਨਾ ਪਊਗਾ, ਮਤਲਬ ਵੀ ਇਹ ਹੁਣ ਚਾਂਬਲਣਗੇ ਹਨਾ। ਜਿਵੇਂ ਹੁਣ ਫॉर एग्जांपल ਕਿਸੇ ਬੰਦੇ ਨੇ ਜੜਾ ਲਾਈਆਂ ਹੁਣ ਤੇ ਦੂਜਾ ਬੰਦਾ ਜਿਹੜਾ ਬਿਨਾਂ ਗੱਲ ਤੋਂ ਆ ਕੇ ਫ੍ਰੀ ਦੀਆਂ ਖਾ ਲੇ, ਜਦ ਕਿ ਮਿਹਨਤ ਜ਼ਰੂਰ ਈਸਟ ਇੰਡੀਆ ਕੰਪਨੀ ਦੀ ਹੀ ਸੀ। ਆਏ ਨਹੀਂ ਵੀ ਇਹ ਜੜਾ ਕੋਈ ਐਵੇਂ ਲੱਗ ਗਈਆਂ। 1600 ਤੋਂ ਲੈ ਕੇ 1775 ਤੱਕ, 1765 ਤੱਕ ਪੌਣੇ 200 ਸਾਲ ਦਾ ਟਾਈਮ ਹੈ। ਪੌਣੇ 200 ਸਾਲ ਦਾ ਸਟਰਗਲ ਸੀ ਈਸਟ ਇੰਡੀਆ ਕੰਪਨੀ ਦਾ। ਬਹੁਤ ਜ਼ਿਆਦਾ ਸਟਰਗਲ ਤੋਂ ਬਾਅਦ ਆ ਚੀਜ਼ਾਂ ਨੇ ਜਿਹੜੀਆਂ ਉਹਦੇ ਅਧਿਕਾਰ ਹੇਠ ਆਈਆਂ, ਪਰ ਡੈਫੀਨੇਟਲੀ ਬ੍ਰਿਟਿਸ਼ ਗਵਰਨਮੈਂਟ ਨੂੰ ਇਹ ਚੀਜ਼ ਹਜਮ ਨਹੀਂ ਹੋਈ। ਤੇ ਇਸ ਹਾਜ਼ਮੇ ਤੋਂ ਬਾਅਦ ਜਾਂ ਇਸ ਗੱਲ ਤੋਂ ਬਾਅਦ ਇੱਕ ਜ਼ਬਰਦਸਤ ਕਨਸੈਪਟ ਸਾਡੇ ਦੇਸ਼ ਦੇ ਵਿੱਚ ਲਿਆਂਦਾ ਜਾਂਦਾ ਹੈ। ਹੁਣ ਕੀ ਕੰਮ ਹੈ? ਹੁਣ ਬ੍ਰਿਟਿਸ਼ਨਸ ਨੇ ਜਿਹੜੇ ਉਹ ਈਸਟ ਇੰਡੀਆ ਕੰਪਨੀ ਦੀ ਪਾਵਰ ਨੂੰ ਕੀ ਕਰਨ ਲੱਗ ਗਏ? ਖਤਮ ਕਰਨ ਲੱਗ ਗਏ। ਉਹਨਾਂ ਨੇ ਕਿਹਾ ਵੀ ਈਸਟ ਇੰਡੀਆ ਕੰਪਨੀ ਤੋਂ ਪਾਵਰ ਖੋ ਕੇ ਅਸੀਂ ਆਪਦੇ ਹੱਥ 'ਚ ਲਵਾਂਗੇ ਕਿਉਂਕਿ ਸਾਨੂੰ ਆਹ ਚੀਜ਼ ਸਾਨੂੰ ਚਾਹੀਦੀ ਹੈ। ਕੰਪਨੀ ਤਾਂ ਵਪਾਰ ਕਰਨ ਗਈ ਹੈ ਤੇ ਉੱਥੇ ਜਾ ਕੇ ਪੈਸੇ ਬਣਾਈ ਜਾਂਦੇ ਨੇ, ਟੈਕਸ ਇਕੱਠਾ ਕਰੀ ਜਾਂਦੇ ਨੇ। ਉਸ ਚੀਜ਼ ਨੂੰ ਰੈਗੂਲੇਟ ਕਰਨ ਦੇ ਲਈ ਪਹਿਲਾ ਐਕਟ ਆਉਂਦਾ ਹੈ ਜਿਹਦੇ ਬਾਰੇ ਤੁਸੀਂ ਸਾਰੇ ਜਿਹੜੇ ਜਾਣਦੇ ਹੋ, ਰੈਗੂਲੇਟਿੰਗ ਐਕਟ 1773, ਜਿੱਥੋਂ ਸਾਡੇ ਦੇਸ਼ ਦੇ ਵਿੱਚ ਬ੍ਰਿਟਿਸ਼ ਪਾਰਲੀਮੈਂਟ ਜਿਹੜੀ ਹੈ ਉਹ ਆਪਣਾ ਕੰਟਰੋਲ ਜਮਾਉਣਾ ਸ਼ੁਰੂ ਕਰਦੀ ਹੈ। ਹੁਣ ਇਹ ਚੀਜ਼ ਇੱਥੇ ਕਹਾਣੀ ਕਿਵੇਂ ਬਣੀ ਇਹਨੂੰ ਤੁਸੀਂ ਸਾਰੇ ਜਣੇ ਜਾਣੂ ਹੋਗੇ। ਹੁਣ ਆਪਾਂ ਐਕਟਾਂ ਨੂੰ ਦੋ ਤਰੀਕੇ ਨਾਲ ਸਟੱਡੀ ਕਰਨਾ। ਆਪਣੇ ਦੇਸ਼ ਦੇ ਵਿੱਚ ਦੋ ਤਰੀਕੇ ਨਾਲ ਐਕਟ ਸਟੱਡੀ ਹੁੰਦੇ ਨੇ ਜਾਂ ਦੋ ਤਰੀਕੇ ਨਾਲ ਆਪਣੇ ਦੇਸ਼ ਦੇ ਵਿੱਚ ਰੂਲ ਹੁੰਦਾ ਹੈਗਾ। ਉਹ ਦੋ ਤਰੀਕੇ ਕਿਹੜੇ ਕਿਹੜੇ ਨੇ? ਸਭ ਤੋਂ ਪਹਿਲਾਂ ਤਾਂ 1773 ਤੋਂ ਲੈ ਕੇ 1858 ਤੱਕ ਦਾ ਜਿਹੜਾ ਟਾਈਮ ਹੈ। ਪਹਿਲਾ ਐਕਟ ਕਦੋਂ ਆਇਆ? 1773 ਦਾ ਐਕਟ ਆਇਆ। ਕਦੋਂ ਤੱਕ ਚੱਲਿਆ? 1858 ਤੱਕ ਚੱਲਿਆ। ਔਰ ਇਹਨਾਂ ਐਕਟਾਂ ਦੇ ਦੌਰਾਨ, ਇਹਨਾਂ ਐਕਟਾਂ ਦੇ ਸਮੇਂ ਦੇ ਦੌਰਾਨ ਪਾਵਰ ਕਿਹਦੇ ਕੋਲੇ ਸੀ? ਈਸਟ ਇੰਡੀਆ ਕੰਪਨੀ ਕੋਲੇ ਪਾਵਰ ਸੀ। ਈਸਟ ਇੰਡੀਆ ਕੰਪਨੀ ਇਹਨਾਂ ਐਕਟਾਂ ਦੇ ਦੌਰਾਨ ਦੇਖੀ ਗਈ। 1857 ਦਾ ਵਿਦਰੋਹ ਹੁੰਦਾ। ਵਿਦਰੋਹ ਤੋਂ ਬਾਅਦ ਸਿੱਟਾ ਕੀ ਨਿਕਲਦਾ? ਡਾਇਰੈਕਟ ਕਰਾਊਨ ਰਾਜ ਆ ਜਾਂਦਾ ਹੈ ਜੀ। ਕਰਾਊਨ ਕੋਲੇ ਪਾਵਰ ਆ ਜਾਂਦੀ ਹੈ, ਈਸਟ ਇੰਡੀਆ ਕੰਪਨੀ ਖਤਮ ਕਰ ਦਿੱਤੀ ਜਾਂਦੀ ਹੈ। ਔਰ ਇਹਦਾ ਦੂਜਾ ਜਿਹੜਾ ਟਾਈਮ ਪੀਰੀਅਡ ਹੈ, ਐਕਟਾਂ ਦਾ ਜਿਹੜਾ ਦੂਜਾ ਟਾਈਮ ਪੀਰੀਅਡ ਹੈ ਉਹ ਕਰਾਊਨ ਰੂਲ ਦੇ ਤਹਿਤ ਪੜਿਆ ਜਾਂਦਾ ਹੈ, ਜੋ ਕਿ 1858 ਤੋਂ ਲੈ ਕੇ 1947 ਤੱਕ ਦੇ ਇੰਡੀਪੈਂਡੈਂਸ ਪੀਰੀਅਡ ਤੱਕ ਚੱਲਦਾ ਹੈ। ਔਰ ਇਸ ਸਮੇਂ ਦੇ ਦੌਰਾਨ ਸਾਡੇ ਦੇਸ਼ ਦੇ ਵਿੱਚ ਬ੍ਰਿਟਿਸ਼ ਰੂਲ ਕਹਿਣ ਨਾਲੋਂ ਆਪਾਂ ਵਧੀਆ ਤਰੀਕੇ ਨਾਲ ਇਹਨੂੰ ਕਰਾਊਨ ਰੂਲ ਕਹਿ ਸਕਦੇ ਹਾਂ। ਐਕਟਾਂ ਨੂੰ ਅਸੀਂ ਦੋ ਤਰੀਕੇ ਨਾਲ, ਦੋ ਐਸਪੈਕਟ ਤੋਂ ਪੜ੍ਹਨਾ। ਇੱਕ ਸਾਡਾ ਕਿਹੜਾ? ਕੰਪਨੀ ਰੂਲ ਹੈ। ਇੱਕ ਸਾਡਾ ਕਿਹੜਾ ਰੂਲ ਹੈ? ਕੰਪਨੀ ਰੂਲ ਹੈ। 1773 ਤੋਂ ਲੈ ਕੇ 1858 ਤੱਕ ਸਾਡੇ ਦੇਸ਼ ਦੇ ਵਿੱਚ ਕੰਪਨੀ ਰੂਲ ਰਹਿੰਦਾ। ਉਸ ਤੋਂ ਬਾਅਦ ਕੰਪਨੀ ਲਾ ਦਿੰਦੀ ਹੈ, ਕੰਪਨੀ ਨੂੰ ਲਾ ਦਿੱਤਾ ਜਾਂਦਾ ਖੂੰਜੇ। ਔਰ ਜਿਹੜੀ ਗੱਲ ਹੈ ਇਹ ਕਿਹਦੇ ਕੋਲੇ ਆ ਜਾਂਦੀ ਹੈ? ਕਰਾਊਨ ਕੋਲੇ ਪਾਵਰ ਆ ਜਾਂਦੀ ਹੈ।
1773 ਤੋਂ ਲੈ ਕੇ 1947 ਤੱਕ ਸਾਡੇ ਦੇਸ਼ ਦੇ ਵਿੱਚ ਕਨਸਟੀਟਿਊਸ਼ਨਲ ਡਿਵੈਲਪਮੈਂਟ ਹੋਈ ਆ ਸਮੇਂ ਦੇ ਦੌਰਾਨ ਸਾਡੇ ਦੇਸ਼ ਦੇ ਵਿੱਚ ਜੋ ਪੋਲੀਟੀਕਲ ਜਾਂ ਕਨਸਟੀਟਿਊਸ਼ਨਲ ਡਿਵੈਲਪਮੈਂਟ ਹੋਈ ਆ ਉਹ ਅਸੀਂ ਆਪਣੀ ਕਲਾਸ ਦੇ ਵਿੱਚ ਕੀ ਕਰਨੀ ਹੈ, ਪੜ੍ਹਨੀ ਸ਼ੁਰੂ ਕਰਨੀ ਹੈ। ਹੁਣ ਆਪਾਂ ਸਭ ਤੋਂ ਪਹਿਲਾਂ ਈਸਟ ਇੰਡੀਆ ਕੰਪਨੀ ਵਾਲਾ ਸਿਸਟਮ ਦੇਖਾਂਗੇ। ਕਿਵੇਂ 1773 ਤੋਂ ਲੈ ਕੇ 1858 ਦਾ ਜਿਹੜਾ ਸਮਾਂ ਸੀ, ਇਸ ਸਮੇਂ ਦੇ ਦੌਰਾਨ ਕਿਵੇਂ ਈਸਟ ਇੰਡੀਆ ਕੰਪਨੀ ਦੀ ਜਿਹੜੀ ਪਾਵਰ ਸੀ ਉਹ ਇੱਥੋਂ ਇੱਥੇ ਆ ਗਈ। ਇਹ ਚੀਜ਼ ਆਪਾਂ ਇੱਕ ਫਲੋ ਦੇ ਵਿੱਚ ਨੋਟ ਕਰਾਂਗੇ। ਉਸ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਜਦੋਂ ਕਰਾਊਨ ਰੂਲ ਡਾਇਰੈਕਟ ਆ ਗਿਆ 1858 ਤੋਂ ਲੈ ਕੇ 1947 ਤੱਕ, ਉਹਨਾਂ ਨੇ ਸਾਡੇ ਦੇਸ਼ ਦੇ ਵਿੱਚ ਕੀ ਬਣਾਇਆ, ਕਿਸੇ ਸਿਸਟਮ ਨੂੰ ਲੈ ਕੇ, ਕਿਸੇ ਰੂਲ ਨੂੰ ਲੈ ਕੇ, ਕਿਸੇ ਲਾਅ ਨੂੰ ਲੈ ਕੇ, ਉਹ ਚੀਜ਼ ਜਿਹੜਾ ਹੈਗਾ ਆਪਾਂ ਪ੍ਰੋਪਰ ਤਰੀਕੇ ਦੇ ਨਾਲ ਸਟੱਡੀ ਕਰਾਂਗੇ। 1857 ਲਾ ਲਓ, ਪਰ 58 ਦੇ ਐਕਟ ਦੇ ਨਾਲ ਹੀ ਕਰਾਊਨ ਰੂਲ ਸੀਗਾ ਜਿਹੜਾ ਉਹ ਆਇਆ ਸੀ, ਸੋ ਇਹਨੂੰ ਆਪਾਂ 58 ਹੀ ਲਿਖਾਂਗੇ। ਠੀਕ ਹੈ, ਹੁਣ ਆਪਾਂ 1773 ਤੋਂ ਸ਼ੁਰੂ ਕਰਦੇ ਹਾਂ ਔਰ 1773 ਤੋਂ ਸ਼ੁਰੂ ਕਰਕੇ ਪਹਿਲਾ ਐਕਟ ਸਟਾਰਟ ਹੁੰਦਾ ਹੈ ਜਿਹਨੂੰ ਤੁਸੀਂ ਬੋਲਦੇ ਹੋ ਰੈਗੂਲੇਟਿੰਗ ਐਕਟ 1773। ਹੈਡਿੰਗ ਬਣਾਓਗੇ ਰੈਗੂਲੇਟਿੰਗ ਐਕਟ 1773, ਰੈਗੂਲੇਟਿੰਗ ਐਕਟ 1773। ਇਹ ਪਹਿਲਾ ਐਕਟ ਸੀ ਜਿਹੜਾ ਕਿ ਸਾਡੇ ਦੇਸ਼ ਦੇ ਵਿੱਚ ਬ੍ਰਿਟਿਸ਼ਨ ਗਵਰਨਮੈਂਟ ਵੱਲੋਂ ਰੱਖਿਆ ਗਿਆ। ਇਹਦਾ ਮੇਨ ਕੰਮ ਸਾਡੇ ਦੇਸ਼ ਦੇ ਵਿੱਚ ਆਉਣ ਦਾ ਕੀ ਸੀ, ਈਸਟ ਇੰਡੀਆ ਕੰਪਨੀ ਦੀ ਪਾਵਰ ਨੂੰ ਕੰਟਰੋਲ ਕਰਨਾ, ਰੈਗੂਲੇਟ ਕਰਨਾ। ਸਭ ਤੋਂ ਪਹਿਲਾ ਪੁਆਇੰਟ ਧਿਆਨ ਚ ਰੱਖਣਾ ਹੈ, ਇਹਦਾ ਆਉਣ ਦਾ ਪਰਪਸ ਕੀ ਸੀ, ਈਸਟ ਇੰਡੀਆ ਕੰਪਨੀ ਦੀ ਜਿਹੜੀ ਵੀ ਸ਼ਕਤੀ ਹੈ, ਜਿਹੜੀ ਵੀ ਪਾਵਰ ਹੈ, ਇਹਨੂੰ ਕੰਟਰੋਲ ਕਰਨਾ, ਇਹਨੂੰ ਰੈਗੂਲੇਟ ਕਰਨਾ। ਵੀ ਇਕੱਲੇ ਤੁਸੀਂ ਪੈਸਾ ਨਹੀਂ ਖਾਓਗੇ। ਇਹਨਾਂ ਦਾ ਬ੍ਰਿਟਿਸ਼ਨਸ ਦਾ ਐਕਟ ਲੈ ਕੇ ਆਉਣ ਦਾ ਮੇਨ ਮੁੱਦਾ ਕੀ ਸੀ, ਵੀ ਕੰਪਨੀ ਵਾਲਿਆਂ ਨੂੰ ਬ੍ਰਿਟਿਸ਼ਨਸ ਕਹਿੰਦੇ ਵੀ ਤੁਹਾਨੂੰ ਅਸੀਂ ਵਪਾਰ ਕਰਨ ਭੇਜਿਆ, ਤੁਸੀਂ ਆਪਣਾ ਮੁੱਦਾ ਵਪਾਰ ਤੱਕ ਰੱਖੋ। ਜਿੱਥੋਂ ਤੱਕ ਰਾਜ ਕਰਨ ਦੀ ਗੱਲ ਹੈ, ਰਾਜ ਕਰਨ ਨੂੰ ਅਸੀਂ ਬਥੇਰੇ ਤਕੜੇ ਹਾਂ, ਰਾਜ ਅਸੀਂ ਕਰਾਂਗੇ, ਤੁਸੀਂ ਸਿੰਪਲੀ ਕੀ ਕਰਨਾ ਹੈ, ਵਪਾਰ ਕਰਨਾ ਹੈ। ਇਹ ਚੀਜ਼ ਦੇ ਬੀਜ ਬੋਏ ਗਏ, ਬੀਜ ਬੀਜੇ ਗਏ ਕਿਹੜੇ ਐਕਟ ਦੇ ਨਾਲ, ਰੈਗੂਲੇਟਿੰਗ ਐਕਟ 1773। ਹੁਣ ਇੰਨੀ ਕੁ ਵੀ ਗੱਲ ਨਹੀਂ ਵੀ ਇੱਕ ਐਕਟ ਆ ਜਾਊਗਾ ਤੇ ਈਸਟ ਇੰਡੀਆ ਕੰਪਨੀ ਦੀ ਪਾਵਰ ਖਤਮ ਕਰ ਦੂਗਾ। ਉਹਨਾਂ ਦੀ 1600 ਚੋਂ ਐਂਟਰ ਹੁੰਦੇ ਨੇ, 1773 ਹੋ ਗਿਆ, ਪੌਣੇ 200 ਸਾਲ ਦੀ ਮਿਹਨਤ ਆ, ਪੌਣੇ 200 ਸਾਲ ਦੀ ਪਾਵਰ ਆ। ਐਂ ਤਾਂ ਹੈ ਨਹੀਂ ਵੀ ਇੱਕ ਐਕਟ ਉੱਠ ਕੇ ਆਊਗਾ ਤੇ ਪਾਵਰ ਖਤਮ ਕਰ ਦੂਗਾ। ਤਾਂ ਬੇਸਿਕਲੀ ਇਸ ਐਕਟ ਦੇ ਦੌਰਾਨ ਕਿਵੇਂ ਮਤਲਬ ਇੱਕ ਪਹਿਲਾ ਕਦਮ ਚੱਕਿਆ ਗਿਆ। ਇੱਕ ਪਹਿਲਾ ਕਦਮ ਸੀ, ਆਈ ਨਹੀਂ ਵੀ ਇਸ ਐਕਟ ਦੇ ਦੌਰਾਨ ਸਾਰੀ ਪਾਵਰ ਚੱਕਤੀ। ਇੱਕ ਪਹਿਲਾ ਕਦਮ ਸੀ ਬ੍ਰਿਟਿਸ਼ ਕਰਾਊਨ ਵੱਲੋਂ, ਬ੍ਰਿਟਿਸ਼ ਗਵਰਨਮੈਂਟ ਵੱਲੋਂ ਕਿ ਈਸਟ ਇੰਡੀਆ ਕੰਪਨੀ ਦੀ ਪਾਵਰ ਨੂੰ ਕੰਟਰੋਲ 'ਚ ਲਿਆਂਦਾ ਜਾਵੇ। ਹੁਣ ਕੰਟਰੋਲ 'ਚ ਲਿਆਉਣ ਵਾਸਤੇ ਕੀ ਕਰਨਾ ਪਊਗਾ, ਇਹ ਸਭ ਤੋਂ ਪਹਿਲਾਂ ਮੇਨ ਪ੍ਰੈਕਟੀਕਲ ਫੈਕਟ ਹੈ। ਦੋ ਸ਼ਬਦ ਜਿਨ੍ਹਾਂ ਦਾ ਮੀਨਿੰਗ ਤੁਸੀਂ ਭਲੀ ਭਾਂਤੀ ਜਾਣੋਗੇ, ਸਮਝੋਗੇ, ਉਹਨੂੰ ਸਮਝੇ ਬਿਨਾ ਤੁਹਾਨੂੰ ਇਹ ਐਕਟ ਸਮਝ ਨਹੀਂ ਆਉਣਾ ਹੈਗਾ, ਔਰ ਅਗਲੇ ਐਕਟਾਂ ਦੇ ਵਿੱਚ ਵੀ ਉਸ ਸ਼ਬਦ ਦੀ ਵਰਤੋਂ ਹੋਊਗੀ। ਈਸਟ ਇੰਡੀਆ ਕੰਪਨੀ ਨੂੰ ਰੈਗੂਲੇਟ ਕਰਨ ਵਾਸਤੇ ਸਭ ਤੋਂ ਪਹਿਲਾ ਕਦਮ ਸਾਡੇ ਦੇਸ਼ ਦੇ ਵਿੱਚ ਸੈਂਟਰਲਾਈਜੇਸ਼ਨ, ਜਿਹਨੂੰ ਤੁਸੀਂ ਕਹਿ ਦਿੰਦੇ ਹੋ ਕੇਂਦਰੀਕਰਨ ਕਰਨ ਦੀ ਕੋਸ਼ਿਸ਼ ਕੀਤੀ ਗਈ। ਕੇਂਦਰੀਕਰਨ ਕਰਨ ਦਾ ਕੀ ਮਤਲਬ ਹੈ, ਇਹਦੇ ਸ਼ਬਦ ਮਤਲਬ ਤੋਂ ਸਮਝੋ, ਮਤਲਬ ਇਹਦੇ ਮੀਨਿੰਗ ਨੂੰ, ਇਹਦੇ ਨਾਂ ਤੋਂ ਸਮਝੋ। ਸਾਰੀ ਪਾਵਰ ਨੂੰ ਕੀ ਕਰਿਆ ਜਾਵੇ, ਸਾਰੀ ਪਾਵਰ ਨੂੰ ਸੈਂਟਰ ਦੇ ਵਿੱਚ ਇਕੱਠਾ ਕਰਿਆ ਜਾਵੇ, ਪਾਵਰ ਨੂੰ ਇੱਕ ਜਗ੍ਹਾ ਤੇ ਇਕੱਠਾ ਕਰਕੇ ਲਿਆਂਦਾ ਜਾਵੇ। ਹੁਣ ਤੁਸੀਂ ਆਖੋਗੇ ਵੀ ਪਾਵਰ ਵਿਖਰੀ ਕਿੱਥੇ ਸੀ, ਕੁਛ ਪਾਵਰ ਬੰਗਾਲ ਕੋਲੇ ਸੀ, ਕੁਛ ਮਦਰਾਸ ਕੋਲੇ ਸੀ, ਕੁਛ ਬੰਬੇ ਕੋਲੇ ਸੀ। ਤਾਂ ਜਿਹੜੀ ਬ੍ਰਿਟਿਸ਼ ਗਵਰਨਮੈਂਟ ਸੀ, ਜਿਹੜੀ ਬ੍ਰਿਟਿਸ਼ ਸਰਕਾਰ ਸੀ, ਇਹ ਕਹਿੰਦੀ ਵੀ ਅਸੀਂ ਕੱਲੇ ਕੱਲੇ ਬੰਦੇ ਤੋਂ ਕਿੱਥੇ ਹਿਸਾਬ ਕਿਤਾਬ ਮੰਗਦੇ ਫਿਰਾਂਗੇ, ਕੱਲੇ ਕੱਲੇ ਮਤਲਬ ਦਾ ਅਸੀਂ ਬੰਗਾਲ ਜਾਵਾਂਗੇ ਕਿ ਅਸੀਂ ਮਦਰਾਸ ਜਾਵਾਂਗੇ ਕਿ ਅਸੀਂ ਬੰਬੇ ਜਾਵਾਂਗੇ। ਇਹ ਪ੍ਰੈਜ਼ੀਡੈਂਸੀਜ਼ ਨੇ ਉਸ ਸਮੇਂ ਦੀਆਂ, ਜਿੱਥੇ ਅਲੱਗ-ਅਲੱਗ ਅਧਿਕਾਰੀ ਬੈਠੇ ਹੋਏ ਨੇ, ਔਰ ਈਸਟ ਇੰਡੀਆ ਕੰਪਨੀ ਦੇ ਅਧਿਕਾਰੀ ਇਹ ਤਿੰਨ ਜਗ੍ਹਾ ਤੇ ਬੈਠ ਕੇ ਸਾਡੇ ਜਿਹੜਾ ਟੈਕਸ ਆ ਉਹਦੀ ਕਲੈਕਸ਼ਨ ਕਰ ਰਹੇ ਨੇ, ਇਹ ਕਹਿ ਲਓ ਸਿੰਪਲ ਭਾਸ਼ਾ ਦੇ ਵਿੱਚ। ਹੁਣ ਜਿਹੜੀ ਈਸਟ ਇੰਡੀਆ ਕੰਪਨੀ ਦੀ ਪਾਵਰ ਸੀ, ਇਹਨੂੰ ਆਪਣੇ ਕਾਬੂ 'ਚ ਕਿਵੇਂ ਕਰਿਆ ਜਾਊਗਾ, ਜਦੋਂ ਇਹ ਪਾਵਰ ਇਕੱਠੀ ਇੱਕ ਥਾਂ ਤੇ ਹੋਊਗੀ। ਕਿਤੇ ਤਾਂ ਇੱਕ ਥਾਂ ਤੇ ਜਾ ਕੇ ਜ਼ੋਰ ਲਾਉਣਾ, ਕਿੱਥੇ ਫਿਰ ਅੱਡ-ਅੱਡ ਥਾਵਾਂ ਤੇ ਜਾ ਕੇ ਜ਼ੋਰ ਲਾਉਣਾ। ਤਾਂ ਜਦੋਂ ਪਾਵਰ ਨੂੰ ਇੱਕ ਜਗ੍ਹਾ ਤੇ ਇਕੱਠਾ ਕਰਕੇ ਲਿਆਂਦਾ ਗਿਆ, ਇਹਨੂੰ ਅਸੀਂ ਬੋਲਦੇ ਹਾਂ ਸੈਂਟਰਲਾਈਜੇਸ਼ਨ, ਕੇਂਦਰੀਕਰਨ। ਕੇਂਦਰ 'ਚ ਕਰ ਦੋ ਪਾਵਰ, ਇਕੱਠੀ ਕਰ ਲਓ ਪਾਵਰ। ਠੀਕ ਹੈ, ਹੁਣ ਆਏ ਨਹੀਂ ਵੀ 1773 ਦਾ ਐਕਟ ਆਇਆ ਤੇ ਸਾਰੀ ਪਾਵਰ ਸੀ ਜਿਹੜੀ ਉਹ ਸੈਂਟਰਲਾਈਜ਼ਡ ਹੋਊਗੀ।
ਇਹ ਸੈਂਟਰਲਾਈਜੇਸ਼ਨ ਦਾ, ਕੇਂਦਰੀਕਰਨ ਦਾ ਪਹਿਲਾ ਕਦਮ ਸੀ, ਇਹ ਰੈਗੂਲੇਟ ਕਰਨ ਦਾ ਪਹਿਲਾ ਕਦਮ ਸੀ। ਫਿਰ ਅੱਗੇ ਜਾ ਕੇ ਆਪਾਂ ਫਰਦਰ ਫਿਊਚਰ ਪੜਾਂਗੇ ਕਿ ਕਿਹੜੇ ਐਕਟ ਦੇ ਨਾਲ ਫਾਈਨਲੀ ਸੈਂਟਰਲਾਈਜੇਸ਼ਨ ਦੀ ਸ਼ੁਰੂਆਤ ਸੀ ਜਿਹੜੀ ਉਹ ਭਾਰਤ ਦੇ ਵਿੱਚ ਹੋ ਚੁੱਕੀ ਸੀ। ਇਹ ਆਪਾਂ ਅੱਗੇ ਜਾ ਕੇ ਫਰਦਰ ਪੜਾਂਗੇ। ਹੁਣ ਆਪਾਂ ਜੇ ਗੱਲ ਕਰੀਏ ਕੇਂਦਰੀਕਰਨ ਦੀ ਸ਼ੁਰੂਆਤ ਹੋਗੀ, ਕੇਂਦਰੀਕਰਨ ਦੀ ਸ਼ੁਰੂਆਤ ਪ੍ਰੈਕਟੀਕਲੀ ਕਿਵੇਂ ਹੋਈ? ਆਪਾਂ ਇੱਥੇ ਗੱਲਾਂ 'ਚ ਕਹਿਤਾ ਵੀ ਕੇਂਦਰੀਕਰਨ ਲਿਆਉਣਾ ਚਾਹੁੰਦੇ ਨੇ, ਕੇਂਦਰੀਕਰਨ ਦੀ ਸ਼ੁਰੂਆਤ ਕਿਵੇਂ ਹੋਊਗੀ? ਕੇਂਦਰੀਕਰਨ ਦੀ ਸ਼ੁਰੂਆਤ ਹੋਊਗੀ ਜਦੋਂ ਅਸੀਂ ਬੰਗਾਲ ਦੇ ਗਵਰਨਰ ਨੂੰ, ਜਦੋਂ ਅਸੀਂ ਕੀ ਕਰਤਾ, ਬੰਗਾਲ ਦੇ ਗਵਰਨਰ ਨੂੰ ਕਿਹੜੇ ਅਹੁਦੇ ਦੇ ਵਿੱਚ ਚੇਂਜ ਕਰਤਾ? ਗਵਰਨਰ ਜਨਰਲ ਆਫ ਬੰਗਾਲ ਦੇ ਵਿੱਚ ਚੇਂਜ ਕਰਤਾ, ਗਵਰਨਰ ਜਨਰਲ ਆਫ ਬੰਗਾਲ ਦੇ ਵਿੱਚ ਚੇਂਜ ਕਰਤਾ। ਇਹ ਪੇਪਰ ਦੇ ਵਿੱਚ ਬਹੁਤ ਖਾਸ ਕੁਐਸਚਨ ਪੁੱਛਿਆ ਜਾਂਦਾ ਹੈ, ਕਿਹੜੇ ਐਕਟ ਦੇ ਤਹਿਤ ਗਵਰਨਰ ਆਫ ਬੰਗਾਲ ਚੇਂਜ ਹੋ ਗਿਆ ਗਵਰਨਰ ਜਨਰਲ ਆਫ ਬੰਗਾਲ ਦੇ ਵਿੱਚ? ਤਾਂ ਆਨਸਰ ਆਊਗਾ 1773 ਦਾ ਰੈਗੂਲੇਟਿੰਗ ਐਕਟ। ਇਹ ਚੀਜ਼ ਕਿਉਂ ਕਰੀ ਗਈ ਹੈ? ਇਹ ਚੀਜ਼ ਤਾਂ ਕਰੀ ਗਈ ਹੈ ਕਿਉਂਕਿ ਅਸੀਂ ਪਾਵਰ ਨੂੰ ਇੱਕ ਜਗ੍ਹਾ ਤੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਤੇ ਉਹ ਇੱਕ ਜਗ੍ਹਾ ਕਿਹੜੀ ਹੈ? ਉਹ ਇੱਕ ਜਗ੍ਹਾ ਕਿਹੜੀ ਹੈ? ਬੰਗਾਲ। ਹੁਣ ਇਹਦਾ ਪ੍ਰੈਕਟੀਕਲੀ ਫਾਇਦਾ ਕੀ ਹੋਇਆ? ਇਹਦਾ ਪ੍ਰੈਕਟੀਕਲੀ ਫਾਇਦਾ ਇਹ ਹੋਇਆ ਵੀ ਜਿਹੜਾ ਵੀ ਮਦਰਾਸ ਦਾ ਗਵਰਨਰ ਹੈ, ਜਿਹੜਾ ਵੀ ਮਦਰਾਸ ਦਾ ਗਵਰਨਰ ਹੈ ਔਰ ਜਿਹੜਾ ਵੀ ਬੰਬੇ ਦਾ ਗਵਰਨਰ ਹੈ, ਬੰਬੇ ਤੇ ਮਦਰਾਸ ਪ੍ਰੈਜ਼ੀਡੈਂਸੀਜ਼ ਦੇ ਜੋ ਵੀ ਗਵਰਨਰ ਨੇ, ਇਹ ਆਪਣਾ ਸਾਰਾ ਕੰਮ ਕਿਹਦੇ ਹੇਠ ਆ ਕੇ ਕਰਨਗੇ? ਗਵਰਨਰ ਜਨਰਲ ਆਫ ਬੰਗਾਲ ਦੇ ਹੇਠ ਆ ਕੇ ਕਰਨਗੇ। ਹੁਣ ਆਪਾਂ ਪੜ੍ਹਨਾ ਕੀ ਚਾਹੁੰਦੇ ਆ, ਜਾਂ ਆਪਾਂ ਇਸ ਚੀਜ਼ ਨੂੰ ਲੈ ਕੇ ਆਉਣ ਦਾ ਮੁੱਦਾ ਕੀ ਵਿਚਾਰਿਆ ਕਿ ਪਾਵਰ ਨੂੰ ਇੱਕ ਜਗ੍ਹਾ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਬਸ ਫਿਰ ਉਹੀ ਕੰਮ ਹੋ ਗਿਆ ਵੀ ਜਿਹੜੀ ਮਦਰਾਸ, ਬੰਬੇ ਤੇ ਬੰਗਾਲ ਦੀ ਪਾਵਰ ਸੀ ਉਹਨੂੰ ਇਕੱਠੇ ਕਰਕੇ ਇੱਕ ਜਗ੍ਹਾ ਤੇ ਲਿਆਓ ਔਰ ਇੱਕ ਬੰਦਾ ਉਹਨੂੰ ਕੰਟਰੋਲ ਕਰੂਗਾ। ਉਸ ਬੰਦੇ ਨੂੰ ਅਸੀਂ ਕੀ ਕਹਾਂਗੇ? ਗਵਰਨਰ ਜਨਰਲ ਆਫ ਬੰਗਾਲ ਕਹਾਂਗੇ। ਪਹਿਲਾ ਪੁਆਇੰਟ ਕਲੀਅਰ ਹੋਇਆ। ਦੂਸਰਾ ਪੁਆਇੰਟ ਸਾਨੂੰ ਇਹ ਪੁੱਛਿਆ ਜਾਂਦਾ ਹੈ ਕਿ ਭਾਰਤ ਦੇ ਅੰਡਰ ਪਹਿਲਾ ਗਵਰਨਰ ਜਨਰਲ ਆਫ ਬੰਗਾਲ ਕੌਣ ਬਣਿਆ ਸੀ? ਤਾਂ ਆਨਸਰ ਆਊਗਾ ਲਾਰਡ ਵਾਰਨ ਹੇਸਟਿੰਗਸ। ਕੌਣ ਬਣਿਆ ਸੀ? ਲਾਰਡ ਵਾਰਨ ਹੇਸਟਿੰਗਸ। ਆਪਣੀ ਕਹਾਣੀ ਕਿੱਥੇ ਜੇ ਸੀ? ਆਪਾਂ ਕਰੀ ਜਾਂਦੇ ਸੀ ਰੈਗੂਲੇਟਿੰਗ ਐਕਟ। ਹਾਂਜੀ ਆ गए सारे? हाँ कोई ना फ्लो बना लांगे, फ्लो की टेंशन ना लिया करो। सो बेसिकली की गल हुई कि साडे देश दे विच जिवें 1773 दा रेगुलेटिंग एक्ट आया, उवें ही साडे देश दे विच जिहड़ा बंगाल दा गवर्नर सी, जिहड़ा बंगाल दा गवर्नर सी उहदी पोजीशन बदल के गवर्नर जनरल ऑफ बंगाल बनाता। भी ना बदलिया कि पावर भी बदली, डेफिनेटली पावर भी बदली। ਹੁਣ ਜਿਹੜਾ ਗਵਰਨਰ ਜਨਰਲ ਆਫ ਬੰਗਾਲ ਸੀ ਬੱਚੋ, ਉਹਦੇ ਹੇਠ ਆ ਗਿਆ ਜੀ ਮਦਰਾਸ ਤੇ ਉਹਦੇ ਹੇਠ ਆ ਗਿਆ ਬੰਬੇ। ਮਤਲਬ ਕਹਿਣ ਦਾ ਮੁੱਦਾ ਇਹ ਆ ਵੀ ਜੋ ਬ੍ਰਿਟਿਸ਼ਨਸ ਸਾਡੇ ਦੇਸ਼ ਦੇ ਵਿੱਚ ਸੈਂਟਰਲਾਈਜੇਸ਼ਨ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਕੇਂਦਰੀਕਰਨ ਕਰਨ ਦੀ ਕੋਸ਼ਿਸ਼ ਕਰਦੇ ਸੀ, ਉਹਦਾ ਇਹ ਪਹਿਲਾ ਸਟੈਪ ਸੀ, ਉਹਦਾ ਇਹ ਪਹਿਲਾ ਕਦਮ ਸੀ। ਕਿਉਂਕਿ ਬ੍ਰਿਟਿਸ਼ਨਸ ਨੂੰ ਲੱਗ ਰਿਹਾ ਸੀ ਵੀ ਅਸੀਂ ਕਿੰਨੇ ਕੁ ਬੰਦੇ ਨੂੰ ਜਾ ਕੇ ਮਿਲਾਂਗੇ, ਉਹ ਉੱਥੇ ਬੈਠੇ ਨੇ, ਈਸਟ ਇੰਡੀਆ ਕੰਪਨੀ ਵਾਲੇ ਇੱਥੇ ਬੈਠੇ ਨੇ ਪੌਣੇ 200 ਸਾਲ ਤੋਂ। ਤਾਂ ਐਂ ਤਾਂ ਹੈ ਨਹੀਂ ਵੀ ਈਸਟ ਇੰਡੀਆ ਕੰਪਨੀ ਵਾਲੇ ਐਡੇ ਨਰਮ ਨੇ ਵੀ ਜੋ ਉਹ ਪੁੱਛਣਗੇ ਤੇ ਉਹਦਾ ਜਵਾਬ ਦੇ ਦਿਆ ਕਰਨਗੇ। ਤਾਂ ਬਹੁਤ ਖਤਰਨਾਕ ਚੀਜ਼ ਹੈ। ਇਹਦੇ ਵਾਸਤੇ ਬ੍ਰਿਟਿਸ਼ਨ ਗਵਰਨਮੈਂਟ ਵੱਲੋਂ ਇੱਕ ਐਕਟ ਲਿਆਂਦਾ ਗਿਆ ਜਿਹਦੇ ਤਹਿਤ ਪਾਵਰ ਨੂੰ ਕੇਂਦਰੀਕਰਨ ਕਰਨ ਦੀ ਸ਼ੁਰੂਆਤ ਕੀਤੀ ਗਈ। ਔਰ ਪਹਿਲਾ ਕਦਮ ਕੇਂਦਰੀਕਰਨ ਦਾ ਆਪਾਂ ਨੂੰ ਦੇਖਣ ਚ ਮਿਲਦਾ ਹੈ ਜਦੋਂ ਆਪਾਂ ਬੰਗਾਲ ਦੇ ਗਵਰਨਰ ਨੂੰ ਪੋਜੀਸ਼ਨ ਦੇ ਅਕੋਰਡਿੰਗ ਬਦਲਦਾ ਦੇਖਦੇ ਆ ਗਵਰਨਰ ਜਨਰਲ ਆਫ ਬੰਗਾਲ ਦੇ ਵਿੱਚ। ਔਰ ਜਿਹੜਾ ਬੰਬੇ ਤੇ ਮਦਰਾਸ ਹੈ ਇਹ ਕਿਹਨੂੰ ਜਵਾਬਦੇਹ ਹੈ? ਗਵਰਨਰ ਜਨਰਲ ਆਫ ਬੰਗਾਲ ਨੂੰ ਜਵਾਬਦੇਹ ਹੈ। ਇਹ ਪੁਆਇੰਟ ਤੁਸੀਂ ਧਿਆਨ ਚ ਰੱਖਣਾ। ਹੁਣ ਇਸ ਤੋਂ ਬਾਅਦ ਕੀ ਕਰਿਆ ਗਿਆ? ਜਿਹੜਾ ਇਹ ਗਵਰਨਰ ਜਨਰਲ ਆਫ ਬੰਗਾਲ ਸੀ, ਇਹ ਪਹਿਲਾ ਬੰਦਾ ਕੌਣ ਸੀ? ਇਹ ਧਿਆਨ ਚ ਰੱਖਣਾ। ਇਹ ਪਹਿਲਾ ਬੰਦਾ ਸੀ ਲਾਰਡ ਵਾਰਨ ਹੇਸਟਿੰਗਸ। ਇਹ ਹਿਸਟਰੀ ਦੇ ਪੱਖ ਤੋਂ ਵੀ ਇੰਪੋਰਟੈਂਟ ਹੈ ਔਰ ਇਹ ਤੁਹਾਡਾ ਪੋਲੀਟੀਕਲ ਸਾਇੰਸ ਦੇ ਪੱਖ ਤੋਂ ਵੀ ਇੰਪੋਰਟੈਂਟ ਹੈ ਕਿ ਸਾਡੇ ਦੇਸ਼ ਦੇ ਵਿੱਚ ਪਹਿਲਾ ਗਵਰਨਰ ਜਨਰਲ ਆਫ ਬੰਗਾਲ ਕੌਣ ਸੀ? ਲਾਰਡ ਵਾਰਨ ਹੇਸਟਿੰਗਸ। ਇਹਦਾ ਨਾਮ ਯਾਦ ਰੱਖਣਾ ਹੈ, ਬੰਦਾ ਖਤਰਨਾਕ ਹੈ, ਲਾਰਡ ਵਾਰਨ ਹੇਸਟਿੰਗਸ। ਠੀਕ ਹੈ। ਹੁਣ ਇਸ ਤੋਂ ਬਾਅਦ ਕੀ ਹੁੰਦਾ ਹੈ? ਇਸ ਤੋਂ ਬਾਅਦ ਜਿਹੜਾ ਸਾਡਾ ਗਵਰਨਰ ਜਨਰਲ ਆਫ ਬੰਗਾਲ ਹੈ ਇਹਦੇ ਵਾਸਤੇ ਇੱਕ ਕੌਂਸਲ ਬਣਾਈ ਜਾਂਦੀ ਹੈ। ਕਹਿੰਦੇ ਵੀ ਐਂ ਕਹਿੰਦੇ ਬ੍ਰਿਟਿਸ਼ ਗਵਰਨਮੈਂਟ ਵਾਲੇ ਕਹਿੰਦੇ ਵੀ ਇਹੋ ਜਿਹੀ ਕੋਈ ਗੱਲ ਨਹੀਂ,
ਤੁਹਾਨੂੰ ਪੂਰਾ ਮਾਹੌਲ ਪੂਰਾ ਪ੍ਰੋਪਰ ਤਰੀਕੇ ਦਾ ਸਿਸਟਮ ਬਣਾ ਕੇ ਦੇਵਾਂਗੇ। ਜਿਹੜਾ ਗਵਰਨਰ ਜਨਰਲ ਆਫ ਬੰਗਾਲ ਹੈ ਇਹਦੇ ਵਾਸਤੇ ਬਣਾਈ ਗਈ ਇੱਕ ਐਗਜ਼ੀਕਿਊਟਿਵ ਕੌਂਸਲ, ਜਿਹਨੂੰ ਤੁਸੀਂ ਇੱਕ ਕਾਰਜਕਾਰੀ ਕੌਂਸਲ ਵੀ ਕਹਿ ਦਿੰਦੇ। ਐਗਜ਼ੀਕਿਊਟਿਵ ਦਾ ਮਤਲਬ ਕੀ ਹੁੰਦਾ? ਕਾਰਜਪਾਲਿਕਾ। ਆਪਾਂ ਅੱਜ ਪੜ੍ਹਦੇ ਹਾਂ ਕਾਰਜਕਾਰੀ ਕੌਂਸਲ। ਇਹ ਜਿਹੜੀ ਕਾਰਜਕਾਰੀ ਕੌਂਸਲ ਹੈ ਇਹ ਸਾਡੇ ਦੇਸ਼ ਦੇ ਵਿੱਚ ਗਵਰਨਰ ਜਨਰਲ ਆਫ ਬੰਗਾਲ ਦੀ ਮਦਦ ਕਰੂਗੀ ਜੇ ਇਹਨੇ ਕਿਸੇ ਵੀ ਤਰੀਕੇ ਦਾ ਕੋਈ ਡਿਸੀਜਨ ਲੈਣਾ। ਮਤਲਬ ਇੱਕ ਸਲਾਹਕਾਰੀ ਕਮੇਟੀ, ਜਿਵੇਂ ਆਪਾਂ ਅੱਜ ਦੇ ਸ਼ਬਦਾਂ ਦੇ ਵਿੱਚ ਕਹਿ ਦਈਏ ਨਾ ਕਿ ਇੱਕ ਸਲਾਹਕਾਰੀ ਕਮੇਟੀ ਦੇ ਤਰੀਕੇ ਨਾਲ ਇੱਕ ਚੀਜ਼ ਗਵਰਨਰ ਜਨਰਲ ਆਫ ਬੰਗਾਲ ਨੂੰ ਬਣਾ ਕੇ ਦਿੱਤੀ ਗਈ ਵੀ ਭਾਈ ਇਹ ਬੰਦੇ ਤੇਰੀ ਮਦਦ ਕਰਨਗੇ। ਇੱਥੇ ਇੱਕ ਪੁਆਇੰਟ ਬਿਲਕੁਲ ਸਾਰੇ ਬੱਚੇ ਯਾਦ ਰੱਖਣਗੇ ਕਿ ਜਿਹੜੀ ਇਹ ਕਾਰਜਕਾਲ ਕੌਂਸਲ, ਜਿਹੜੀ ਕਾਰਜਕਾਰੀ ਕੌਂਸਲ ਹੈ ਇਹ ਕਿੰਨੇ ਮੈਂਬਰਾਂ ਦੀ ਕੌਂਸਲ ਹੈ? 4 ਮੈਂਬਰਾਂ ਦੀ ਕੌਂਸਲ ਹੈ। ਇਸ ਤੋਂ ਬਾਅਦ ਜਾ ਕੇ ਇਹਦੇ ਮੈਂਬਰ ਘਟਣਗੇ, ਫਿਰ ਵਧਣਗੇ। ਸੋ ਇਹ ਤੁਸੀਂ ਬੜਾ ਇੰਪੋਰਟੈਂਟਲੀ ਯਾਦ ਰੱਖਣਾ ਵੀ 1773 ਦੇ ਐਕਟ ਦੇ ਨਾਲ ਜਦੋਂ ਸਾਡੇ ਦੇਸ਼ ਦੇ ਵਿੱਚ ਗਵਰਨਰ ਜਨਰਲ ਆਫ ਬੰਗਾਲ ਆਇਆ ਉਹਦੀ ਮਦਦ ਵਾਸਤੇ ਇੱਕ ਕਾਰਜਕਾਰੀ ਕੌਂਸਲ ਬਣਾਈ ਗਈ ਜਿਹਦੇ ਵਿੱਚ ਮੈਂਬਰਾਂ ਦੀ ਗਿਣਤੀ ਕਿੰਨੀ ਸੀ ਬੱਚਿਓ? ਮੈਂਬਰਾਂ ਦੀ ਗਿਣਤੀ 4 ਸੀ। ਠੀਕ ਹੈ, ਇਹ ਪੁਆਇੰਟ ਧਿਆਨ ਚ ਰੱਖਣਾ। ਔਰ ਇਹ ਕੀ ਕਰਨਗੇ? ਇਹਨਾਂ ਦਾ ਕੰਮ ਕੁਛ ਨਹੀਂ, ਇਹਨਾਂ ਨੂੰ ਸਲਾਹ ਦੇਣਾ। ਇਹਨਾਂ ਨੂੰ ਐਡਵਾਈਜ਼ਰੀ ਬਾਡੀ ਬਣਾ ਕੇ ਦਿੱਤੀ ਗਈ ਵੀ ਜੇ ਗਵਰਨਰ ਜਨਰਲ ਆਫ ਬੰਗਾਲ ਨੂੰ ਕਿਸੇ ਵੀ ਤਰੀਕੇ ਦਾ ਕੋਈ ਮੁੱਦਾ ਆਉਂਦਾ ਹੈ ਤਾਂ ਇਹ ਇੱਕ ਸਲਾਹਕਾਰੀ ਕੌਂਸਲ ਦੇ ਵਜੋਂ ਕੰਮ ਕਰੂਗੀ। ਔਰ ਇਹ ਪੁਆਇੰਟ ਤੁਸੀਂ ਦਿਮਾਗ 'ਚ ਬਿਠਾ ਕੇ ਰੱਖਣਾ। ਹੁਣ ਤੱਕ ਆਪਾਂ ਨੇ ਕੀ ਪੜਿਆ? 1773 ਦੇ ਰੈਗੂਲੇਟਿੰਗ ਐਕਟ ਦੇ ਆਉਣ ਨਾਲ ਬ੍ਰਿਟਿਸ਼ ਗਵਰਨਮੈਂਟ ਈਸਟ ਇੰਡੀਆ ਕੰਪਨੀ ਦੀ ਪਾਵਰ ਨੂੰ ਰੈਗੂਲੇਟ ਕਰਨਾ ਚਾਹੁੰਦੀ ਹੈ, ਕੰਟਰੋਲ ਕਰਨਾ ਚਾਹੁੰਦੀ ਹੈ। ਉਹਦੇ ਵਾਸਤੇ ਇੱਕ ਪੋਜੀਸ਼ਨ ਕ੍ਰੀਏਟ ਕੀਤੀ ਜਾਂਦੀ ਹੈ। ਮਤਲਬ ਆਈ ਨਹੀਂ ਵੀ 1773 ਦੇ ਐਕਟ ਦੇ ਨਾਲ ਤੇ ਮਤਲਬ ਕੰਟਰੋਲ ਹੋ ਗਿਆ। ਇੱਕ ਕਦਮ ਉਠਾਇਆ ਜਾਂਦਾ ਹੈ। ਉਹ ਕਦਮ ਕਿਹੜਾ ਹੈ? ਉਹ ਕਦਮ ਹੈ ਜੀ ਗਵਰਨਰ ਆਫ ਬੰਗਾਲ ਨੂੰ ਬਦਲ ਕੇ ਇੱਕ ਨਵੀਂ ਪੋਜੀਸ਼ਨ ਲਿਆਂਦੀ ਜਾਂਦੀ ਹੈ, ਗਵਰਨਰ ਜਨਰਲ ਆਫ ਬੰਗਾਲ। ਔਰ ਉਹਦੀ ਪਾਵਰ ਵਾਸਤੇ ਮਦਰਾਸ ਤੇ ਬੰਬੇ ਨੂੰ ਸੈਂਟਰਲਾਈਜ਼ਡ ਕਰਕੇ ਇਹਨੂੰ ਪਾਵਰ ਦੇ ਦਿੱਤੀ ਜਾਂਦੀ ਹੈ। ਔਰ ਉਹਦੀ ਸਲਾਹ ਵਾਸਤੇ ਇੱਕ ਕਾਰਜਕਾਰੀ ਕੌਂਸਲ ਬਣਾਈ ਜਾਂਦੀ ਹੈ ਜੋ ਕਿ ਇੱਕ ਕਿੰਨੇ ਮੈਂਬਰੀ ਕਮੇਟੀ ਹੋਊਗੀ? 4 ਮੈਂਬਰੀ ਕਮੇਟੀ ਹੋਊਗੀ, 4 ਮੈਂਬਰੀ ਕੌਂਸਲ ਹੋਊਗੀ। ਪਹਿਲਾ ਪੁਆਇੰਟ 1773 ਦੇ ਰੈਗੂਲੇਟਿੰਗ ਐਕਟ ਦਾ ਇਹ ਸੀ। ਹੁਣ ਆਉਣੇ ਇਹਦੇ ਦੂਜੇ ਪੁਆਇੰਟ ਤੇ। ਇਹਦੇ ਬਾਰੇ ਤੁਸੀਂ ਸਾਰੇ ਜਣੇ ਜਾਣਦੇ ਹੋ। ਸਾਡੇ ਦੇਸ਼ ਦੇ ਵਿੱਚ ਸੁਪਰੀਮ ਕੋਰਟ ਦੀ ਸਥਾਪਨਾ ਹੋਈ। ਸਾਡੇ ਦੇਸ਼ ਦੇ ਵਿੱਚ 1773 ਦੇ ਰੈਗੂਲੇਟਿੰਗ ਐਕਟ ਆਉਣ ਦੇ ਨਾਲ ਸੁਪਰੀਮ ਕੋਰਟ ਦੀ ਸਥਾਪਨਾ ਕੀਤੀ ਗਈ ਜੀ। ਐਸਟੈਬਲਿਸ਼ਮੈਂਟ ਆਫ ਸੁਪਰੀਮ ਕੋਰਟ ਕੀਤਾ ਗਿਆ। ਇਹ ਜਿਹੜੀ ਸੁਪਰੀਮ ਕੋਰਟ ਦੀ ਸਥਾਪਨਾ ਸੀ ਇਹਦਾ ਸਵਾਲ ਸਾਡੇ ਪੇਪਰ ਦੇ ਵਿੱਚ ਮਾਸਟਰ ਗੇਡ ਦੇ ਪੇਪਰ 'ਚ ਹੀ 2 ਵਾਰੀ ਆ ਚੁੱਕਿਆ ਹੈ ਔਰ ਬਾਕੀ ਪੇਪਰਾਂ ਦੇ ਵਿੱਚ ਤਾਂ ਤੁਸੀਂ ਨਾ ਹੀ ਨਾ ਲਓ, ਇੰਨੇ ਵਾਰੀ ਆ ਚੁੱਕਿਆ। ਸਵਾਲ ਸਾਨੂੰ ਕੀ ਪੁੱਛਿਆ ਜਾਂਦਾ ਕਿ ਭਾਰਤ ਵਿੱਚ ਸੁਪਰੀਮ ਕੋਰਟ ਦੀ ਸਥਾਪਨਾ ਕਦੋਂ ਹੋਈ? ਰੈਗੂਲੇਟਿੰਗ ਐਕਟ 1773 ਦੇ ਹੇਠ ਹੋਈ। ਮਤਲਬ ਸਾਡੇ ਦੇਸ਼ ਦੇ ਵਿੱਚ ਪਹਿਲੀ ਵਾਰੀ ਜੁਡੀਸ਼ੀਅਲ ਸਿਸਟਮ ਦੀ ਇੰਟਰੋਡਕਸ਼ਨ ਹੋਣ ਜਾ ਰਹੀ ਹੈ ਔਰ ਇੱਕ ਤਕੜਾ ਕਨਸੈਪਟ ਹੈ। ਮੈਨੂੰ ਲੱਗਦਾ ਸਾਡੇ ਤੋਂ ਅੱਜ ਤੱਕ ਅਸੀਂ ਜਿਹੜਾ ਮਰਜ਼ੀ ਜ਼ੋਰ ਲਾ ਲੈਂਦੇ, ਸਾਡੇ ਤੋਂ ਇਹੋ ਜਿਹੀ ਬੋਡੀ ਕ੍ਰੀਏਟ ਨਹੀਂ ਹੋਣੀ ਸੀ ਜਿਹੜੀ ਬ੍ਰਿਟਿਸ਼ਨ ਸਾਨੂੰ ਦੇ ਕੇ। ਸਾਡੇ ਦੇਸ਼ ਦੇ ਵਿੱਚ ਨਿਆਂਪਾਲਿਕਾ ਦੀ ਸ਼ੁਰੂਆਤ ਹੋ ਰਹੀ ਹੈ। ਸਾਡੇ ਦੇਸ਼ ਦੇ ਵਿੱਚ ਜੁਡੀਸ਼ੀਅਲ ਸਿਸਟਮ ਦੀ ਇੰਟਰੋਡਕਸ਼ਨ ਹੋ ਰਹੀ ਹੈ ਜਿਹਦੇ ਤਹਿਤ ਸਾਡੇ ਦੇਸ਼ ਦੇ ਵਿੱਚ ਸੁਪਰੀਮ ਕੋਰਟ ਲਿਆਂਦੀ ਗਈ। ਔਰ ਸਾਨੂੰ ਇੱਕ ਚੀਜ਼ ਹੋਰ ਬਹੁਤ ਵਧੀਆ ਪਤਾ ਹੋਣੀ ਚਾਹੀਦੀ ਹੈ ਕਿ ਸਾਡੇ ਦੇਸ਼ ਦੀ ਪਹਿਲੀ ਸੁਪਰੀਮ ਕੋਰਟ ਕਿੱਥੇ ਲੱਗੀ ਸੀ? ਕਲਕੱਤਾ ਵਿਖੇ ਲੱਗੀ ਸੀ। ਇਹ ਪੁਆਇੰਟ ਯਾਦ ਰੱਖਣਾ। ਇਹ ਮੈਂ YouTube ਤੇ ਵੀ ਤੁਹਾਨੂੰ ਕਰਾ ਕੇ ਹਟੀਆਂ 2 ਪੁਆਇੰਟ। ਹੁਣ ਇੱਕ ਚੀਜ਼ ਇੱਥੇ ਜਿਹੜੀ ਸਾਨੂੰ ਕਨਫਿਊਜ਼ ਕਰਦੀ ਹੈ, ਉਦਾਹਰਨ ਦੇ ਤੌਰ ਤੇ ਤੁਹਾਨੂੰ ਐਗਜ਼ਾਮੀਨਰ ਨੇ ਸਵਾਲ ਪੁੱਛ ਲਿਆ ਕਿ ਭਾਰਤ ਵਿੱਚ ਸੁਪਰੀਮ ਕੋਰਟ ਦੀ ਸਥਾਪਨਾ ਕਿਹੜੇ ਐਕਟ ਦੇ ਤਹਿਤ ਹੋਈ? ਜੇ ਤਾਂ ਐਕਟ ਪੁੱਛਿਆ ਤਾਂ ਰੈਗੂਲੇਟਿੰਗ ਐਕਟ 1773 ਆਨਸਰ ਹੋਊਗਾ। ਜੇ ਤੁਹਾਨੂੰ ਸਾਲ ਪੁੱਛਿਆ ਗਿਆ ਫॉर ਐਗਜ਼ਾਮਪਲ ਕਿ ਭਾਰਤ ਵਿੱਚ ਸੁਪਰੀਮ ਕੋਰਟ ਦੀ ਸਥਾਪਨਾ ਕਿਹੜੇ ਸਾਲ ਹੋਈ ਤਾਂ ਤੁਹਾਡਾ ਆਨਸਰ 1774 ਹੋਊਗਾ। 73 ਆਨਸਰ ਕਰਕੇ ਨਹੀਂ ਲਾਉਣਾ। ਇਹ ਵੀ ਤੁਹਾਡੇ ਪੇਪਰ 'ਚ ਹੀ ਸਵਾਲ ਪੁੱਛਿਆ ਗਿਆ। ਇਹ ਵੀ ਕੁਐਸਚਨ ਤੁਹਾਡੇ ਪੇਪਰ ਦੇ ਵਿੱਚ ਹੀ ਆਏਗਾ। ਇਹ ਲਾਈਟ ਨੂੰ ਕੀ ਹੋਇਆ ਪਿਆ ਅੱਜ? ਮੇਰੇ ਖਿਆਲ ਦੇ ਵਿੱਚ ਆਪਾਂ ਨੂੰ ਕਲਾਸ ਕੁछ टाइम ਦੇ ਲਈ होल्ड अप जरूर करनी पऊगी। आ गई? चलो हो गया काम। ठीक है, अजे नहीं बंद कर दे, अजे तो चली जाता काम। ठीक है, सो बेसिकली जे आपां गल करिए, आपां कादी गल कर रहे सी? साडे देश दे विच सुप्रीम कोर्ट दी स्थापना दी। स्थापना वास्ते एक्ट पुछया 1773 आऊगा। स्थापना दा साल पुछया 1774 आऊगा। ਇਹ ਕਿਵੇਂ ਯਾਦ ਰੱਖਣਾ? ਜਿਹੜੇ ਸਾਲ ਐਕਟ ਬਣਿਆ ਉਹਦੀ ਇੰਪਲੀਮੈਂਟੇਸ਼ਨ ਉਸ ਤੋਂ ਅਗਲੇ ਸਾਲ ਹੁੰਦੀ ਹੈ। ਇਹ ਹਮੇਸ਼ਾ ਦਿਮਾਗ ਦੇ ਵਿੱਚ ਗੱਲ ਰੱਖਣੀ ਹੈ ਔਰ ਇਹ ਕੁਐਸਚਨ ਦੇ ਵਿੱਚ ਕਦੇ ਵੀ ਕਨਫਿਊਜ਼ ਨਹੀਂ ਹੋਣਾ। 1774। ਠੀਕ ਹੈ, ਹੁਣ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਜਿਹੜੀ 1773 ਵਾਲੀ ਸੁਪਰੀਮ ਕੋਰਟ ਸੀ ਉਹਦੇ ਵਿੱਚ 4 ਜੱਜ ਬਣਾਏ ਗਏ, ਜਿਵੇਂ ਅਸੀਂ ਅੱਜ ਕਨਸੈਪਟ ਫੋਲੋ ਕਰਦੇ ਹਾਂ।
ਜਿਵੇਂ ਅਸੀਂ ਅੱਜ ਦੇ ਕਨਸੈਪਟ ਨੂੰ ਫੋਲੋ ਕਰਦੇ ਹਾਂ ਕਿ ਇੱਕ ਮੁੱਖ ਜੱਜ ਹੋਊਗਾ ਚੀਫ ਜਸਟਿਸ ਆਫ ਇੰਡੀਆ ਤੇ ਬਾਕੀ ਦੇ ਜੱਜ ਹੋਣਗੇ, ਉਵੇਂ ਜਿਵੇਂ ਇਹ ਕਨਸੈਪਟ ਉਹਨਾਂ ਨੇ ਸਾਨੂੰ ਬਣਾ ਕੇ ਦਿੱਤਾ, ਜਿਹਦੇ ਵਿੱਚ ਉਹਨਾਂ ਨੇ ਸਾਨੂੰ ਕੀ ਦੱਸਿਆ ਕਿ ਵੀ ਭਾਈ 1+4 ਦਾ ਕੰਬੀਨੇਸ਼ਨ, 1+3 ਦਾ ਕੰਬੀਨੇਸ਼ਨ ਹੋਊਗਾ। ਟੋਟਲ ਕਿੰਨੇ ਜੱਜ ਆਏ? 4 ਜੱਜ ਆਏ। ਇੱਕ ਕੌਣ ਆਇਆ? ਚੀਫ ਜਸਟਿਸ ਆਫ ਇੰਡੀਆ, ਔਰ 3 ਸਹਾਇਕ ਜੱਜ ਨੇ ਸਰ ਇਲਾਈਜ਼ਾ, ਇਹ ਆਪਾਂ YouTube ਤੇ ਵੀ ਕਰਿਆ ਸੀ। ਸਰ ਇਲਾਈਜ਼ਾ ਸੁਪਰੀਮ ਕੋਰਟ ਦਾ ਪਹਿਲਾ ਚੀਫ ਜਸਟਿਸ ਆਫ ਇੰਡੀਆ ਸੀ, ਪਹਿਲਾ ਮੁੱਖ ਜੱਜ ਸੀ। ਠੀਕ ਹੈ, ਤਾਂ ਉਸ ਤੋਂ ਬਾਅਦ ਕੀ ਗੱਲ ਬਣਦੀ ਹੈ? ਹੁਣ ਦੂਜਾ ਪੁਆਇੰਟ ਇਹ ਆ ਗਿਆ, ਆਪਾਂ ਨੂੰ ਨਾ ਮੈਨੂੰ ਲੱਗਦਾ ਵੇਟ ਕਰਨੀ ਚਾਹੀਦੀ ਹੈ। ਮੈਂ ਤੁਹਾਡੀ ਨਾ ਐਪ ਦੇ ਵਿੱਚ ਜਦੋਂ ਲਾਈਟ ਆ ਗਈ ਪ੍ਰੋਪਰ, ਇਹ ਸਿਸਟਮ ਥੋੜਾ ਇਨਵਰਟਰ ਸਿਸਟਮ ਹੈ ਤਾਂ ਕਰਕੇ ਪ੍ਰੋਪਰ ਨਹੀਂ ਚੱਲ ਰਿਹਾ, ਤੇ ਜਦੋਂ ਲਾਈਟ ਆ ਗਈ ਮੈਂ ਤੁਹਾਨੂੰ ਮੈਸੇਜ ਕਰਦੀ ਆ ਤੇ ਆਪਾਂ ਫਿਰ ਕਲਾਸ ਜਿਹੜੀ ਹੈ ਹਾਂਜੀ। ਤੇ ਸ਼ੁਭ ਘੜੀ ਲਾਈਟ ਆ ਚੁੱਕੀ ਹੈ ਤੇ ਆਪਾਂ ਇੱਥੋਂ ਦੁਬਾਰਾ ਸਟਾਰਟ ਕਰਦੇ ਹਾਂ। ਇੱਕ ਵਾਰੀ ਬੱਚਿਆਂ ਨੂੰ ਜੁਆਇਨ ਕਰ ਲੈਣ ਦੋ, 1-2 ਮਿੰਟ ਲੱਗਦੇ ਆ ਜੁਆਇਨ ਕਰਨ ਤੇ। ਇੱਕ ਵਾਰੀ ਸਾਰੇ ਬੱਚੇ ਕਲਾਸ ਨੂੰ ਜੁਆਇਨ ਕਰਨਗੇ, ਉਸ ਤੋਂ ਬਾਅਦ ਫਿਰ ਆਪਾਂ ਆਪਣੀ ਜਿਹੜੀ ਕਲਾਸ ਆ ਉਹ ਉਸੇ ਫਲੋ ਦੇ ਵਿੱਚ ਦੁਬਾਰਾ ਤੋਂ ਸਟਾਰਟ ਕਰਦੇ ਆ। ਆ ਗਏ ਸਾਰੇ? ਆਜੋ ਜੀ, ਆਜੋ ਆਜੋ ਆਜੋ। ਕੁਇਕਲੀ ਲਓ ਜੀ। ਸੋ ਇਹ ਤੁਹਾਡੇ ਨਾਲ ਵਾਅਦਾ ਰਿਹਾ ਵੀ ਕੋਈ ਗੱਲ ਨਹੀਂ, ਲਾਈਟ ਲੂਟ ਦੀ ਕਈ ਵਾਰੀ ਵੈਸੇ ਤਾਂ ਨਾ ਆਪਣੇ ਮਤਲਬ ਵੀ ਮੈਂ ਘਰੇ ਹੀ ਮਤਲਬ ਸਟੂਡੀਓ ਬਣਿਆ ਹੋਇਆ ਹੈਗਾ, ਘਰੇ ਹੀ ਪੜਾਉਣੀ ਆ। ਕਦੇ ਵੀ ਲਾਈਟ ਦਾ ਇਸ਼ੂ ਹੁੰਦਾ ਨਾ ਤਾਂ ਆਪਾਂ ਇਨਵਰਟਰ ਤੇ ਸਿਸਟਮ ਕਰਾਇਆ, ਬਟ ਇਹ ਪੀਸੀ ਬਹੁਤ ਹੈਵੀ ਆ, ਸਮਾਰਟ ਬੋਰਡ ਬਹੁਤ ਹੈਵੀ, ਇਨਵਰਟਰ ਖਿੱਚ ਲੈਂਦਾ ਤੇ ਜਨਰੇਟਰ ਕੋਈ ਘਰੇ ਨਹੀਂ ਸੀਗਾ ਤੇ ਮੇਰੇ ਤੋਂ ਹੈਂਡਲ ਨਹੀਂ ਵੱਜਦਾ, ਤਾਂ ਕਰਕੇ ਫਿਰ ਆਪਾਂ ਇਹ ਆ ਵੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਆਪਾਂ ਉਸੇ ਦਿਨ ਕਲਾਸ ਲਾਵਾਂਗੇ। ਹੋ ਸਕਦਾ ਵੀ ਕਿਸੇ ਐਮਰਜੈਂਸੀ ਕਰਕੇ, ਜਿਵੇਂ ਅੱਜ ਵਾਲੀ ਐਮਰਜੈਂਸੀ ਕਲਾਸ ਅੱਗੇ ਪਿੱਛੇ ਹੋ ਜੇ ਪਰ ਲੱਗੂਗੀ ਜ਼ਰੂਰ, ਹਨਾ। ਤਾਂ WhatsApp ਦੇ ਉੱਪਰ ਅਪਡੇਟ ਰਿਹਾ ਕਰੋ। ਹੁਣੇ ਲਾਈਟ ਆ ਗਈ ਤਾਂ ਆਪਾਂ ਹੁਣੇ ਸ਼ੁਰੂ ਕਰ ਲਈ। ਸੋ ਆਪਾਂ ਜ਼ਿਆਦਾ ਸਮਾਂ ਨਹੀਂ ਖਰਾਬ ਕਰਦੇ। ਆਪਾਂ ਕਰ ਰਹੇ ਸੀ 1773 ਦਾ ਗ੍ਰਹਿ ਨਹੀਂ ਲੱਗ ਗਿਆ 1773 ਦਾ ਰੈਗੂਲੇਟਿੰਗ ਐਕਟ, ਹਨਾ। 1773 ਦਾ ਰੈਗੂਲੇਟਿੰਗ ਐਕਟ, ਉਹਦੇ ਤਹਿਤ ਆਪਾਂ 2 ਚੀਜ਼ਾਂ ਪੜ੍ਹੀਆਂ ਕਿ ਸਭ ਤੋਂ ਪਹਿਲਾਂ ਤਾਂ ਕੰਪਨੀ ਸਾਡੇ ਦੇਸ਼ ਦੇ ਵਿੱਚ ਆ ਕੇ ਜੋ ਰਾਜ ਕਰ ਰਹੀ ਸੀ ਉਹਨੂੰ ਕੰਟਰੋਲ ਤੇ ਰੈਗੂਲੇਟ ਕੀਤਾ ਗਿਆ ਬ੍ਰਿਟਿਸ਼ ਗਵਰਨਮੈਂਟ ਵੱਲੋਂ। ਉਹਨੂੰ ਕੰਟਰੋਲ ਤੇ ਰੈਗੂਲੇਟ ਕਰਨ ਵਾਸਤੇ ਸੈਂਟਰਲਾਈਜੇਸ਼ਨ ਦਾ ਕਨਸੈਪਟ ਲਿਆਂਦਾ ਗਿਆ, ਕੇਂਦਰੀਕਰਨ ਦਾ ਕਨਸੈਪਟ ਲਿਆਂਦਾ ਗਿਆ। ਔਰ ਕੇਂਦਰੀਕਰਨ ਸਾਡੇ ਦੇਸ਼ ਦੇ ਵਿੱਚ ਕਿਵੇਂ ਹੋਇਆ ਬੱਚਿਓ? ਕੇਂਦਰੀਕਰਨ ਦੀ ਸ਼ੁਰੂਆਤ ਹੋਈ ਜਦੋਂ ਬੰਗਾਲ ਦੇ ਗਵਰਨਰ ਨੂੰ ਗਵਰਨਰ ਜਨਰਲ ਆਫ ਬੰਗਾਲ ਦੇ ਵਿੱਚ ਬਦਲ ਦਿੱਤਾ ਗਿਆ ਤੇ ਮਦਰਾਸ ਤੇ ਬੰਬੇ ਪ੍ਰੈਜ਼ੀਡੈਂਸੀਜ਼ ਨੂੰ ਬੰਗਾਲ ਦੇ ਅਧਿਕਾਰ ਹੇਠ ਲਿਆਂਦਾ ਗਿਆ। ਫਿਰ ਉਹਦੀ ਸਲਾਹ ਵਾਸਤੇ ਇੱਕ ਆਪਣੇ ਕੋਲੇ ਐਗਜ਼ੀਕਿਊਟਿਵ ਕੌਂਸਲ ਲਿਆਂਦੀ ਗਈ, ਭਈ ਇਹ 4 ਬੰਦਿਆਂ ਦੀ ਕੌਂਸਲ ਹੋਊਗੀ ਜਿਹੜੀ ਗਵਰਨਰ ਜਨਰਲ ਆਫ ਬੰਗਾਲ ਨੂੰ ਕੀ ਕਰੂਗੀ? ਸਲਾਹ ਦੇਊਗੀ। ਉਸ ਤੋਂ ਬਾਅਦ ਫਿਰ ਕੀ ਹੋਇਆ?
ਉਸ ਤੋਂ ਬਾਅਦ ਆਪਾਂ ਨੇ ਕੀ ਕਰਿਆ ਜੀ 1773 ਦੇ ਐਕਟ ਦੇ ਨਾਲ ਸਾਡੇ ਦੇਸ਼ ਦੇ ਵਿੱਚ ਸੁਪਰੀਮ ਕੋਰਟ ਦੀ ਸਥਾਪਨਾ ਕੀਤੀ। ਪਹਿਲੀ ਸੁਪਰੀਮ ਕੋਰਟ ਲੱਗੀ ਕਲਕੱਤਾ ਦੇ ਵਿੱਚ। ਟੋਟਲ 4 ਆਪਣੇ ਕੋਲੇ ਜੱਜ ਸੀ, 1+3 ਦਾ ਕੰਬੀਨੇਸ਼ਨ ਸੀ, ਔਰ ਜਿਹੜਾ ਪਹਿਲਾ ਜੱਜ ਸੁਪਰੀਮ ਕੋਰਟ ਦਾ ਬਣਿਆ ਸੀ ਉਹ ਬੱਚੋ ਸਰ ਇਲਾਈਜ਼ਾ ਬਣਿਆ ਸੀਗਾ। ਇੱਥੋਂ ਤੱਕ ਆਪਾਂ ਕਰ ਚੁੱਕੇ ਹਾਂ। ਔਰ ਅਗਲਾ ਪੁਆਇੰਟ ਇੱਥੇ ਕੀ ਇੰਪੋਰਟੈਂਟ ਹੈ, ਅਗਲਾ ਪੁਆਇੰਟ ਇਹ ਇੰਪੋਰਟੈਂਟ ਹੈ ਵੀ 1773 ਦੇ ਰੈਗੂਲੇਟਿੰਗ ਐਕਟ ਨੇ ਜਿਹੜਾ ਕੰਪਨੀ ਦਾ ਨਿੱਜੀ ਵਪਾਰ ਸੀ। ਹੁਣ ਤੀਸਰਾ ਪੁਆਇੰਟ ਤੁਸੀਂ ਇੱਥੇ ਕੀ ਲਿਖਣਾ ਹੈ ਕਿ 1773 ਦੇ ਰੈਗੂਲੇਟਿੰਗ ਐਕਟ ਨੇ ਜਿਹੜਾ ਵੀ ਈਸਟ ਇੰਡੀਆ ਕੰਪਨੀ ਆਪਣਾ ਕੋਈ ਨਿੱਜੀ ਵਪਾਰ ਕਰ ਰਹੀ ਸੀ, ਨਿੱਜੀ ਵਪਾਰ ਦੇ ਉੱਪਰ ਪ੍ਰੋਪਰ ਤਰੀਕੇ ਦੇ ਨਾਲ ਰੋਕ ਲਗਾ ਦਿੱਤੀ ਗਈ। ਨਿੱਜੀ ਵਪਾਰ ਤੋਂ ਕੀ ਭਾਵ ਆ, ਇਸ ਚੀਜ਼ ਨੂੰ ਸਮਝੋ। ਪਹਿਲਾਂ ਕੀ ਹੁੰਦਾ ਸੀ, ਈਸਟ ਇੰਡੀਆ ਕੰਪਨੀ ਦੇ ਜਿਹੜੇ ਕੋਈ ਹਾਇਰ ਆਫੀਸਰ ਸੀਗੇ ਉਹ ਆਪਣੇ ਤੌਰ ਤੇ ਨਿੱਜੀ ਤੌਰ ਤੇ ਵਪਾਰ ਕਰਨ ਲੱਗੇ ਪਏ ਸੀ। ਕੋਈ ਕਿਸੇ ਕੰਟਰੀ ਨਾਲ ਵਪਾਰ ਕਰ ਰਿਹਾ ਸੀ, ਕੋਈ ਲੋਕਲ ਮਾਰਕੀਟ ਦੇ ਵਿੱਚ ਸਾਡੇ ਭਾਰਤ ਦੇ ਹੀ ਵਪਾਰੀ ਵਰਗ ਦੇ ਨਾਲ ਵਪਾਰ ਕਰ ਰਿਹਾ ਸੀ। ਤਾਂ ਬੇਸਿਕਲੀ WhatsApp ਗਰੁੱਪ ਦੇ ਵਿੱਚ ਤੁਸੀਂ ਖੁਦ ਐਡ ਹੋਣਾ। WhatsApp ਗਰੁੱਪ ਦੇ ਵਿੱਚ ਐਡ ਕਿਵੇਂ ਹੋਣਾ ਹੈਗਾ, ਜਿਹੜਾ ਤੁਹਾਡਾ ਐਪ ਦੇ ਉੱਪਰ ਚੈਟ ਬਾਕਸ ਦਿੱਤਾ ਹੋਇਆ ਹੈਗਾ, ਉਸ ਚੈਟ ਬਾਕਸ ਦੇ ਵਿੱਚ ਇੱਕ ਲਿੰਕ ਦਿੱਤਾ ਹੋਇਆ ਟੂ ਜੁਆਇਨ WhatsApp ਗਰੁੱਪ। ਉਸ ਲਿੰਕ ਤੇ ਕਲਿੱਕ ਕਰਕੇ ਤੁਸੀਂ WhatsApp ਗਰੁੱਪ ਨੂੰ ਜੁਆਇਨ ਕਰ ਲਓ। ਇਹ ਇੱਕ ਪ੍ਰੋਸੈਸ ਹੈ WhatsApp ਗਰੁੱਪ ਦੇ ਵਿੱਚ ਜਾਣ ਦੇ ਲਈ। ਸੋ ਅਗਲਾ ਪੁਆਇੰਟ ਆਪਾਂ ਕੀ ਪੜ੍ਹ ਰਹੇ ਹਾਂ ਕਿ ਕੰਪਨੀ ਦੇ ਉੱਪਰ ਨਿੱਜੀ ਵਪਾਰ ਦੇ ਰੋਕ ਲਗਾ ਦਿੱਤੀ ਗਈ। ਨਿੱਜੀ ਵਪਾਰ ਤੋਂ ਕੀ ਭਾਵ ਹੈ ਵੀ ਜਿਹੜੇ ਕੰਪਨੀ ਦੇ ਖਾਸ ਨੁਮਾਇੰਦੇ ਸੀ, ਜਿਹੜੇ ਪਹਿਲੇ ਪਹੁੰਚ ਵਾਲੇ ਬੰਦੇ ਸੀ, ਉਹ ਆਪਣੇ ਆਪ ਵਪਾਰ ਕਰਨਾ ਉਹਨਾਂ ਨੇ ਸ਼ੁਰੂ ਕਰਤਾ। ਤਾਂ ਉਸ ਵਪਾਰ ਤੇ ਰੋਕ ਲਗਾ ਦਿੱਤੀ ਗਈ 1773 ਦੇ ਐਕਟ ਦੇ ਨਾਲ। ਤਾਂ ਆਪਾਂ 1773 ਦੇ ਐਕਟ ਦੇ ਵਿੱਚ ਕਿੰਨੀਆਂ ਗੱਲਾਂ ਪੜ੍ਹੀਆਂ, ਆਪਾਂ 3 ਗੱਲਾਂ ਪੜ੍ਹੀਆਂ। ਸਭ ਤੋਂ ਪਹਿਲੀ ਗੱਲ ਕੀ ਪੜ੍ਹੀ ਆਪਾਂ ਨੇ, ਬੰਗਾਲ ਦੇ ਗਵਰਨਰ ਨੂੰ ਗਵਰਨਰ ਜਨਰਲ ਆਫ ਬੰਗਾਲ ਚ ਬਦਲਿਆ ਗਿਆ। ਵਾਰਨ ਹੇਸਟਿੰਗਸ ਪਹਿਲਾਂ ਬਣਿਆ ਔਰ ਕੇਂਦਰੀਕਰਨ ਦੀ ਸ਼ੁਰੂਆਤ ਹੋਈ। ਦੂਜਾ ਪੁਆਇੰਟ ਆਪਾਂ ਕੀ ਪੜਿਆ, ਸੁਪਰੀਮ ਕੋਰਟ ਦੀ ਸਥਾਪਨਾ 1773 ਰੈਗੂਲੇਟਿੰਗ ਐਕਟ 1774 ਸਾਲ ਕਲਕੱਤਾ 1+3 ਦਾ ਕੰਬੀਨੇਸ਼ਨ, ਸਰ ਇਲਾਈਜ਼ਾ ਪਹਿਲਾ ਉਹਦਾ ਕੀ ਬਣਿਆ, ਜੱਜ ਬਣਿਆ। ਤੀਸਰਾ ਪੁਆਇੰਟ ਹੈ ਕਿ ਕੰਪਨੀ ਦੇ ਨਿੱਜੀ ਵਪਾਰ ਦੇ ਉੱਪਰ ਰੋਕ ਲਗਾ ਦਿੱਤੀ ਗਈ ਵੀ ਨਿੱਜੀ ਤੌਰ ਤੇ ਜਿਹੜੇ ਕੰਪਨੀ ਦੇ ਅਧਿਕਾਰੀ ਨੇ ਉਹ ਆਪ ਵਪਾਰ ਨਹੀਂ ਕਰਨਗੇ, ਉਹਨਾਂ ਦੇ ਵਿੱਚ ਬ੍ਰਿਟਿਸ਼ ਗਵਰਨਮੈਂਟ ਦੀ ਜਿਹੜੀ ਇੰਟਰਫੇਰੈਂਸ ਆ ਉਹ ਰਹੂਗੀ। 1773 ਦਾ ਕੰਪਲੀਟ ਹੋ ਗਿਆ। ਉਸ ਤੋਂ ਬਾਅਦ ਅਗਲਾ ਐਕਟ ਲਿਆਂਦਾ ਗਿਆ। ਸੈਕੰਡ ਐਕਟ ਜਿਹੜਾ ਹੈ ਉਹਦਾ ਆਪਾਂ ਹੈਡਿੰਗ ਬਣਾਉਣੀ ਹੈ। ਸੈਕੰਡ ਐਕਟ ਆਇਆ ਜੁਰਿਸਡਿਕਸ਼ਨ ਐਕਟ ਆਫ 1781। ਜੁਰਿਸਡਿਕਸ਼ਨ ਐਕਟ ਆਫ 1781 1781 ਦਾ ਐਕਟ ਆਇਆ। 1781 ਦਾ ਐਕਟ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਕੋਈ ਬਹੁਤਾ ਇੰਪੋਰਟੈਂਟ ਨਹੀਂ ਹੈਗਾ, ਪਰ 1781 ਦੇ ਐਕਟ ਦੇ ਦੌਰਾਨ ਦੋ ਚੀਜ਼ਾਂ ਹੋਈਆਂ ਜਿਹੜੀਆਂ ਸਾਨੂੰ ਇੱਕ ਫਲੋ ਦੇ ਵਿੱਚ ਪੜ੍ਹਨੀਆਂ ਪੈਣਗੀਆਂ। ਬਹੁਤ ਘੱਟ ਸਵਾਲ 1781 ਦੇ ਐਕਟ ਦੇ ਵਿੱਚੋਂ ਪੁੱਛਿਆ ਜਾਂਦਾ ਹੈ, ਪਰ ਫਿਰ ਵੀ ਉਹ ਦੋ ਚੀਜ਼ਾਂ ਜਿਹੜੀਆਂ ਹੋਈਆਂ ਉਹਨੂੰ ਅਸੀਂ ਨੋਟ ਕਰ ਲੈਂਦੇ ਹਾਂ। ਸਭ ਤੋਂ ਪਹਿਲਾ ਪੁਆਇੰਟ ਕਿਹਾ ਗਿਆ ਵੀ ਜਿਹੜਾ 1781 ਦਾ ਐਕਟ ਸੀ ਉਹਨੇ ਸਭ ਤੋਂ ਪਹਿਲਾ ਪੁਆਇੰਟ ਲਿਆਂਦਾ ਵੀ ਡਿਊਟੀ ਦੇ ਦੌਰਾਨ ਜਦੋਂ ਕੋਈ ਸਰਕਾਰੀ ਅਧਿਕਾਰੀ ਜਾਂ ਸਰਕਾਰੀ ਅਫਸਰ ਆ, ਜੇ ਉਹ ਆਪਣੀ ਡਿਊਟੀ ਤੇ ਆ ਤੇ ਡਿਊਟੀ ਦੇ ਦੌਰਾਨ ਉਸ ਸਰਕਾਰੀ ਅਧਿਕਾਰੀ ਤੋਂ ਜੇ ਗੋਲੀ ਵੀ ਚੱਲ ਜਾਂਦੀ ਹੈ ਤਾਂ ਉਹਦਾ ਮੁਕੱਦਮਾ ਸੁਪਰੀਮ ਕੋਰਟ ਦੇ ਵਿੱਚ ਨਹੀਂ ਚੱਲੂਗਾ, ਕਿਉਂਕਿ ਉਹ ਆਪਣੀ ਡਿਊਟੀ ਤੇ ਸੀਗਾ। ਮੈਂ ਕੀ ਪੁਆਇੰਟ ਕਿਹਾ, ਜਦੋਂ ਵੀ ਕੋਈ ਸਰਕਾਰੀ ਅਧਿਕਾਰੀ ਕੋਈ ਵੀ ਸਰਕਾਰੀ ਅਫਸਰ ਜਦੋਂ ਆਪਣੀ ਡਿਊਟੀ ਦੇ ਉੱਪਰ ਹੈ, ਆਪਣੀ ਡਿਊਟੀ ਦੇ ਦੌਰਾਨ ਜੇ ਉਹਦੇ ਤੋਂ ਗੋਲੀ ਵੀ ਚੱਲ ਜਾਂਦੀ ਹੈ ਤਾਂ ਇਹ ਮਾਮਲਾ ਸੁਪਰੀਮ ਕੋਰਟ 'ਚ ਨਹੀਂ ਜਾਊਗਾ, ਕਿਉਂਕਿ ਉਹ ਬੰਦਾ ਆਪਣੀ ਡਿਊਟੀ ਕਰ ਰਿਹਾ। ਇਹ ਪੁਆਇੰਟ ਸਾਡੇ ਦੇਸ਼ ਦੇ ਵਿੱਚ ਕਦੋਂ ਆਇਆ, 1781 ਦੇ ਐਕਟ ਦੇ ਨਾਲ ਆਇਆ, ਪਹਿਲੀ ਗੱਲ। ਦੂਜੀ ਗੱਲ ਕੀ ਆਈ ਕਿ ਜੇ ਸੁਪਰੀਮ ਕੋਰਟ ਨੇ ਇੱਕ ਐਲਾਨ ਕੀਤਾ, ਜਿਹੜੀ ਸੁਪਰੀਮ ਕੋਰਟ ਹੈ ਹੁਣ ਡਿਸੀਜਨ ਲੈਣ ਲੱਗ ਗਈ। ਇਹ ਇੱਕ ਇਹੋ ਜਿਹੀ ਬਾਡੀ ਸੀ ਜਿਹੜੀ ਇੱਕ ਜੁਡੀਸ਼ੀਅਲ ਬਾਡੀ ਸੀ ਜਿਹਨੇ ਨਿਆਂ ਕਰਨਾ ਸੀ। ਸੁਪਰੀਮ ਕੋਰਟ ਕੀ ਕਹਿੰਦੀ ਕਿ ਜਦੋਂ ਵੀ ਭਾਰਤ ਵਿੱਚ ਕੋਈ ਨਵਾਂ ਕਾਨੂੰਨ ਬਣਾਇਆ ਜਾਵੇਗਾ, ਕੀ ਕਿਹਾ ਸੁਪਰੀਮ ਕੋਰਟ ਨੇ ਕਿ ਜਦੋਂ ਵੀ ਭਾਰਤ ਦੇ ਵਿੱਚ ਕੋਈ ਵੀ ਨਵਾਂ ਕਾਨੂੰਨ ਬਣਾਇਆ ਜਾਵੇਗਾ, ਨਵਾਂ ਕਾਨੂੰਨ ਭਾਰਤ ਦੇ ਸੰਸਕ੍ਰਿਤੀ, ਨਵਾਂ ਕਾਨੂੰਨ ਭਾਰਤ ਦੀ ਸੰਸਕ੍ਰਿਤੀ ਔਰ ਭਾਰਤ ਦੇ ਵਿੱਚ ਕਿਸੇ ਵੀ ਧਰਮ ਨੂੰ ਠੇਸ ਨਾ ਪਹੁੰਚਾਉਂਦਾ ਹੋਵੇ। ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਤੇ ਲੋਕਾਂ ਦੀਆਂ ਦੇਸ਼ ਪ੍ਰਤੀ ਭਾਵਨਾਵਾਂ ਦੇ ਨਾਲ ਤੁਸੀਂ ਖੇਡ ਨਹੀਂ ਸਕਦੇ। ਜੋ ਕਾਨੂੰਨ ਬਣਾਉਣਾ ਸੁਪਰੀਮ ਕੋਰਟ ਕਹਿੰਦੀ ਉਹਦੇ ਵਿੱਚ ਭਾਰਤ ਦੇ ਕਿਸੇ ਵੀ ਤਰੀਕੇ ਨਾਲ ਸੰਸਕ੍ਰਿਤੀ ਧਰਮ ਨੂੰ ਅਸੀਂ ਠੇਸ ਨਹੀਂ ਪਹੁੰਚਾ ਸਕਦੇ। ਤਾਂ ਦੋ ਪੁਆਇੰਟ ਨੇ, ਗੱਲ ਤਾਂ ਆਮ ਜੀ ਹੈ ਪਰ ਇਹਨੂੰ ਆਪਾਂ ਨੂੰ ਇੱਕ ਰੈਗੂਲਰ ਪੈਟਰਨ ਦੇ ਵਿੱਚ ਪੜ੍ਹਨਾ ਪਊਗਾ। ਕੀ ਪੁਆਇੰਟ ਨੇ, ਸਭ ਤੋਂ ਪਹਿਲਾਂ
सरकारी अफसर अपनी ड्यूटी दौरान जे गोली चला दे तो सुप्रीम कोर्ट च मुकदमा नहीं चलूगा। और सुप्रीम कोर्ट कहती भी जिहड़ा भी भारत दे विच नवां कानून आऊगा वो कानून भारत की संस्कृति ते भारत के धर्म नूं ध्यान च रख के बनाया जावे भी उन्हां नूं ठेस नहीं पहुंचनी चाहिदी। इहदे नाल लोकां दीआं भावनावां नूं ठेस पहुंच जूगी। बस ये 2 पॉइंट तुसीं 1781 दे एक्ट दे विच पढ़ने है। असल दे विच इस तो बाद वाला एक्ट जिहड़ा आउंदा है ना वो बड़ा तकड़ा एक्ट है, वो बहुत इंपॉर्टेंट एक्ट है। उन्हें एक गेम पलट के रखती। जिहड़ी चीज ब्रिटिशर्स 1773 दे रेगुलेटिंग एक्ट दे विच करना चाहुंदे सी वो चीज फाइनली कित्थे आके पॉसिबल हुई है 1784 दे एक्ट दे विच आके। ओदा पहला एक सक्सैसफुल कदम है जिहड़ा वो पुट्टिया गया जां चुक्या गया। हुण आपां अगले एक्ट की गल करदे हां जिहदे बारे आपां सारे जणे जाणू भी हां। पिट्स इंडिया एक्ट 1784। किहड़ा एक्ट? पिट्स इंडिया एक्ट 1784। पिट्स इंडिया एक्ट 1784। इहनूं तुसीं PITTS भी लिख सकदे हो। पंजाबी अंग्रेजी एक्टां दे नाम सेम रहिंदे हुंदे ने। पिट्स इंडिया एक्ट 1784। सब तो पहली गल एक सवाल पेपर च पूछा गया भी जिहड़ा पिट्स इंडिया एक्ट सी इहदा नाम पिट्स इंडिया एक्ट क्यों रखा गया? क्योंकि जदों यह एक्ट 1784 दे विच भारत दे विच आया सी उस समय इंग्लैंड दे प्रधानमंत्री दा नाम विलियम पिट सी। विलियम पिट ने यह लियांदा जिहदे करके विलियम पिट्स ने लियांदा जिहदे करके इस एक्ट दा नाम की रखा गया? इस एक्ट का नाम रखा गया पिट्स इंडिया एक्ट। ये पॉइंट ध्यान च रखना। पहला सवाल साडे हैडिंग चों बन गया कि साडे देश दे विच जदों पिट्स इंडिया एक्ट आया उस समय इंग्लैंड का प्रधानमंत्री कौन सी? जां पिट्स इंडिया एक्ट भारत दे विच किहड़े बंदे दे नाम ते आया? विलियम पिट्स दे नाम ते आया जो उस समय इंग्लैंड दे विच प्रधानमंत्री सी। पहला पॉइंट क्लीयर होया। दूसरा पॉइंट इत्थे की क्लीयर करना भी जो चीज 1773 दे रेगुलेटिंग एक्ट दे विच ब्रिटिशर्स करना चाहुंदे सी पावर उस चीज नूं प्रैक्टिकली इंप्लीमेंट हुंदे आपां कित्थे देखांगे? इत्थे देखांगे। हुण जिहड़ी ब्रिटिश गवर्नमेंट सी इस एक्ट दे दौरान की लैके आई? इस एक्ट दे दौरान लैके आई 2 हिस्सिਆਂ ਦੇ ਵਿੱਚ ਵੰਡਣ ਦੀ पावर। 2 डिपार्टमेंट बना दिते गए। ये गल कह लो। एक बनाया गया कोर्ट ऑफ डायरेक्टर्स। एक की बनाया गया? एक बनाया गया कोर्ट ऑफ डायरेक्टर्स और दूसरा बनाया गया बोर्ड ऑफ कंट्रोल। बोर्ड ऑफ कंट्रोल ते कोर्ट ऑफ डायरेक्टर्स 2 बना दिते गए डिपार्टमेंट वंड दिते गए। हुण शुरू तो जदों 1773 दा रेगुलेटिंग एक्ट आया उथों ब्रिटिशर्स दा मेन मुद्दा की सी कि ईस्ट इंडिया कंपनी सिर्फ व्यापार करन आई है ते वो अपना कंसर्न सिर्फ व्यापार तक देखे। बाकी जिहड़े बाकी दे मुद्दे ने वो असीं संभालांगे। असीं सरकार चलाई जाने आ, साडा सिस्टम है, असीं पॉलिटिकल अफेयर असीं देखांगे। जिन्ने भी राजनीतिक मुद्दे चल रहे ने वो ब्रिटिश गवर्नमेंट देखूगी। ईस्ट इंडिया कंपनी सिर्फ व्यापार देखूगी। तुहाडा काम व्यापार करन दा है। तुसीं साडे तो जिहड़ा पेपर साइन कराया परमिशन वाला वो व्यापार करन वास्ते साइन कराया, ना कि तुसीं इत्थे आके राज करन वास्ते साइन कराया। तां इस तहत 2 अलग बॉडीज बनाईयां गईयां। एक कोर्ट ऑफ डायरेक्टर बनाया गया, एक बोर्ड ऑफ कंट्रोल बनाया गया। जिहड़ा साडा कोर्ट ऑफ डायरेक्टर सी इहदी पावर किहनूं दित्ती गई? ईस्ट इंडिया कंपनी नूं। जिहड़ा कोर्ट ऑफ डायरेक्टर दे अधिकारी होणगे वो कित्थों होणगे? ईस्ट इंडिया कंपनी चों होणगे। और जिहड़ा बोर्ड ऑफ कंट्रोल होऊगा, जिहड़ा बोर्ड ऑफ कंट्रोल होऊगा ਇਹਦੇ ਉੱਪਰ ਅਧਿਕਾਰ ਹੋਊਗਾ ਇੰਗਲੈਂਡ ਦੀ ਪਾਰਲੀਮੈਂਟ ਦਾ, ਇੰਗਲੈਂਡ ਦੀ ਸੰਸਦ ਦਾ। ਤੇ ਇਹਨਾਂ ਕੋਲੇ 2 ਅੱਡ-ਅੱਡ ਕੰਮ ਹੋਣਗੇ। ਇਹਨਾਂ ਕੋਲੇ 2 ਅੱਡ-ਅੱਡ ਕਿਹੜੇ ਕੰਮ ਹੋਣਗੇ? ਵੀ ਜਿਹੜਾ ਤਾਂ ਕੋਰਟ ਆਫ ਡਾਇਰੈਕਟਰਸ ਹੈ ਇਹ ਸਿਰਫ ਇਹ ਕਿਹਦੇ ਕੋਲੇ? ਈਸਟ ਇੰਡੀਆ ਕੰਪਨੀ। ਇਹਨਾਂ ਦਾ ਕੰਮ ਸਾਡੇ ਦੇਸ਼ ਦੇ ਵਿੱਚ ਸਿਰਫ ਕਿਹਨੂੰ ਦੇਖਣਾ ਹੈ? ਵਪਾਰ ਨੂੰ ਦੇਖਣਾ ਹੈ। ਤੁਸੀਂ ਸਿਰਫ ਕਹਿੰਦੇ ਆਪਣੀ ਟ੍ਰੇਡਿੰਗ ਅਫੇਅਰ ਦੇਖੋ, ਤੁਸੀਂ ਸਿਰਫ ਆਪਣਾ ट्रेड देखो, व्यापार देखो, बाकी चिंता असीं करांगे। बाकी चिंता किहड़ी रह गई? जिन्ने पॉलिटिकल अफेयर्स ने, जिन्ने राजनीतिक मामले ने। जिहड़ी इंग्लैंड दी संसद है ये की देखण लग गई? पॉलिटिकल अफेयर्स देखण लग गई। जिन्ने राजनीतिक मुद्दे है जी वो असीं चैक करांगे, तुसीं चैक करोगे अपना व्यापार। ये बहुत इंपॉर्टेंट सवाल बनता है भी किहड़े एक्ट के दौरान 2 अलग अलग डिपार्टमेंट क्रिएट किए गए, 2 अलग अलग बॉडीज बनिया वो अपने 1784 के पिट्स इंडिया एक्ट के तहत बनिया। किन्नियां? 2। एक का नाम कोर्ट ऑफ डायरेक्टर्स, एक का नाम बोर्ड ऑफ कंट्रोल। अंग्रेजी च पढ़ने ने
क्योंकि उस समय अंग्रेजी च ही ना रख रहे सी, इन्हां दा पंजाबी च कोई ना नहीं हैगा। कोर्ट ऑफ डायरैक्टर्स किहनूं कंट्रोल कर रहा सी? ट्रेड नूं। जां कोर्ट ऑफ डायरैक्टर्स किहदे हेठ काम करूगा? ईस्ट इंडिया कंपनी दा। और बोर्ड ऑफ कंट्रोल किहदे हेठ काम करूगा? इंग्लैंड संसद दे। इत्थों गेम पलटनी शुरू हुंदी है। जो चीज ब्रिटिश गवर्नमेंट चाहुंदी है उहदा पहला सक्सैसफुल कदम ਇਹ ਮੰਨਿਆ ਜਾਂਦਾ ਹੈ, ਕਿਉਂਕਿ ਉਹਨਾਂ ਨੇ ਕੀ ਕਰਨਾ, ਉਹਨਾਂ ਨੇ ਪਾਵਰ ਘਟਾਉਣੀ ਹੈ ਈਸਟ ਇੰਡੀਆ ਕੰਪਨੀ ਦੇ, ਤੇ ਘਟਾ ਦਿੱਤੀ ਗਈ। ਘਟਾ ਕੇ ਦਿੱਤੀ ਗਈ, ਇਕੱਲਾ ਵਪਾਰ ਰਹਿ ਗਿਆ, ਬਾਕੀ ਸਭ ਕੁਝ ਲੈ ਗਈ। ਹੁਣ ਅਗਲਾ ਪੁਆਇੰਟ, ਆਪਣਾ ਪਹਿਲਾ ਪੁਆਇੰਟ ਕਲੀਅਰ ਹੋਇਆ ਤੁਹਾਨੂੰ ਕਿ ਪਹਿਲਾ ਪੁਆਇੰਟ ਇਹ ਆਇਆ। ਅਗਲਾ ਪੁਆਇੰਟ ਕੀ ਆਇਆ 1784 ਦੇ ਐਕਟ ਦੇ ਨਾਲ? ਆਪਾਂ ਪਿਛਲੇ ਐਕਟ ਦੇ ਵਿੱਚ ਇੱਕ ਕੌਂਸਲ ਪੜ੍ਹੀ ਸੀ, ਆਪਾਂ ਪਿਛਲੇ ਐਕਟ ਦੇ ਵਿੱਚ ਇੱਕ ਕੌਂਸਲ ਪੜ੍ਹੀ ਸੀ ਕਿ ਜਿਹੜਾ ਗਵਰਨਰ ਜਨਰਲ ਆਫ ਬੰਗਾਲ ਹੈ ਉਹਦੇ ਵਾਸਤੇ ਇੱਕ ਕਾਰਜਕਾਰੀ ਕੌਂਸਲ ਬਣਾਈ ਗਈ ਸੀ। ਉਹ ਕਾਰਜਕਾਰੀ ਕੌਂਸਲ ਜਿਹਨੂੰ ਤੁਸੀਂ ਐਗਜ਼ੀਕਿਊਟਿਵ ਕੌਂਸਲ ਕਹਿ ਦਿੰਦੇ ਹੋ, ਉਹ ਕਾਰਜਕਾਰੀ ਕੌਂਸਲ ਜਿਹਨੂੰ ਤੁਸੀਂ ਐਗਜ਼ੀਕਿਊਟਿਵ ਕੌਂਸਲ ਕਹਿ ਦਿੰਦੇ ਹੋ, ਉਹਦੇ ਮੈਂਬਰ 4 ਤੋਂ ਘਟਾ ਕੇ 3 ਕਰ ਦਿੱਤੇ ਗਏ। ਇਹ ਵੀ ਪੁਆਇੰਟ ਯਾਦ ਰੱਖਣਾ, ਮੈਂ ਤੁਹਾਨੂੰ ਕਿਹਾ ਸੀ ਵੀ ਐਗਜ਼ੀਕਿਊਟਿਵ ਕੌਂਸਲ ਯਾਦ ਰੱਖਣੀ ਹੈ। 1773 ਦੇ ਐਕਟ ਦੇ ਵਿੱਚ ਐਗਜ਼ੀਕਿਊਟਿਵ ਕੌਂਸਲ ਕ੍ਰੀਏਟ ਕੀਤੀ ਗਈ, ਔਰ ਉਹ ਐਗਜ਼ੀਕਿਊਟਿਵ ਕੌਂਸਲ ਸੀ ਜਿਹੜੀ ਉਹਦੇ ਚ ਕਿੰਨੇ ਮੈਂਬਰ ਅਪਾਇੰਟ ਕੀਤੇ ਗਏ? 4। 1784 ਦੇ ਪਿਟਸ ਇੰਡੀਆ ਐਕਟ ਦੇ ਤਹਿਤ ਇੱਕ ਕਾਰਜਕਾਰੀ ਕੌਂਸਲ ਦੀ ਗਿਣਤੀ 4 ਤੋਂ ਘਟਾ ਕੇ 3 ਕਰ ਦਿੱਤੀ ਗਈ। ਔਰ ਇਹ ਪਹਿਲਾ ਕਦਮ ਸੀ, ਇਹ ਪਹਿਲਾ ਕਦਮ ਸੀ ਜਿਹੜਾ ਬ੍ਰਿਟਿਸ਼ ਸਰਕਾਰ ਦਾ ਇੱਕ ਸਕਸੈਸਫੁਲ ਕਦਮ ਰਿਹਾ, ਇੱਕ ਕਾਮਯਾਬ ਕਦਮ ਰਿਹਾ। ਅਦਰਵਾਈਜ਼ 1773 ਵਾਲਾ ਐਕਟ ਫੇਲ ਹੋਇਆ ਸੀ, ਨਾਟ ਵੈਰੀ ਸਕਸੈਸਫੁਲ। ਜੋ ਚਾਹੁੰਦੇ ਸੀ ਉਹ ਇੱਥੇ ਹੋ ਨਹੀਂ ਪਾਇਆ 1773 ਦੇ ਐਕਟ ਦੇ ਨਾਲ, ਜੋ ਈਸਟ ਇੰਡੀਆ ਕੰਪਨੀ ਦੀ ਪਾਵਰ ਘੱਟ ਕਰਨ ਨੂੰ ਉਹ ਕਹਿ ਰਹੇ ਸੀ। ਇਹ ਫਾਈਨਲੀ ਕਦੋਂ ਹੁੰਦਾ ਹੈ? 1784 ਦੇ ਪਿਟਸ ਇੰਡੀਆ ਐਕਟ ਦੇ ਨਾਲ। ਹੁਣ ਇਸ ਤੋਂ ਬਾਅਦ ਕੀ ਹੁੰਦਾ? ਇਹ ਤੋਂ ਬਾਅਦ ਬ੍ਰਿਟਿਸ਼ ਗਵਰਨਮੈਂਟ ਦਾ ਈਸਟ ਇੰਡੀਆ ਕੰਪਨੀ ਦੇ ਉੱਪਰ ਹੋਲਡ ਬਣਨਾ ਸ਼ੁਰੂ ਹੋ ਜਾਂਦਾ, ਕੰਟਰੋਲ ਬਣਨਾ ਸ਼ੁਰੂ ਹੋ ਜਾਂਦਾ ਹੈਗਾ। ਇਹ ਬਹੁਤ ਵੱਡੀ ਗੱਲ ਹੈ। ਹੁਣ ਕੰਪਨੀ ਦਾ ਜ਼ਿਆਦਾਤਰ ਕੰਟਰੋਲ ਕਿਹਦੇ ਕੋਲੇ ਸ਼ਿਫਟ ਹੋਈ ਜਾਂਦਾ ਹੈ? ਬ੍ਰਿਟਿਸ਼ ਗਵਰਨਮੈਂਟ ਕੋਲੇ। ਇਹ ਚੀਜ਼ ਅਸੀਂ ਕਿਹੜੇ ਐਕਟ ਤੋਂ ਬਾਅਦ ਭਲੀ ਭਾਂਤੀ ਨੋਟ ਕਰਾਂਗੇ? 1784 ਦੇ ਪਿਟਸ ਇੰਡੀਆ ਐਕਟ ਤੋਂ ਬਾਅਦ। ਹੁਣ ਆਪਾਂ ਅਗਲਾ ਐਕਟ ਪੜ੍ਹਦੇ ਹਾਂ। ਅਗਲਾ ਕੀ ਆਇਆ? ਅਗਲਾ ਆਇਆ ਜੀ 1786 ਦਾ ਐਕਟ। ਇਹਨੂੰ ਪੜ੍ਹਨ ਦੀ ਲੋੜ ਨਹੀਂ, 1786 ਦਾ ਐਕਟ ਤੁਸੀਂ ਛੱਡ ਸਕਦੇ ਹੋ, ਇਹਦਾ ਸਵਾਲ ਕਦੇ ਨਹੀਂ ਆਇਆ ਪੇਪਰ ਦੇ ਵਿੱਚ। ਹੁਣ ਆਪਾਂ ਜਿਹੜਾ ਅਗਲਾ ਜ਼ਬਰਦਸਤ ਐਕਟ ਪੜ੍ਹਨਾ ਹੈ ਉਹ ਪੜ੍ਹਨਾ ਚਾਰਟਰ ਐਕਟ। ਉਹ ਪੜ੍ਹਨਾ ਆਪਾਂ ਨੇ ਚਾਰਟਰ ਐਕਟ 1793। ਆਹ ਬਹੁਤ ਇੰਪੋਰਟੈਂਟ ਹੈ, ਚਾਰਟਰ ਐਕਟ 1793। ਇਸ ਐਕਟ ਦੇ ਦੌਰਾਨ ਕੀ ਕਿਹਾ ਗਿਆ? ਸਭ ਤੋਂ ਪਹਿਲਾ ਪੁਆਇੰਟ ਧਿਆਨ ਨਾਲ ਸੁਣਨਾ ਹੈ। ਇਸ ਐਕਟ ਦੇ ਦੌਰਾਨ ਕਿਹਾ ਗਿਆ ਵੀ ਭਾਰਤ ਦੇ ਵਿੱਚ ਹਰ 20 ਸਾਲ ਬਾਅਦ, ਭਾਰਤ ਦੇ ਵਿੱਚ ਹਰ 20 ਸਾਲ ਬਾਅਦ ਜਿਹੜਾ ਇੱਕ ਚਾਰਟਰ ਹੈ ਉਹ ਇੰਟਰੋਡਿਊਸ ਕਰਵਾਇਆ ਜਾਊਗਾ। ਮਤਲਬ 20 ਸਾਲਾਂ ਤੋਂ ਬਾਅਦ ਚਾਰਟਰ ਬਣ ਕੇ ਆਇਆ ਕਰੂਗਾ ਵੀ 20 ਸਾਲਾਂ ਦੇ ਵਿੱਚ ਕੀ ਪਰਫਾਰਮੈਂਸ ਰਹੀ ਹੈ, ਕੀ ਕੰਮ ਹੋਇਆ, ਕੀ ਹੋਰ ਕਰਨਾ ਚਾਹੀਦਾ। ਇਹ ਕਿਹੜੇ ਐਕਟ ਦੇ ਨਾਲ ਫਾਈਨਲ ਹੋਇਆ? 1793 ਦੇ ਐਕਟ ਦੇ ਨਾਲ। ਤਾਂ ਹੀ ਅਸੀਂ ਪੜਾਂਗੇ 1793 ਤੋਂ ਬਾਅਦ ਫਿਰ 20 ਸਾਲਾਂ ਬਾਅਦ 1813 ਦਾ ਐਕਟ, 1813 ਤੋਂ ਬਾਅਦ 20 ਸਾਲਾਂ ਬਾਅਦ 1833 ਦਾ ਐਕਟ, ਫਿਰ 20 ਸਾਲਾਂ ਬਾਅਦ 1853 ਦਾ ਐਕਟ। ਇਹ ਪੋਸੀਬਲ ਕਿਵੇਂ ਹੋਇਆ? ਇਹ ਚਾਰਟਰ ਐਕਟ 1793 ਤੋਂ ਪੋਸੀਬਲ ਹੋਇਆਗਾ ਕਿ ਭਾਈ ਸਾਡੇ ਦੇਸ਼ ਦੇ ਵਿੱਚ ਹਰ 20 ਸਾਲ, ਹਰ 20 ਸਾਲ ਦੇ ਬਾਅਦ ਇੱਕ ਚਾਰਟਰ ਰੀਨਿਊ ਕਰਕੇ ਲਿਆਂਦਾ ਜਾਊਗਾ। ਦੂਸਰਾ ਪੁਆਇੰਟ, ਦੂਸਰਾ ਪੁਆਇੰਟ ਇਹਦੇ ਚ ਕੀ ਆਇਆ? ਦੂਸਰਾ ਪੁਆਇੰਟ ਇਹਦੇ ਵਿੱਚ ਆਇਆ ਵੀ ਜਿੰਨੇ ਮੈਂਬਰ ਬ੍ਰਿਟਿਸ਼ ਗਵਰਨਮੈਂਟ ਅਪਾਇੰਟ ਕਰਕੇ ਭਾਰਤ ਦੇ ਵਿੱਚ ਪਹੁੰਚਾਉਂਦੀ ਹੈ ਜਾਂ ਭਾਰਤ ਦੇ ਵਿੱਚ ਭੇਜਦੀ ਹੈ, ਜਿੰਨੇ ਵੀ ਸਾਰੇ ਮੈਂਬਰ ਆਉਂਦੇ ਨੇ ਜਿਹੜੇ ਸਾਡੇ ਭਾਰਤ ਦੇ ਵਿੱਚ ਕੰਮ ਕਰ ਰਹੇ ਨੇ, ਜੋ ਕਿ ਬ੍ਰਿਟਿਸ਼ਨ ਮੈਂਬਰ ਨੇ। ਗੱਲ ਸੁਣੋ ਧਿਆਨ ਨਾਲ, ਗੇਮ ਕਿੱਥੇ ਘੁੰਮ ਰਹੀ ਆ। ਜਿੰਨੇ ਵੀ ਬ੍ਰਿਟਿਸ਼ਨਸ ਮੈਂਬਰ ਨੇ ਜਿਹੜੇ ਭਾਰਤ ਦੇ ਵਿੱਚ ਕੰਮ ਕਰ ਰਹੇ ਨੇ, ਉਹਨਾਂ ਦੀ ਤਨਖਾਹ, ਉਹਨਾਂ ਦੀ ਸੈਲਰੀ, ਉਹਨਾਂ ਨੂੰ ਜੋ ਪੈਸਾ ਦਿੱਤਾ ਜਾਊਗਾ ਉਹ ਭਾਰਤ ਦੇ ਰਿਵੈਨਿਊ ਸਿਸਟਮ ਦੇ ਵਿੱਚੋਂ ਦਿੱਤਾ ਜਾਊਗਾ। ਉਹ ਭਾਰਤ ਦੇ ਰਿਵੈਨਿਊ ਸਿਸਟਮ ਦੇ ਵਿੱਚੋਂ ਦਿੱਤਾ ਜਾਊਗਾ। ਇੰਗਲੈਂਡ ਦੀ ਸਰਕਾਰ ਉਹਨਾਂ ਨੂੰ ਪੇ ਨਹੀਂ ਕਰੂਗੀ, ਇੰਗਲੈਂਡ ਉਹਨਾਂ ਨੂੰ ਪੇ ਨਹੀਂ ਕਰੂਗਾ। ਜਿਹੜੇ ਮੈਂਬਰ, ਜਿਹੜੇ ਸਰਕਾਰੀ ਬੰਦੇ ਇੰਗਲੈਂਡ ਤੋਂ ਅਪਾਇੰਟ ਹੋ ਕੇ ਭਾਰਤ ਦੇ ਵਿੱਚ ਆਉਂਦੇ ਨੇ, ਉਹਨਾਂ ਦਾ ਰਿਵੈਨਿਊ ਸਟਰਕਚਰ ਹੈ ਜਿਹੜਾ ਉਹ ਕੌਣ ਕੱਢੂਗਾ? ਉਹ ਕੱਢੂਗਾ ਭਾਰਤ ਦਾ ਰਿਵੈਨਿਊ, ਭਾਰਤ ਤਨਖਾਹਾਂ ਦੇਊਗਾ। ਇਹ ਸਿਲਸਿਲਾ 1919 ਤੱਕ ਚੱਲਿਆ, ਇਹ 1919 ਤੱਕ ਚੱਲਿਆ। ਇਹ ਚੀਜ਼ ਯਾਦ ਰੱਖਣੀ ਹੈ। ਉਸ ਤੋਂ ਬਾਅਦ ਕਿਤੇ ਜਾ ਕੇ ਇਸ ਚੀਜ਼ ਦਾ ਰੌਲਾ ਪੈ ਕੇ ਇੰਪਲੀਮੈਂਟ ਹੋਇਆ। ਆਪਾਂ 1909 ਤੇ 1919 ਦਾ ਐਕਟ ਪੜਾਂਗੇ, ਉੱਥੇ ਮੈਂ ਤੁਹਾਨੂੰ ਦੱਸੂਗੀ ਜਾ ਕੇ ਦੁਬਾਰਾ ਫੇਰ। ਦੂਸਰਾ ਪੁਆਇੰਟ ਇਹ ਹੋਇਆ। ਤੀਸਰਾ ਪੁਆਇੰਟ ਚਾਰਟਰ ਐਕਟ ਦਾ ਕੀ ਹੋਇਆ? ਕਿਹੜਾ ਹੋਇਆ? ਈਸਟ ਇੰਡੀਆ ਕੰਪਨੀ ਨੂੰ
ईस्ट इंडिया कंपनी नू, देखो कंपनी विच ही है, गई नहीं कंपनी हजे, पावर घट करती पर कंपनी भारत च ही है। ईस्ट इंडिया कंपनी नू आजादी देती, कादी आजादी देती कि तुसी अफीम दा व्यापार कर लो चाइना दे नाल, अफीम दा व्यापार कर लो चीन दे नाल। ये जाके ना चीन दे विच रेवोल्यूशन भी चली सी, चीन दे लोग बहुत आदी हो गए सी फीम खाण दे। 1793 ਦੇ ਐਕਟ ਦੇ ਨਾਲ ਈਸਟ ਇੰਡੀਆ ਕੰਪਨੀ ਨੂੰ ਚਾਈਨਾ ਦੇ ਨਾਲ ਅਫੀਮ ਦਾ ਵਪਾਰ ਕਰਨ ਦੀ ਆਜ਼ਾਦੀ ਦੇ ਦਿੱਤੀ ਗਈ ਵੀ ਚਲੋ ਤੁਸੀਂ ਮਤਲਬ ਗੋਲੀ ਪਾਈ, ਕਹਿਣ ਦਾ ਭਾਵ ਗੋਲੀ ਪਾਈ ਹੈ। 3 ਪੁਆਇੰਟ ਕਲੀਅਰ ਹੈ। 1793 ਦਾ ਐਕਟ 3 ਪੁਆਇੰਟ ਲੈ ਕੇ ਆਏ। ਸਭ ਤੋਂ ਪਹਿਲਾ ਪੁਆਇੰਟ, ਹਰ 20 ਸਾਲ ਬਾਅਦ ਚਾਰਟਰ ਰਿਵਾਈਜ਼ ਕੀਤਾ ਜਾਊਗਾ। ਦੂਸਰਾ ਪੁਆਇੰਟ, ਸਾਰੇ ਮੈਂਬਰਾਂ ਦੀ ਤਨਖਾਹ ਭਾਰਤ ਦੇ ਖਾਤੇ ਚੋਂ ਦਿੱਤੀ ਜਾਊਗੀ। ਤੀਸਰਾ ਪੁਆਇੰਟ, ਈਸਟ ਇੰਡੀਆ ਕੰਪਨੀ ਨੂੰ ਚੀਨ ਦੇ ਨਾਲ ਅਫੀਮ ਦੇ ਵਪਾਰ ਨੂੰ ਲੈ ਕੇ ਕੀ ਮਿਲ ਗਈ, ਆਜ਼ਾਦੀ ਮਿਲ ਗਈ। ਇਹ ਪੁਆਇੰਟ ਧਿਆਨ ਚ ਰੱਖਣਾ। ਹੁਣ ਉਸ ਤੋਂ ਬਾਅਦ ਅਗਲਾ ਐਕਟ ਆਉਂਦਾ 20 ਸਾਲਾਂ ਬਾਅਦ, ਫਿਰ ਐਕਟ ਆਉਂਦਾ 1793 ਚ ਆਇਆ, 20 ਸਾਲਾਂ ਬਾਅਦ ਕਦੋਂ ਆਊਗਾ, 1813, ਚਾਰਟਰ ਐਕਟ ਆਫ 1813। ਪੁਆਇੰਟ ਬਣਾਓ ਜੀ ਸਾਰੇ ਜਣੇ, ਚਾਰਟਰ ਐਕਟ 1813। ਇੱਕ ਕਾਫੀ ਬੱਚੇ ਨਾ ਨੋਟਸ ਦਾ ਕਹਿ ਰਹੇ ਸੀ, ਆ ਪੁਆਇੰਟ ਮਿਨੀਮਲ ਜਿਹੜੇ ਪੁਆਇੰਟ ਨੇ ਨਾਲ ਦੀ ਨਾਲ ਨੋਟ ਕਰਨੇ ਨੇ। ਇਸ ਤੋਂ ਵਧੀਆ ਨੋਟਸ, ਇਸ ਤੋਂ ਵਧੀਆ ਪੁਆਇੰਟ ਤੁਹਾਨੂੰ ਕਿਤੇ ਨਹੀਂ ਮਿਲਨੇ ਹੈਗੇ। ਇਹ ਪੁਆਇੰਟ ਤੁਸੀਂ ਆਪਣੇ ਦਿਮਾਗ ਦੇ ਵਿੱਚ ਰੱਖਣੇ ਨੇ ਕਿ ਜੋ ਕਲਾਸ ਦੇ ਵਿੱਚ ਹੋ ਗਿਆ, ਇੰਨੀ ਸੌਖੀ ਭਾਸ਼ਾ ਦੇ ਵਿੱਚ ਕਿਸੇ ਕਿਤਾਬ 'ਚ ਗੱਲਾਂ ਨਹੀਂ ਲਿਖਣੀਆਂ। ਮੈਨੂੰ ਐਕਟ ਤਾਂ ਵੈਸੇ ਹੀ ਸਮਝ ਨਹੀਂ ਆਉਂਦੇ ਹੁੰਦੇ, ਠੀਕ ਹੈ। ਸੋ ਇਹਨੂੰ ਇੱਥੋਂ ਨੋਟ ਕਰੀ ਜਾਓ ਪੁਆਇੰਟ ਨਾਲ ਦੀ ਨਾਲ। ਅਗਲਾ ਪੁਆਇੰਟ ਹੈ, ਜ਼ਬਰਦਸਤ ਪੁਆਇੰਟ ਹੈ, ਪੇਪਰ ਦੇ ਵਿੱਚ ਰਿਪੀਟਡਲੀ ਪੁੱਛਿਆ ਜਾਣ ਵਾਲਾ ਪੁਆਇੰਟ ਹੈ। ਪਹਿਲੀਆਂ 'ਚ ਆ ਕੇ ਛਾਲ ਮਾਰੀ, ਛਾਲ ਕਿਹੜੀ ਮਾਰੀ, ਚਾਰਟਰ ਐਕਟ 1813 ਨੇ ਈਸਟ ਇੰਡੀਆ ਕੰਪਨੀ ਦੀ ਮੋਨੋਪੋਲੀ ਖਤਮ ਕਰਤੀ, ਵਪਾਰ ਦੇ ਉੱਪਰ ਮੋਨੋਪੋਲੀ ਖਤਮ ਕਰ ਦਿੱਤੀ ਗਈ। ਲਿਖੋ ਪੁਆਇੰਟ ਫਿਰ ਦੱਸਦੀ ਹਾਂ। ਈਸਟ ਇੰਡੀਆ ਕੰਪਨੀ ਦਾ ਵਪਾਰ ਉੱਪਰ ਏਕਾਧਿਕਾਰ ਦਾ ਖਾਤਮਾ, ਵਪਾਰ ਉੱਪਰ ਏਕਾਧਿਕਾਰ, ਏਕਾਧਿਕਾਰ ਮੋਨੋਪੋਲੀ, ਏਕਾਧਿਕਾਰ ਮਤਲਬ ਮੋਨੋਪੋਲੀ ਖਤਮ ਕਰਤੀ, ਮੋਨੋਪੋਲੀ ਖਤਮ। ਵੈਰੀ ਵੈਰੀ ਇੰਪੋਰਟੈਂਟ ਪੁਆਇੰਟ, ਮੋਨੋਪੋਲੀ ਖਤਮ। ਕਿਵੇਂ ਮੋਨੋਪੋਲੀ? ਹੁਣ ਜਿੰਨਾ ਅੱਜ ਤੱਕ ਇੰਗਲੈਂਡ ਤੋਂ ਭਾਰਤ ਵਿੱਚ ਜਿੰਨਾ ਵੀ ਵਪਾਰ ਹੋ ਰਿਹਾ ਸੀ, ਧਿਆਨ ਨਾਲ ਸੁਣਨਾ, ਇੰਗਲੈਂਡ ਤੋਂ ਭਾਰਤ ਵਿੱਚ ਜਿੰਨਾ ਵੀ ਵਪਾਰ ਹੋ ਰਿਹਾ ਸੀ, ਉਹ ਸਾਰਾ ਵਪਾਰ ਕੌਣ ਕਰ ਰਿਹਾ ਸੀ, ਈਸਟ ਇੰਡੀਆ ਕੰਪਨੀ ਕਰ ਰਹੀ ਸੀ। ਈਸਟ ਇੰਡੀਆ ਕੰਪਨੀ ਤਾਂ ਇੱਕ ਹੈ ਤਾਂ ਕੰਪਨੀ ਨਾ। ਇੰਗਲੈਂਡ ਦੀ ਸਰਕਾਰ ਕੀ ਕਹਿੰਦੀ ਵੀ ਇੰਗਲੈਂਡ ਦੀਆਂ ਹੋਰ ਕੰਪਨੀਆਂ ਵੀ ਭਾਰਤ ਵਿੱਚ ਜਾ ਕੇ ਵਪਾਰ ਕਰ ਸਕਦੀਆਂ ਨੇ, ਤੁਸੀਂ ਕੋਈ ਲੈਦੇ ਜੰਮੇ ਹੋ, ਤੁਸੀਂ ਕੋਈ ਹਨਾ ਮਤਲਬ ਘੈਂਟ ਹੋ ਤੁਸੀਂ ਬਾਲੇ ਵੀ ਤੁਸੀਂ ਇਕੱਲੇ ਵਪਾਰ ਕਰੋਗੇ। ਗੱਲ ਕੁਛ ਨਹੀਂ, ਗੱਲ ਈਸਟ ਇੰਡੀਆ ਕੰਪਨੀ ਨੂੰ ਆਪਣੀ ਔਕਾਤ ਦਿਖਾ ਰਹੇ ਨੇ ਵੀ ਤੁਸੀਂ ਭਾਈ ਸਾਡੇ ਕੋਲੋਂ ਆਏ ਹੋ ਤੇ ਤੁਹਾਨੂੰ ਸਾਡੀ ਗੱਲ ਮੰਨਣੀ ਪਊਗੀ। ਆਏ ਨਹੀਂ ਤੁਸੀਂ ਮੌਜ ਨਾਲ ਇੱਥੇ ਆ ਕੇ ਰਾਜੇ ਬਣ ਕੇ ਬਹਿ ਗਏ, ਹਨਾ ਤੁਹਾਡਾ ਰਾਜ ਨਹੀਂ ਚੱਲਦਾ। ਇਹ ਪੁਆਇੰਟ 1813 ਦੇ ਐਕਟ ਦੇ ਨਾਲ ਜ਼ਬਰਦਸਤ ਮੂਵ ਲੈ ਕੇ ਗਿਆ ਕਿ ਈਸਟ ਇੰਡੀਆ ਕੰਪਨੀ ਦੀ ਜਿਹੜੀ ਮੋਨੋਪੋਲੀ ਬਣੀ ਹੋਈ ਸੀ, ਪਹਿਲਾਂ ਇੰਗਲੈਂਡ ਨਾਲ ਸਿਰਫ ਵਪਾਰ ਕੌਣ ਕਰਦਾ ਸੀ ਭਾਰਤ ਚ, ਈਸਟ ਇੰਡੀਆ ਕੰਪਨੀ। ਦੂਜਾ ਤਾਂ ਬੰਦਾ ਹੀ ਨਹੀਂ ਆਉਂਦਾ ਸੀ, ਦੂਜਾ ਤਾਂ ਇਹ ਬੰਦੇ ਹੀ ਨਹੀਂ ਉੱਠਣ ਦਿੰਦੇ ਸੀ, ਇੰਨੀ ਪਾਵਰ ਸੀ ਇਹਨਾਂ ਦੀ। ਤਾਂ ਇਹ ਭਾਈ ਹੁਣ ਖਤਮ ਹੋ ਗਿਆ। ਐਵੇਂ ਨਹੀਂ ਵੀ ਕੋਈ ਵੀ ਵਪਾਰ ਕਰੇਗਾ। ਪਹਿਲਾਂ ਭਾਰਤ ਨਾਲ ਸਾਰਾ ਵਪਾਰ ਈਸਟ ਇੰਡੀਆ ਕੰਪਨੀ, ਮਤਲਬ ਮਾਚਿਸ ਦੀ ਤੀਲੀ ਤੋਂ ਲੈ ਕੇ ਟੈਕਸਟਾਈਲ ਤੱਕ ਦਾ ਵਪਾਰ ਈਸਟ ਇੰਡੀਆ ਕੰਪਨੀ ਕਰਦੀ ਸੀ। ਹੁਣ ਇਹ ਚੀਜ਼ ਓਪਨ ਕਰਨੀ ਪੈਗੀ। ਅਸਲ ਦੇ ਵਿੱਚ ਜਦੋਂ 1813 ਦਾ ਐਕਟ ਚੱਲਿਆ ਨਾ, ਇਹ ਤੋਂ ਚੱਲ ਰਿਹਾ ਸੀ ਇੰਗਲੈਂਡ ਦੇ ਵਿੱਚ ਇੰਡਸਟਰੀਅਲ ਰੈਵੋਲਿਊਸ਼ਨ, ਇੰਡਸਟਰੀਅਲ ਰੈਵੋਲਿਊਸ਼ਨ। ਉੱਥੇ ਵਪਾਰੀ ਵਰਗ ਨੇ ਪਾ ਲਿਆ ਰੌਲਾ ਵੀ ਜਿਹੜਾ ਤੁਸੀਂ ਕੱਲਾ ਵਪਾਰ ਈਸਟ ਇੰਡੀਆ ਕੰਪਨੀ ਨੂੰ ਕਰਨ ਨੂੰ ਦੇਈ ਜਾਂਦੇ ਹੋ, ਸਾਨੂੰ ਵੀ ਹੱਕ ਹੋਣਾ ਚਾਹੀਦਾ, ਅਸੀਂ ਵੀ ਵਪਾਰ ਕਰਾਂਗੇ। ਤਾਂ ਕਰਕੇ ਇਹ ਚੀਜ਼ ਪ੍ਰੈਕਟੀਕਲੀ ਇੰਡੀਆ ਦੇ ਵਿੱਚ ਆ ਕੇ ਇੰਪਲੀਮੈਂਟ ਹੋਈ। ਇਹ ਪੁਆਇੰਟ ਬਹੁਤ ਇੰਪੋਰਟੈਂਟ ਹੈ ਕਿ ਸਾਡੇ ਦੇਸ਼ ਦੇ ਵਿੱਚ ਈਸਟ ਇੰਡੀਆ ਕੰਪਨੀ ਦੀ ਮੋਨੋਪੋਲੀ ਕਿਹੜੇ ਐਕਟ ਦੇ ਨਾਲ ਖਤਮ ਹੁੰਦੀ, 1813। ਪਰ ਇੱਕ ਚੀਜ਼ ਯਾਦ ਰੱਖਣੀ ਹੈ, ਦੋ ਚੀਜ਼ਾਂ ਨੂੰ ਛੱਡ ਕੇ, ਇੱਕ ਤਾਂ ਚਾਹ ਦਾ ਵਪਾਰ ਤੇ ਦੂਜਾ ਚੀਨ ਦੇ ਨਾਲ ਵਪਾਰ। ਇਹ ਦੋਵੇਂ ਵਪਾਰ ਤੇ ਮੋਨੋਪੋਲੀ ਅਜੇ ਈਸਟ ਇੰਡੀਆ ਕੰਪਨੀ ਦੀ ਹੀ ਹੈ। ਇਹ ਪੁਆਇੰਟ ਧਿਆਨ ਚ ਰੱਖਣਾ, ਦਿਮਾਗ ਚ ਬਿਠਾ ਕੇ ਰੱਖਣਾ। ਅਜੇ ਕੰਪਲੀਟ ਮੋਨੋਪੋਲੀ ਖਤਮ ਨਹੀਂ ਹੋਈ, ਕੰਪਲੀਟ ਮੋਨੋਪੋਲੀ ਖਤਮ ਕਰਾਂਗੇ ਅਗਲੇ ਐਕਟ ਦੇ ਵਿੱਚ। ਇੱਥੇ ਤੱਕ ਫਿਲਹਾਲ ਕੀ ਹੈ, ਚਾਹ ਦੇ ਵਪਾਰ ਨੂੰ ਛੱਡ ਕੇ, ਇੱਕ ਤਾਂ ਵੀ ਕੱਲੀ ਜਿਹੜੀ ਚਾਹ
ਚਾਹ ਦੇ ਸ਼ੌਕੀਨ ਨੇ ਉਹ ਲੋਕ, ਜਿਹੜੀ ਚਾਹ ਉਹਦਾ ਵਪਾਰ ਸਿਰਫ ਈਸਟ ਇੰਡੀਆ ਕੰਪਨੀ ਕਰੂਗੀ, ਹੋਰ ਕੋਈ ਨਹੀਂ ਕਰ ਸਕਦਾ। ਦੂਜਾ, ਚਾਈਨਾ ਨਾਲ ਜੋ ਵੀ ਵਪਾਰ ਹੋ ਰਿਹਾ ਉਹ ਵੀ ਇਕੱਲੀ ਈਸਟ ਇੰਡੀਆ ਕੰਪਨੀ ਕਰੂਗੀ, ਹੋਰ ਕੋਈ ਨਹੀਂ ਕਰ ਸਕਦਾ, ਕਿਉਂਕਿ ਚਾਈਨਾ ਵਾਲੇ ਫੀਮ ਦਾ ਵਪਾਰ ਬਹੁਤ ਹੋਣ ਲੱਗ ਗਿਆ ਸੀ, ਬੈਨੀਫਿਟ ਬਹੁਤ ਸੀ, ਉਹ ਫਾਈਨੈਂਸ਼ੀਅਲ ਬੈਨੀਫਿਟ ਕਰਕੇ ਚੀਜ਼ ਆ ਜਿਹੜੀ ਉਹ ਪੋਸੀਬਲ ਹੋਈ। ਉਸ ਤੋਂ ਬਾਅਦ ਤੀਸਰਾ ਪੁਆਇੰਟ ਕੀ ਆਇਆ, ਪੁਆਇੰਟ ਧਿਆਨ ਨਾਲ ਦੇਖਣੇ ਨੇ। 1813 ਦੇ ਐਕਟ ਦੇ ਇੱਕ ਪੁਆਇੰਟ ਹੀ ਆਇਆ ਹਜੇ ਤੱਕ, ਤਾਂ ਦੋ ਮੰਨ ਲਓ ਇਹਨੂੰ, ਈਸਟ ਇੰਡੀਆ ਕੰਪਨੀ ਦਾ ਮੋਨੋਪੋਲੀ ਖਤਮ ਚਾਹ ਦੇ ਵਪਾਰ ਨੂੰ ਛੱਡ ਕੇ ਤੇ ਚੀਨ ਦੇ ਨਾਲ ਵਪਾਰ ਨੂੰ ਛੱਡ ਕੇ। ਦੂਸਰਾ ਪੁਆਇੰਟ ਕੀ ਆਇਆ ਵੀ ਆਪਣੇ ਦੇਸ਼ ਦੇ ਐਜੂਕੇਸ਼ਨ ਸਿਸਟਮ ਦੇ ਉੱਪਰ ਧਿਆਨ ਦਿੱਤਾ ਗਿਆ। ਕਹਿੰਦੇ ਵੀ ਭਾਰਤ ਦੇ ਵਿੱਚ ਸਿੱਖਿਆ ਦੇ ਪ੍ਰਸਾਰ ਵਾਸਤੇ, ਭਾਰਤ ਦੇ ਵਿੱਚ ਐਜੂਕੇਸ਼ਨ ਸਿਸਟਮ ਨੂੰ ਪ੍ਰਮੋਟ ਕਰਨ ਵਾਸਤੇ ਹਰ ਸਾਲ 1 ਲੱਖ ਰੁਪਇਆ ਦਿੱਤਾ ਜਾਊਗਾ। 1 ਲੱਖ ਬਹੁਤ ਰੁਪਇਆ ਉਦੋਂ 1813 ਦੇ ਵਿੱਚ 1 ਲੱਖ ਰੁਪਇਆ ਮਾਇਨੇ ਰੱਖਦਾ ਹੈ। ਭਾਰਤ ਦੇ ਵਿੱਚ ਐਜੂਕੇਸ਼ਨ ਦੇ ਵਿਸਥਾਰ ਵਾਸਤੇ ਹਰ ਸਾਲ 1 ਲੱਖ ਰੁਪਇਆ ਖਰਚਿਆ ਜਾਊਗਾ। ਇਹ ਵੀ 1813 ਦੇ ਐਕਟ ਦੇ ਨਾਲ ਚੀਜ਼ ਪੋਸੀਬਲ ਹੋਈ। ਉਸ ਤੋਂ ਬਾਅਦ ਅਗਲਾ ਪੁਆਇੰਟ ਕਿਹੜਾ ਆਇਆ, ਅਗਲਾ ਪੁਆਇੰਟ ਆਇਆ ਜੀ ਕਿ ਜਿੰਨੀਆਂ ਵੀ ਕ੍ਰਿਸਚੀਅਨ ਮਿਸ਼ਨਰੀਆਂ ਨੇ, ਜਿੰਨੀਆਂ ਵੀ ਕ੍ਰਿਸਚੀਅਨ ਮਿਸ਼ਨਰੀਜ਼ ਨੇ, ਕ੍ਰਿਸਚੀਅਨ ਮਿਸ਼ਨਰੀ ਸਮਝਦੇ ਹੋ, ਸਮਝ ਗਏ ਸਾਰੇ? ਪ੍ਰੈਜ਼ੈਂਟ ਆਪਣੇ ਦੇਸ਼ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਕ੍ਰਿਸਚੀਅਨ ਮਿਸ਼ਨਰੀਜ਼ ਬਹੁਤ ਜ਼ਿਆਦਾ ਪ੍ਰਚਾਰ ਕਰ ਰਹੀਆਂ ਨੇ। ਮਤਲਬ ਜਿਹੜੇ ਕ੍ਰਿਸਚੀਅਨ ਲੋਕ ਨੇ ਇਹ ਆਪਣਾ ਪ੍ਰਸਾਰ, ਆਪਣੇ ਧਰਮ ਦਾ ਪ੍ਰਚਾਰ ਭਾਰਤ ਦੇ ਵਿੱਚ ਜਾ ਕੇ ਕਰ ਸਕਦੇ ਨੇ। ਇਹ ਪਰਮਿਸ਼ਨ 1813 ਦੇ ਐਕਟ ਦੇ ਨਾਲ ਮਿਲੀ ਕ੍ਰਿਸਚੀਅਨ ਮਿਸ਼ਨਰੀਜ਼ ਨੂੰ ਭਾਰਤ ਵਿੱਚ ਧਰਮ ਦਾ ਪ੍ਰਸਾਰ ਕਰਨ ਦੀ ਆਗਿਆ, ਧਰਮ ਦਾ ਪ੍ਰਸਾਰ ਕਰਨ ਦੀ ਆਗਿਆ। 3 ਪੁਆਇੰਟ ਕਲੀਅਰ ਕਰਨੇ ਨੇ 1813 ਦੇ ਐਕਟ ਦੇ ਵਿੱਚ ਕੀ ਕੀ ਹੋਇਆ, ਇਹ 3 ਪੁਆਇੰਟ ਕਲੀਅਰ ਕਰਕੇ ਜਾਉਂਗੇ। ਹਾਂਜੀ ਕਲੀਅਰ ਹੈ, ਇਹ 1813 ਦਾ ਐਕਟ ਹੈ। ਉਸ ਤੋਂ ਬਾਅਦ ਸਟੂਡੈਂਟਸ ਆਪਾਂ ਪੜਾਂਗੇ 1833 ਦਾ ਐਕਟ। ਪਰ 1833 ਦੇ ਐਕਟ ਪੜਨ ਤੋਂ ਪਹਿਲਾਂ ਆਪਾਂ ਆਪਣੀ ਕਲਾਸ ਦੇ ਵਿੱਚ ਪਹਿਲਾਂ ਵਾਲੇ ਐਕਟ ਦੇਖੇ, ਕਿਉਂਕਿ 1833 ਦਾ ਐਕਟ ਤਾਂ ਜ਼ਬਰਦਸਤ ਤਰੀਕੇ ਦੇ ਨਾਲ ਇੱਕ ਲੰਬਾ ਐਕਟ ਹੈ। ਦੁਬਾਰਾ ਧਿਆਨ ਨਾਲ ਸੁਣੋ, ਆਪਾਂ ਨੇ ਕੀ ਪੜਿਆ, ਅੱਜ ਦੀ ਕਲਾਸ ਦੇ ਵਿੱਚ ਕੀ ਸਿੱਖਿਆ। ਐਕਟ ਥੋੜੇ ਸਹਿਜੇ ਸਮਝਣੇ ਪੈਣਗੇ, ਪਰ ਮੈਂ ਤੁਹਾਨੂੰ ਇੰਨਾ ਕੁ ਸੌਖੀ ਭਾਸ਼ਾ ਦੇ ਵਿੱਚ ਸਮਝਾ ਰਹੀ ਹਾਂ ਵੀ ਤੁਹਾਨੂੰ ਇਹਨਾਂ ਨੂੰ ਸਮਝਣ ਦੇ ਵਿੱਚ ਕੋਈ ਮੁਸ਼ਕਲ ਨਹੀਂ ਆਉਣੀ। ਆਪਾਂ ਇਹਨੂੰ ਦੁਬਾਰਾ ਫਿਰ ਦੇਖਦੇ ਹਾਂ। ਸਾਡੇ ਦੇਸ਼ ਦੇ ਵਿੱਚ ਜਮੀ ਬਕਸਰ ਦੀ ਲੜਾਈ ਖਤਮ ਹੁੰਦੀ ਹੈ 1764 ਦੇ ਵਿੱਚ। ਉਸ ਤੋਂ ਬਾਅਦ ਇੱਕ ਸੰਧੀ ਹੁੰਦੀ ਹੈ ਜਿਹਦੇ ਕਰਕੇ ਬੰਗਾਲ, ਬਿਹਾਰ ਤੇ ਉੜੀਸਾ ਦੇ ਦੀਵਾਨੀ ਅਧਿਕਾਰ ਆ ਜਾਂਦੇ ਨੇ ਈਸਟ ਇੰਡੀਆ ਕੰਪਨੀ ਕੋਲੇ। ਇਹ ਗੱਲ ਬ੍ਰਿਟਿਸ਼ ਗਵਰਨਮੈਂਟ ਤੋਂ ਹਜਮ ਨਹੀਂ ਹੁੰਦੀ। ਉਹ ਕਹਿੰਦੇ ਬੰਦੇ ਅਸੀਂ ਭੇਜੇ ਆ ਤਾਂ ਸਾਡੇ ਕੋਲੇ ਰਾਈਟ ਹੋਣੇ ਚਾਹੀਦੇ ਨੇ, ਪੈਸਾ ਅਸੀਂ ਇਕੱਠਾ ਕਰਾਂਗੇ, ਯਾਰ ਏਡੀ ਕਿਹੜੀ ਗੱਲ ਆ। ਤਾਂ ਉਸ ਚੀਜ਼ ਵਾਸਤੇ ਰੈਗੂਲੇਟਿੰਗ ਐਕਟ ਆਉਂਦਾ 1773। ਜਿਹੜਾ 1773 ਦਾ ਰੈਗੂਲੇਟਿੰਗ ਐਕਟ ਆ ਉਹ ਕੀ ਲੈ ਕੇ ਆਉਂਦਾ, ਸਭ ਤੋਂ ਪਹਿਲਾ ਪੁਆਇੰਟ, ਉਹ ਸਭ ਤੋਂ ਪਹਿਲਾ ਪੁਆਇੰਟ ਕਰਦਾ ਹੈ ਕਿ ਪਾਵਰ ਨੂੰ ਸੈਂਟਰਲਾਈਜ਼ਡ ਕੀਤਾ ਜਾਵੇ, ਕੇਂਦਰੀਕਰਨ ਕਰਿਆ ਜਾਵੇ। ਕੇਂਦਰੀਕਰਨ ਕਰਨ ਵਾਸਤੇ, ਪਾਵਰ ਨੂੰ ਇੱਕ ਜਗ੍ਹਾ ਤੇ ਲਿਆਉਣ ਵਾਸਤੇ ਬੰਗਾਲ ਦੇ ਗਵਰਨਰ ਨੂੰ ਚੇਂਜ ਕਰ ਦਿੱਤਾ ਗਿਆ ਗਵਰਨਰ ਜਨਰਲ ਆਫ ਬੰਗਾਲ ਦੇ ਵਿੱਚ। ਔਰ ਪਹਿਲਾ ਗਵਰਨਰ ਜਨਰਲ ਆਫ ਬੰਗਾਲ ਕੌਣ ਬਣਿਆ, ਲਾਰਡ ਵਾਰਨ ਹੇਸਟਿੰਗਸ। ਔਰ ਮਦਰਾਸ ਤੇ ਬੰਬੇ ਇਹਦੇ ਹੇਠ ਰਹਿ ਕੇ ਕੰਮ ਕਰਨਗੇ। ਮਤਲਬ ਪਾਵਰ ਨੂੰ ਇੱਕ ਜਗ੍ਹਾ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੂਸਰਾ ਪੁਆਇੰਟ ਕੀ ਹੋਇਆ ਵੀ ਜਿਹੜਾ ਗਵਰਨਰ ਜਨਰਲ ਆਫ ਬੰਗਾਲ ਸੀ ਉਹਦੇ ਵਾਸਤੇ ਇੱਕ ਕਾਰਜਕਾਰੀ ਕੌਂਸਲ ਬਣਾਈ ਜਾਊਗੀ, ਇੱਕ ਐਗਜ਼ੀਕਿਊਟਿਵ ਕੌਂਸਲ ਬਣਾਈ ਜਾਊਗੀ, ਜਿਹਦੇ ਵਿੱਚ 4 ਬੰਦੇ ਉਹਨੂੰ ਸਲਾਹ ਦੇਣਗੇ ਵੀ ਐਂ ਕਰਿਆ ਕਰਾਂਗੇ ਆਪਾਂ। ਮਤਲਬ ਪ੍ਰੋਪਰ ਤਰੀਕੇ ਦਾ ਇੱਕ ਸਿਸਟਮੈਟਿਕ ਵੇ ਨਾਲ ਐਡਵਾਈਜ਼ਰੀ ਬਾਡੀ ਹੈ। ਉਸ ਤੋਂ ਬਾਅਦ ਕੀ ਕੀਤਾ ਗਿਆ ਕਿ ਕੰਪਨੀ ਦੇ ਨਿੱਜੀ ਵਪਾਰ ਤੇ ਰੋਕ ਲਾ ਦਿੱਤੀ ਗਈ ਵੀ ਜੇ ਕੋਈ ਬੰਦਾ ਇੰਡੀਵਿਜੂਅਲੀ ਆਪਣੇ ਲੈਵਲ ਤੇ ਵਪਾਰ ਕਰਦਾ ਹੈਗਾ, ਠੀਕ ਹੈ, ਤਾਂ ਬੇਸਿਕਲੀ ਉਹ ਚੀਜ਼ ਐਕਸੈਪਟੇਬਲ ਨਹੀਂ ਹੋਊਗੀ। ਠੀਕ ਹੈ, ਅਗਲਾ ਪੁਆਇੰਟ, ਪਰ ਇਹ ਬਹੁਤਾ ਸਕਸੈਸਫੁਲ ਨਹੀਂ ਰਿਹਾ। ਰੈਗੂਲੇਟਿੰਗ ਐਕਟ ਦੇ ਤਹਿਤ ਆਪਾਂ ਸੁਪਰੀਮ ਕੋਰਟ ਲੈ ਕੇ ਆਏ, ਇਹ ਪੁਆਇੰਟ ਤੁਸੀਂ ਧਿਆਨ 'ਚ ਰੱਖਣਾ। ਪਰ ਇਹ ਬਹੁਤਾ ਸਕਸੈਸਫੁਲ ਨਹੀਂ ਰਿਹਾ ਕਿਉਂਕਿ ਪ੍ਰੋਪਰ ਤਰੀਕੇ ਨਾਲ ਸੈਂਟਰਲਾਈਜ਼ੇਸ਼ਨ ਨਹੀਂ ਹੋ ਪਾਈ। ਉਸ ਤੋਂ ਬਾਅਦ ਆਇਆ 1781 ਦਾ ਐਕਟ, ਜੁਰਿਸਡਿਕਸ਼ਨ ਐਕਟ ਆਫ 1781। ਉਹਦੇ ਤਹਿਤ 2 ਗੱਲਾਂ ਹੋਈਆਂ। ਇੱਕ ਤਾਂ ਇਹ ਹੈ ਵੀ ਡਿਊਟੀ ਦੇ ਦੌਰਾਨ ਜੇਕਰ ਕੋਈ ਵੀ ਸਰਕਾਰੀ ਅਫਸਰ ਤੋਂ ਗੋਲੀ ਚੱਲ ਜਾਂਦੀ ਹੈ ਤਾਂ ਉੱਥੇ ਮੁਕੱਦਮਾ ਨਹੀਂ ਚਲਾਇਆ ਜਾਊਗਾ। ਦੂਜਾ ਪੁਆਇੰਟ ਇਹ ਹੈ, ਸੁਪਰੀਮ ਕੋਰਟ ਕਹਿੰਦੀ ਵੀ ਜਦੋਂ ਵੀ ਕੋਈ ਕਾਨੂੰਨ ਲਿਆਂਦਾ ਜਾਊਗਾ ਉਹਦੇ ਵਿੱਚ ਭਾਰਤ ਦੇ ਧਰਮ ਤੇ ਸੰਸਕ੍ਰਿਤੀ ਨੂੰ ਧਿਆਨ 'ਚ ਰੱਖਿਆ ਜਾਵੇ, ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਣੀ ਚਾਹੀਦੀ। ਤੀਜਾ ਐਕਟ ਆਇਆ ਸਾਡੇ ਕੋਲੇ, ਪਿਟਸ ਇੰਡੀਆ ਐਕਟ 1784। ਇਹਦਾ ਨਾਂ ਪਿਆ ਉਸ ਸਮੇਂ ਇੰਗਲੈਂਡ ਦੇ ਪ੍ਰਧਾਨ ਮੰਤਰੀ ਵਿਲੀਅਮ ਪਿਟ ਦਾ। ਉਸ ਸਮੇਂ ਇੰਗਲੈਂਡ ਦੇ ਪ੍ਰਧਾਨ ਮੰਤਰੀ ਵਿਲੀਅਮ ਪਿਟਸ ਦੇ ਨਾਂ ਤੇ ਜਿਹੜਾ ਨਾਮ ਸੀ ਉਹ ਪਿਆ। ਇਹਦੇ ਤਹਿਤ 2 ਇੰਪੋਰਟੈਂਟ ਚੀਜ਼ਾਂ ਕਰੀਆਂ ਗਈਆਂ। ਇੱਕ ਕੋਰਟ ਆਫ ਡਾਇਰੈਕਟਰ ਲਿਆਂਦਾ ਗਿਆ, ਇੱਕ ਬੋਰਡ ਆਫ ਕੰਟਰੋਲ ਲਿਆਂਦਾ ਗਿਆ। ਕੋਰਟ ਆਫ ਡਾਇਰੈਕਟਰ ਦਾ ਮਤਲਬ ਈਸਟ ਇੰਡੀਆ ਕੰਪਨੀ ਦੇ ਹੱਥ ਦੇ ਵਿੱਚ ਆ। ਈਸਟ ਇੰਡੀਆ ਕੰਪਨੀ ਨੂੰ ਬਣਾ ਦਿੱਤਾ ਗਿਆ ਕੋਰਟ ਆਫ ਡਾਇਰੈਕਟਰ, ਜਿਹੜਾ ਸਿਰਫ ਵਪਾਰ ਦਾ ਕੰਮ ਦੇਖੂਗੀ। ਔਰ ਬੋਰਡ ਆਫ ਕੰਟਰੋਲ ਨੂੰ ਦੇ ਦਿੱਤਾ ਗਿਆ ਪੋਲੀਟੀਕਲ ਅਫੇਅਰਸ, ਜਿਹੜੇ ਕਿ ਬਾਕੀ ਸਾਰੇ ਰਾਜਨੀਤਿਕ ਮੁੱਦੇ ਦੇਖੂਗੀ।
ਹੁਣ ਜਿਹੜੀ ਕਾਰਜਕਾਰੀ ਕੌਂਸਲ ਸੀ ਉਹਦੀ ਗਿਣਤੀ 4 ਤੋਂ ਘਟਾ ਕੇ 3 ਕਰ ਦਿੱਤੀ ਗਈ। ਇਹ 1784 ਦੇ ਐਕਟ ਦੇ ਨਾਲ ਹੋਈ ਹੈ। ਇਹ ਪਹਿਲਾ ਕਦਮ ਸੀ ਜਿਹਦੇ ਤਹਿਤ ਬ੍ਰਿਟਿਸ਼ਰਸ ਨੇ ਆਪਣੀਆਂ ਜੜਾਂ ਲਾ ਲਈਆਂ ਸੀ। ਉਸ ਤੋਂ ਬਾਅਦ ਆਇਆ 1793 ਦਾ ਐਕਟ। 1793 ਦਾ ਐਕਟ ਚਾਰਟਰ ਐਕਟ। 1793 ਦੇ ਚਾਰਟਰ ਐਕਟ ਦੇ ਵਿੱਚ ਕੀ ਕਿਹਾ ਗਿਆ ਵੀ ਹਰ 20 ਸਾਲ ਦੇ ਬਾਅਦ ਇੱਕ ਚਾਰਟਰ ਬਣਾ ਕੇ ਲਿਆਇਆ ਕਰਾਂਗੇ, ਹਰ 20 ਇਅਰਸ ਦੇ ਬਾਅਦ ਇੱਕ ਚਾਰਟਰ ਬਣਿਆ ਕਰੂਗਾ। ਦੂਸਰਾ ਪੁਆਇੰਟ ਕੀ ਕਿਹਾ ਗਿਆ ਵੀ ਜਿੰਨੇ ਵੀ ਬ੍ਰਿਟਿਸ਼ਰਸ ਮੈਂਬਰ ਅਧਿਕਾਰੀ ਉੱਥੋਂ ਅਪਾਇੰਟ ਹੋ ਕੇ ਇੱਥੇ ਆਉਂਦੇ ਨੇ ਉਹਨਾਂ ਦੀ ਤਨਖਾਹ ਭਾਰਤ ਦੇ ਰੈਵਨਿਊ ਸਟਰਕਚਰ ਚੋਂ ਦਿੱਤੀ ਜਾਊਗੀ। ਭਾਰਤ ਉਹਨਾਂ ਦੀ ਸੈਲਰੀ ਅਰੇਂਜ ਕਰੂਗਾ, ਇੰਡੀਆ ਉਹਨਾਂ ਦੀ ਸੈਲਰੀ ਅਰੇਂਜ ਕਰੂਗਾ। ਤੀਸਰਾ ਪੁਆਇੰਟ ਕੀ ਆਇਆ, ਈਸਟ ਇੰਡੀਆ ਕੰਪਨੀ ਨੂੰ ਚਾਈਨਾ ਦੇ ਨਾਲ ਅਫੀਮ ਦੀ ਖੇਤੀ ਕਰਨ ਦੀ ਆਜ਼ਾਦੀ ਦੇ ਦਿੱਤੀ ਗਈ। 3 ਪੁਆਇੰਟ। ਉਸ ਤੋਂ ਬਾਅਦ 1813 ਦਾ ਐਕਟ ਆਇਆ। 1813 ਦੇ ਐਕਟ ਦੇ ਵਿੱਚ ਕੀ ਕਿਹਾ ਗਿਆ ਕਿ ਭਾਈ ਕੰਪਨੀ ਦੀ ਮੋਨੋਪੋਲੀ ਖਤਮ ਕਰੋ। ਇਹ ਚੀਜ਼ ਕਿਉਂ ਹੋਈ ਸੀ, ਇਹ ਚੀਜ਼ ਕਿਉਂ ਹੋਈ ਸੀ, ਇਹਦੀ ਪੋਸੀਬਿਲਿਟੀ ਕਿਵੇਂ ਹੋਗੀ? ਇਹਦੀ ਪੋਸੀਬਿਲਿਟੀ ਹੋਈ ਭਾਈ ਉੱਥੇ ਇੰਡਸਟਰੀਅਲ ਰੈਵੋਲੂਸ਼ਨ ਚੱਲੀ ਹੋਈ ਸੀ। ਉਹ ਕਹਿੰਦੇ ਵੀ ਸਾਨੂੰ ਆਗਿਆ ਦਿਓ, ਪਰ ਦੋ ਚੀਜ਼ਾਂ ਨੂੰ ਛੱਡ ਕੇ, ਇੱਕ ਚਾਹ ਦੇ ਵਪਾਰ ਨੂੰ ਛੱਡ ਕੇ ਤੇ ਦੂਜਾ ਚਾਈਨਾ ਦੇ ਨਾਲ ਵਪਾਰ ਨੂੰ ਛੱਡ ਕੇ, ਇਹ ਪੁਆਇੰਟ ਸੀ ਜਿਹੜਾ ਮੋਨੋਪੋਲੀ ਵਾਲਾ, ਇਹ ਲਾਗੂ ਹੋ ਗਿਆ। ਦੂਸਰਾ ਪੁਆਇੰਟ ਕੀ ਹੋਇਆ, ਸਿੱਖਿਆ ਦੇ ਉੱਪਰ 1 ਲੱਖ ਹਰ ਸਾਲ ਖਰਚਿਆ ਜਾਊਗਾ। ਔਰ ਤੀਸਰਾ ਪੁਆਇੰਟ ਕੀ ਹੋਇਆ, ਕ੍ਰਿਸਚੀਅਨ ਮਿਸ਼ਨਰੀਜ਼ ਨੂੰ ਅਲਾਉ ਕਰਤਾ ਸਾਡੇ ਦੇਸ਼ ਦੇ ਵਿੱਚ ਆ ਕੇ ਆਪਣੇ ਧਰਮ ਦਾ ਪ੍ਰਸਾਰ ਕਰ ਰਹੇ ਸੀ। ਠੀਕ ਹੈ, ਸੋ ਆਪਣਾ ਇਹ ਐਕਟ ਇੱਥੇ ਆਪਾਂ ਇੱਥੇ ਰਨਿੰਗ ਪੇਜ 'ਚ ਛੱਡਦੇ ਹਾਂ ਤੇ ਕੱਲ ਨੂੰ ਆਪਾਂ ਬਹੁਤ ਇੰਪੋਰਟੈਂਟ 1833 ਦਾ ਐਕਟ ਸਟਾਰਟ ਕਰਾਂਗੇ ਜਿਹੜਾ ਕਿ ਇੱਕ ਜ਼ਬਰਦਸਤ ਸਵਾਲਾਂ ਦੀ ਲੜੀ ਲੈ ਕੇ ਆਉਂਦਾ ਹੈਗਾ। ਸੋ ਹੁਣ ਮੈਨੂੰ ਆਗਿਆ ਦਿਓ, ਮਿਲਦੇ ਆਪਾਂ ਸ਼ਾਮ ਨੂੰ 6 ਵਜੇ YouTube ਕਲਾਸ ਦੇ ਉੱਪਰ। ਉੱਥੇ ਆਪਾਂ ਆਪਣਾ ਜੁਡੀਸ਼ਰੀ ਵਾਲਾ ਕਨਸੈਪਟ ਕੰਟੀਨਿਊ ਕਰਾਂਗੇ। ਹੋਪ ਸੋ ਤੁਹਾਨੂੰ ਅੱਜ ਦੀ ਕਲਾਸ ਸਮਝ ਆਈ। ਐਕਟਾਂ ਨੂੰ ਬੜਾ ਧਿਆਨ ਦੇ ਨਾਲ ਰੀਕੈਲਕੂਲੇਟ ਕਰਕੇ, ਰਿਵੈਲੂਏਟ ਕਰਕੇ, ਵਾਰੀ-ਵਾਰੀ ਪੜ੍ਹ ਕੇ ਦਿਮਾਗ ਦੇ ਵਿੱਚ ਬਿਠਾਉਣਾ ਪਊਗਾ। ਇਹ ਥੋੜਾ ਜਿਹਾ ਇੱਕ ਹੈਵੀ ਟੌਪਿਕ ਹੈ। ਠੀਕ ਹੈ ਜੀ, ਚਲੋ ਫਿਰ ਬਣੀ ਗੱਲ, ਸਮਝ ਆਇਆ ਸਾਰੇ ਬੱਚਿਆਂ ਨੂੰ? ਕੋਈ ਡਾਊਟ? ਐਵਰੀਬਡੀ ਸੈਟਿਸਫੈਕਟਰੀ ਕਲਾਸ ਸੀਗੀ? ਲਓ ਜੀ, ਠੀਕ ਹੈ ਜੀ, ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਸੁਣਨ ਦੇ ਲਈ। ਸੋ ਮਿਲਦੇ ਹਾਂ ਸਿੱਖਿਆਰਥੀਓ ਕੱਲ ਨੂੰ ਸੇਮ એનર્ਜੀ ਦੇ ਨਾਲ, ਸੇਮ ਪ੍ਰੋਪਰ ਅੱਛੇ ਕੰਟੈਂਟ ਦੇ ਨਾਲ। ਓਕੇ ਜੀ, ਓਕੇ।